श्री अकाल जी। मैं तुहाडा अपना रॉबी बैनीपाल ईस्ट वैस्ट विद बैनीपाल शो ਦੀ ਅਗਲੀ ਕੜੀ ਦੇ ਵਿੱਚ ਇੱਕ ਹੋਰ ਮਹਿਮਾਨ ਦੇ ਨਾਲ ਅੱਜ ਆਪਾਂ ਕਰਾਂਗੇ ਰਾਬਤਾ। ਗੱਲਾਂ ਬਾਤਾਂ ਬਹਿਸ ਹੋਰ ਵਿਚਾਰ ਚਰਚਾ ਦੇ ਸਿਲਸਿਲੇ ਚੱਲਦੇ ਰਹਿੰਦੇ ਨੇ ਅਲੱਗ-ਅਲੱਗ ਪ੍ਰੋਗਰਾਮਾਂ ਦੇ ਵਿੱਚ। ਇਸ ਈਸਟ ਵੈਸਟ ਵਿਦ ਬੈਨੀਪਾਲ ਸ਼ੋ ਦੀਆਂ ਇਹ ਪਹਿਲੀਆਂ ਕੜੀਆਂ ਦੇ ਵਿੱਚ मैं इंट्रोड्यूस कर रहा उन्होंने लोगों को जिन्हों ने भीड़ के विचों अपनी पहचान अलग रूप के बनाई, चाहे वह पॉलिटिशियन हो निपड़े, चाहे वह कम्यूनिटी वर्कर हो निपड़े, चाहे वह बिजनेस परसनैलिटी हो निपड़े। उन्होंने आम दे नालों खास के तौर पर जानिया जाता है। अमरीक सिंह थांदी जिन्होंने असीं अंकल जी ज़्यादा कहने, नाम अज शो के लैना पै रहा। सो वो एक इहो जी परसनैलिटी हैं साउथ आस्ट्रेलिया की, जे मैं उन्होंने तारीफ दे विच जां उन्होंने जान पहचान दे विच उन्हां दे नाम दे नाल जुड़े हुए कम्मां दी लिस्ट गिनाउण लग जावां तां हो सकदा अद्धा शो इसे करके उस चक्कर दे विच ही लंघ जाएगा। सो बेस्ट यही है कि आपां सौखा नवेड़ीए, आपां उन्हां नूं वैलकम कहीए, जी आयां नूं कहने आ, बाकी उन्होंने जवानी तुहाडे तक पहुँचाउण की कोशिश करते हैं। सो अमरीक थांदी जी साडे नाल ने जी। थांदी साहब सत श्री अकाल जी। सत श्री अकाल सारे श्रोतिਆਂ ਨੂੰ सत श्री अकाल मेरे ਵੱਲੋਂ जी। हाँ जी थांदी साहब तुहाडी शुरुआती शो दे विच पता लगदा कि एक फौजी बंदे दे नाल मैं बैठ के गल कर रहा। हाँ जी। सो ਤੁਸੀਂ फौज ਦੇ ਵਿੱਚ चोखा आई थिंक 35 ਸਾਲ ਤੁਸੀਂ ਲਾਇਆ फौज ਦੇ ਵਿੱਚ? नहीं 8 साल। 8 ਸਾਲ 71 ਦੀ ਲੜਾਈ ਲੜੀ ਆ। ਅੱਛਾ ਜੀ। ਉਹਦੇ ਵਿੱਚ ਅਸੀਂ ਅਗਰਤਲਾ ਤੋਂ ਢੱਕ ਕੇ ਗਏ ਸੀਗੇ ਤੇ ਅਸੀਂ ਟੈਂਕ ਸੀਗੇ ਸਾਡੇ ਕੋਲ PT-76 ਉਹਦੇ ਨਾਲ ਜੋ ਪਾਣੀ ਦੇ ਤਰਲ ਲੈਂਦੇ ਸੀਗੇ ਉਧਰੋਂ ਇਹ ਦੋ ਯੂਨਿਟਾਂ ਸੀਗੀਆਂ, ਇੱਕ 19 ਪੰਜਾਬ ਤੇ ਇੱਕ ਮਤਲਬ 5 ਇੰਡੀਪੈਂਡੈਂਟ ਆਰਮਡ ਸਕੁਆਡਰਨ ਜੀ। ਇਹ ਮੋਹਰੇ ਹੋ ਕੇ ਲੜਦੇ ਸੀ। ਬਾਕੀ ਕਾਫੀ ਯੂਨਿਟਾਂ ਸੀਗੀਆਂ, ਬਾਕੀ ਕਾਫੀ ਸੀਗੀਆਂ ਜਿਨ੍ਹਾਂ ਨੇ ਇਸ ਕੰਮ ਵਿੱਚ 14 ਦਿਨਾਂ ਵਿੱਚ ਸਾਰਾ ਬੰਗਲਾਦੇਸ਼ ਨੂੰ ਫਤਿਹ ਕਰ ਦਿੱਤਾ ਸੀ ਅਸੀਂ। ਤੇ ਜਿਸ ਵਿੱਚ ਮੈਂ ਕਿਹਾ ਤੁਹਾਨੂੰ ਹਿਸਟਰੀ ਦਾ ਪਤਾ, ਜਨਰਲ ਲਿਆਜੀ ਨੂੰ ਜਨਰਲ ਅਰੋੜਾ ਨੇ ਕਿਸ ਤਰ੍ਹਾਂ ਅਰੈਸਟ ਕੀਤਾ ਜੀ। ਤੇ ਬਾਕੀ ਫਿਰ ਮੈਂ 8 ਸਾਲ ਫੌਜ ਤੋਂ ਬਾਅਦ ਜਦੋਂ ਲੜਾਈ ਤੋਂ ਬਾਅਦ ਫਿਰ ਮੈਂ ਮਤਲਬ ਰਿਜ਼ਾਈਨ ਦੇ ਦਿੱਤਾ ਸੀਗਾ। ਫਿਰ ਕਿਉਂਕਿ ਮੇਰਾ ਇੱਕ ਭਰਾ ਤੇ ਮੇਰਾ ਸਾਲਾ ਉਹ ਅਮਰੀਕਾ ਵਿੱਚ ਸੀਗੇ ਤੇ ਮੇਰਾ ਵੀ ਜੀ ਕਰਦਾ ਸੀ ਕਿ ਮੈਂ ਵੀ ਬਾਹਰ ਜਾਵਾਂ, ਪਰ ਮੈਂ ਅਮਰੀਕਾ ਗਿਆ, ਉੱਥੇ ਮੇਰਾ ਜੀ ਨਹੀਂ ਕੀਤਾ ਰਹਿਣ ਨੂੰ। ਮੇਰੇ ਭਰਾ ਨੇ ਕਿਹਾ ਵੀ ਤੂੰ ਇੱਥੇ ਰਹਿ ਲਓ। ਮੈਂ ਕਿਹਾ ਨਹੀਂ ਮੈਂ ਰਹਿਣਾ। ਕਿਉਂ ਨਹੀਂ ਰਹਿਣਾ ਪਤਾ ਨਹੀਂ ਕਿਉਂ, ਮੈਨੂੰ ਆਸਟ੍ਰੇਲੀਆ ਦੀ ਸਭ ਤੋਂ ਜ਼ਿਆਦਾ ਤਾਂਘ ਸੀਗੀ। ਜਿੰਨਾ ਅਮਰੀਕਾ ਡਿਵੈਲਪ ਸੀਗਾ ਉਸ ਵੇਲੇ ਉਹਨਾਂ ਆਸਟ੍ਰੇਲੀਆ ਡਿਵੈਲਪ ਨਹੀਂ ਸੀ, ਪਰ ਫਿਰ ਵੀ ਮੈਂ ਇੱਥੇ ਆਉਣ ਦੀ ਨਾ ਆਪਣੇ ਆਪ ਨੂੰ ਪਹਿਲ ਦਿੱਤੀ। ਕਿਹੜੇ ਸਾਲ ਦੀ ਗੱਲ ਹੈ ਇਹ? 1982 19 ਫਰਵਰੀ 1982 ਵਿੱਚ ਮੈਂ ਇੱਥੇ 1982 ਵਿੱਚ ਮੈਂ ਇੱਥੇ ਆਇਆ ਜੀ। ਤੇ ਉਸ ਤੋਂ ਬਾਅਦ ਦੇਖ ਲਓ ਮੈਂ 1 ਸਾਲ ਰਿਵਰਲੈਂਡ ਸੰਤਰੇ ਤੋੜੇ, ਗ੍ਰਿਫਤ ਸੰਤਰੇ ਤੋੜੇ, ਗ੍ਰੇਪ ਤੋੜੇ, ਸਟੋਨ ਫਰੂਟ ਤੋੜੇ ਜੀ। ਉਸ ਤੋਂ ਬਾਅਦ ਫਿਰ ਕੁਛ ਅਸੀਂ ਇੱਕ ਲੇਡੀਜ਼ ਏਜੀਅਨ ਫੈਸ਼ਨ ਦਾ ਬਿਜ਼ਨਸ ਸ਼ੁਰੂ ਕੀਤਾ ਜੀ। ਤੇ ਉਹਦੇ ਵਿੱਚ ਅਸੀਂ ਦੁਕਾਨਾਂ ਵੀ ਸੀਗੀਆਂ ਤੇ ਅਸੀਂ ਸ਼ੋਅ ਵੀ ਕਰਦੇ ਹੁੰਦੇ ਸੀ, ਜਿੱਦਾਂ ਪਿੰਡਾਂ 'ਚ ਜਾ ਕੇ ਕੱਪੜੇ ਵੇਚਣੇ ਜੀ। ਉਸ ਤੋਂ ਬਾਅਦ ਫਿਰ ਇੱਥੇ ਜੰਕਸ਼ਨ ਮਾਰਕੀਟ 'ਤੇ ਦੁਕਾਨ ਸੀ, ਉਹ ਫਿਰ ਮੈਂ ਵੇਚ ਕੇ ਜੀ ਤੇ ਮੈਂ ਟੈਕਸੀ ਲੈ ਲਈ ਹੌਲੀ। 22 ਫਰਵਰੀ 1988 ਨੂੰ ਮੈਂ ਇੱਕ ਟੈਕਸੀ ਪਲੇਟ ਲਈ ਸੀ ਜੀ। ਤੇ ਹੁਣ ਮੇਰੇ ਕੋਲ 7 ਪਲੇਟਾਂ ਸੀਗੀਆਂ, ਇੱਕ ਵੈਸਟਰਨ ਆਸਟ੍ਰੇਲੀਆ ਵਿੱਚ ਸੀਗੀ, ਉਹ ਮੈਂ ਵੇਚ ਦਿੱਤੀ। ਇੱਥੇ ਹਾਲੇ 6 ਪਲੇਟਾਂ ਜੀ। ਪਰ ਮੈਨੂੰ ਪਤਾ ਪਲੇਟਾਂ ਦੀ ਕੀਮਤ ਘਟ ਗਈ ਆ, ਪਰ ਮੈਂ ਕਦੀ ਇੱਦਾਂ ਦਾ ਹੌਕਾ ਨਹੀਂ ਲਿਆ, ਕਦੀ ਇਹ ਨਹੀਂ। ਚਲੋ ਠੀਕ ਹੈ, ਜੋ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਨਾਲ ਚੱਲਣਾ ਪੈਂਦਾ। ਪਰ ਰੱਬ ਨੇ ਹੋਰ ਮੈਨੂੰ ਬਹੁਤ ਕੁਛ ਦਿੱਤਾ। ਜੋ ਇੱਥੇ ਆਉਂਦੇ ਸੀ ਉਹਨਾਂ ਦੀ ਜੋ ਮਦਦ ਕਰਨੀ ਉਹ ਮੇਰਾ ਮੇਰੀ ਮਤਲਬ ਫੈਮਿਲੀ ਦਾ ਸਭ ਤੋਂ ਪਹਿਲਾ ਇਹ ਫਰਜ਼ ਹੁੰਦਾ ਸੀ ਜੀ। ਬਾਕੀ ਮੈਂ ਇੱਥੇ ਫੈਮਿਲੀ ਨੂੰ ਮੈਂ ਇੱਕ ਨੂੰ ਬੱਚੇ ਨੂੰ ਅਡੋਪਟ ਕੀਤਾ। ਮੈਂ ਆਪਣੇ ਸਾਲੀ ਦੇ ਮੁੰਡੇ ਨੂੰ, ਉਹਦਾ ਬਾਪ ਮਰ ਗਿਆ ਸੀ ਜੀ ਇਸ ਤਰ੍ਹਾਂ ਹੀ ਬਿਮਾਰ ਹੋ ਕੇ ਜੀ।
ਤੇ ਦੂਸਰਾ ਮੇਰੇ ਵਾਈਫ ਦਾ ਜਿਹੜਾ ਭਰਾ ਸੀਗਾ ਉਹਨੂੰ ਉਹਦੀ ਬੇਟੀ ਸੀਗੀ, ਉਹ ਬਹੁਤ ਗਰੀਬ ਸੀ, ਉਹਨੂੰ ਇੱਥੇ ਲਿਆਂਦਾ। ਤੇ ਤੀਸਰਾ ਮੇਰੀ ਵਾਈਫ ਦੇ ਮਾਮਾ ਜੀ ਦਾ ਲੜਕਾ ਸੀਗਾ, ਉਹਨੂੰ ਇੱਥੇ ਲਿਆਂਦਾ। ਉਹਦੀ ਸਾਰੀ ਫੈਮਿਲੀ ਇੱਥੇ ਆ। ਮੈਂ ਇਸ ਤਰ੍ਹਾਂ ਆਪਣਾ ਕਾਫੀ ਮਤਲਬ ਜੋ ਵੀ ਮੈਂ ਕਰ ਸਕਦਾ ਕਿਸੇ ਘਰ ਦੇ ਲਈ ਉਹ ਮੈਂ ਕੀਤਾ। ਅੱਜ ਤੁਹਾਡੀ ਮੈਂ ਥੋੜਾ ਬੈਕਵਰਡ ਲੈ ਕੇ ਜਾਊਂਗਾ ਸਾਰੀਆਂ ਚੀਜ਼ਾਂ ਨੂੰ, ਬਰਥ ਵਾਲੇ ਪਾਸਿਓਂ ਅੱਜ ਚ ਨਹੀਂ ਲੈ ਕੇ ਆਊਂਗਾ, ਪ੍ਰੈਜ਼ੈਂਟ ਚ ਪਾਸਟ ਨੂੰ ਚੱਲਾਂਗੇ ਜੀ, ਤਾਂ ਜੋ ਸਾਡੇ ਦਰਸ਼ਕਾਂ ਨੂੰ ਪਤਾ ਹੋਵੇ ਕਿ ਜਿਸ ਬੱਚੇ ਦੀ ਮੈਂ ਜਿਸ ਬਚਪਨ ਦੀ ਮੈਂ ਗੱਲ ਕਰ ਰਿਹਾ, ਉਹ ਬਚਪਨ ਦੀ ਜੋ ਉਸ ਤੋਂ ਪਹਿਲਾਂ ਜਿਹੜੀ ਗੱਲ ਹੋਈ ਆ ਉਹ ਕਿੱਥੇ ਸਟੈਂਡ ਕਰਦਾ। ਕਮਿਊਨਿਟੀ ਦੇ ਵਿੱਚ ਤੁਹਾਨੂੰ ਵੈਲ ਨੋਨ ਮਤਲਬ ਤੁਸੀਂ ਪਰਸਨੈਲਿਟੀ ਹੋ ਜਿਹਦੇ ਵਿੱਚ ਤੁਸੀਂ ਕਮਿਊਨਿਟੀ ਵਰਕ ਬਹੁਤ ਜ਼ਿਆਦਾ ਕੀਤਾ ਤੇ ਇਲੈਕਸ਼ਨ 'ਚ ਵੀ ਖੜੇ ਹੋਏ, ਇੱਕ ਸਕਸੈਸਫੁਲ ਇੱਕ ਕਾਮਯਾਬ ਬਿਜ਼ਨਸਮੈਨ ਵੀ ਹੋ ਤੁਸੀਂ ਤੇ ਸਾਰੇ ਪਾਸਿਓਂ ਇੱਕ ਲਾਈਫ ਸਟਾਈਲ ਵੀ ਆ ਤੁਹਾਡੇ ਕੋਲੇ, ਤੁਸੀਂ ਜ਼ਿੰਦਗੀ ਨੂੰ ਬੜੇ ਉਸ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ, ਹੈਲਥੀ ਵੀ ਹੋ। ਜਿਹੜਾ ਤੁਹਾਡਾ ਪਹਿਲਾਂ ਮੈਂ ਤੁਹਾਡਾ ਜਾਨਣਾ ਚਾਹਣਾ, ਜਿਹੜਾ ਤੁਸੀਂ 2 ਵਾਰੀ ਇਲੈਕਸ਼ਨ 'ਚ ਹੋਏ ਇੱਥੇ ਖੜੇ, ਉਹ ਐਕਸਪੀਰੀਅੰਸ ਕਿਦਾਂ ਦਾ ਰਿਹਾ? ਕਿਸ ਨੇ ਤੁਹਾਨੂੰ ਇਨਸਪਾਇਰ ਕੀਤਾ? ਤੁਹਾਡੀ ਆਪਣੀ ਪੁਰਾਣੀ ਥਾਟ ਚੱਲੀ ਆ ਰਹੀ ਸੀ ਜਾਂ ਕਿਸੇ ਨੇ ਤੁਹਾਨੂੰ ਇਨਸਪਾਇਰ ਕੀਤਾ ਕਿ ਹਾਂ ਯਾਰ ਅਮਰੀਕ ਜੀ ਤੁਸੀਂ ਏਦਾਂ ਕਰੋ, ਇਲੈਕਸ਼ਨ ਵਾਲਾ ਵੀ ਕੰਮ ਕਰਕੇ ਦੇਖੋ? ਮੈਂ ਤੁਹਾਨੂੰ ਅਸਲੀ ਦੱਸਾਂ ਕਿ ਤੋਂ ਇਹਦੀ ਸ਼ੁਰੂ ਹੋ ਮੈਨੂੰ ਕਿਸੇ ਨੇ ਇਨਸਪਾਇਰ ਨਹੀਂ ਕੀਤਾ। ਮੈਂ ਘਰ ਬੈਠਾ ਸੀ, ਵਾਈਫ ਵੀ ਘਰ ਬੈਠੀ ਸੀ। ਮੈਂ 2 ਵਾਰੀ ਕਿਹਾ, ਮੈਂ ਕਿਹਾ ਮੇਰਾ ਇਰਾਦਾ ਹੈ ਵੀ MLC ਇਲੈਕਸ਼ਨ ਲੜਨ ਦਾ ਜੀ। ਪਹਿਲਾਂ ਵਾਈਫ ਕਹਿੰਦੀ ਵੀ ਛੱਡ ਪਰੇ ਤੈਂ ਕੀ ਲੈਣਾ, ਇਹਨਾਂ ਗੱਲਾਂ ਵਿੱਚ ਲੋਕੀ ਕੋਈ ਵੱਧ ਘੱਟ ਬੋਲਦੇ ਆ ਜੀ। ਫਿਰ ਵਾਈਫ ਕਹਿੰਦੀ ਜੇ ਤੂੰ ਕਰਨਾ ਹੀ ਆ ਫਿਰ ਕਰ ਲਾ। ਮੈਂ ਠੀਕ ਹੈ। ਕਹਿੰਦੀ ਅਬ ਸਾਰਾ ਪਰਿਵਾਰ ਤੇਰਾ ਮਤਲਬ ਮੈਂ ਤੁਹਾਨੂੰ ਟੋਕ ਰਿਹਾ ਜੀ, 40 ਸਾਲ ਤੁਹਾਨੂੰ ਇੱਥੇ ਆਏ ਨੂੰ ਹੋ ਗਏ, 40 ਸਾਲ ਬਾਅਦ ਵੀ ਵਾਈਫ ਇਹ ਆਪਣੀ ਇੰਡੀਅਨ ਸਾਰਿਆਂ ਦੀ ਐਂ ਕਹਿੰਦੀਆਂ ਨਹੀਂ ਹੈ, ਮਤਲਬ ਬਦਲਦਾ ਨਹੀਂ ਸੁਭਾਅ ਵੀ, ਚਲੋ ਕਰਨਾ ਤਾਂ ਕਰ ਲਓ। ਹਾਂ ਨਹੀਂ ਉਹਨੇ ਮੈਨੇ ਜੋ ਅੱਜ ਤੱਕ ਮੇਰੀ ਵਾਈਫ ਨੇ ਸਾਥ ਦਿੱਤਾ ਮੈਨੂੰ, ਉਹਦਾ ਮੈਂ ਆਪਣੇ ਕਿਸੇ ਲਫ਼ਜ਼ਾਂ ਵਿੱਚ ਐਕਸਪਲੇਨ ਨਹੀਂ ਕਰ ਸਕਦਾ। ਜੋ ਉਹਨੇ ਕਮਿਊਨਿਟੀ ਲਈ ਕੰਮ ਕੀਤਾ ਜੀ, ਜੋ ਮੇਰੇ ਬਰਾਬਰ ਖੜੇ ਜੋ ਬੱਚਿਆਂ ਦੀ ਜੋ ਉਹਨਾਂ ਨੇ ਕੀਤੀ ਆ, ਮੈਂ ਉਹਦਾ ਐਕਸਪਲੇਨ ਨਹੀਂ ਕਰ ਸਕਦਾ। ਮੈਂ ਇਮੋਸ਼ਨਲ ਹੋ ਜਾਂਦਾ ਜਦੋਂ ਉਹਨਾਂ ਬਾਰੇ ਮੈਂ ਕਹਿੰਦਾ। ਉਹ ਬਹੁਤ ਇੱਕ ਡਿਟਰਮਿਨ ਮਤਲਬ ਉਹ ਔਰਤ ਆ ਤੇ ਮੇਰੇ ਨੂੰ ਵੀ ਕਈ ਗੱਲਾਂ 'ਚ ਜ਼ਿਆਦਾ ਉਹਦੀ ਰਿਸਪੈਕਟ ਕਰਦੇ ਨੇ, ਜੋ ਮਤਲਬ ਔਰਤਾਂ ਨੇ, ਬੱਚੀਆਂ ਨੇ, ਆਪਣੀਆਂ ਧੀਆਂ ਨੇ, ਉਹ ਬਹੁਤ ਉਹਦੀਆਂ ਰਿਸਪੈਕਟ ਕਰਦੇ। ਮੈਂ ਤੁਹਾਨੂੰ ਇੱਕ ਥੋੜ੍ਹੀ ਮਿਸਾਲ ਦਿੰਦਾ। ਉਹਨੂੰ ਕਹਿੰਦੇ ਵੀ ਸਾਡੇ ਘਰ ਵਿੱਚ ਇੱਕ ਸਾਗ ਜੀ, ਇੱਕ ਬੇਸਣ ਕਦੀ ਮੁੱਕਿਆ ਨਹੀਂ। ਜਦੋਂ ਡਰਾਈਵਰ ਨੇ ਕਿਸੇ ਨੇ ਪੈਸੇ ਦੇਣ ਆਉਣਾ, ਟੈਕਸੀਆਂ ਸੀਗੀਆਂ, ਕਾਕਾ ਤੈਨੂੰ ਸਾਗ ਚਾਹੀਦਾ, ਉਹਨੇ ਸਾਗ ਦੇ ਦੇਣਾ। ਬੜਾ ਪਤੀਲਾ ਭਰ ਕੇ ਸਾਗ ਦਾ ਬਣਾਉਣਾ, ਬੇਸਣ ਬਣਾਉਣਾ, ਉਹਨੂੰ ਬੇਸਣ ਦੇ ਦੇਣਾ। ਉਹ ਅੱਜ ਵੀ ਬੱਚੇ ਉਹਨੂੰ ਯਾਦ ਕਰਦੇ ਆ। ਤੇ ਇਸ ਕਰਕੇ ਮਤਲਬ ਜੋ ਵੀ ਉਹਨੇ ਕਮਿਊਨਿਟੀ ਵਿੱਚ ਸੇਵਾ ਕੀਤੀ। ਜੇ ਇੱਕ ਔਰਤ ਨੇ ਕਿਹਾ, ਕਹਿੰਦੀ ਮੈਨੂੰ ਅੰਕਲ ਜੀ, ਆਂਟੀ ਜੀ ਆਹ ਬੇਸਣ ਬਣਾਉਣਾ ਦੱਸੋ। ਕਹਿੰਦੀ ਬੇਟੀ ਮੈਨੂੰ ਘਰ ਦਾ ਐਡਰੈਸ ਦੇ ਦੇ, ਮੈਂ ਤੇਰੇ ਬਣਾ ਕੇ ਘਰ ਦੇ ਆਉਂਗੀ। ਕੀ ਬਾਤ। ਤੇ ਉਹਦੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦੀ ਅੱਜ ਤੱਕ ਮੈਨੂੰ ਇਦਾਂ ਕਿਸੇ ਨੇ ਨਹੀਂ ਕਿਹਾ। ਇੱਦਾਂ ਕਈਆਂ ਨੇ ਉਹਨੂੰ ਕਿਹਾ ਵੀ ਸਾਨੂੰ ਬੇਸਣ ਬਣਾਉਣਾ ਦੱਸ ਦਿਓ। ਕਹਿੰਦੀ ਮੈਂ ਤੁਹਾਡੇ ਘਰ ਦੇ ਆਉਂਗੀ, ਦਿੱਤਾ ਵੀ ਆ, ਘਰ ਜਾ ਕੇ ਦੇ ਕੇ ਆਏ। ਤੇ ਇਸ ਕਰਕੇ ਉਹ ਮਤਲਬ ਜੋ ਵੀ ਉਹ ਕਮਿਊਨਿਟੀ ਵਿੱਚ ਸੇਵਾ ਕਰ ਸਕਦੀ ਆ, ਮੈਨੂੰ ਉਹਨੇ ਅੱਜ ਤੱਕ ਕਦੀ ਨਹੀਂ ਰੋਕਿਆ ਕਿ ਤੂੰ ਕਿਉਂ ਸਵੇਰ ਨੂੰ ਚੱਲ ਜਾਣਾ ਕਈ ਵਾਰੀ ਤੇ ਮਤਲਬ ਸ਼ਾਮ ਨੂੰ ਆਉਣਾ, ਤੇ ਕਦੀ ਨਹੀਂ। ਉਹਨੇ ਮੈਨੂੰ ਇਨਕਰੇਜ ਕਰਦੀ ਆ। ਫਿਰ ਕਈ ਵਾਰੀ ਕਹਿੰਦੀ ਆ, ਕਈ ਵਾਰੀ ਘਰ ਵਿੱਚ ਇਸ ਤਰ੍ਹਾਂ ਦਾ ਇਨਸੀਡੈਂਟ ਹੁੰਦਾ, ਕਹਿੰਦੇ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ, ਕੀ ਹੁੰਦਾ। ਮੈਂ ਇਹ ਕਹਿੰਦਾ, ਮੈਂ ਆਪਾਂ ਨੂੰ ਰੱਬ ਸਿਖਾਉਂਦਾ ਆ ਔਖੇ ਕੰਮ, ਔਖਾ ਟਾਈਮ ਕਈ ਵਾਰੀ ਦੇਖ ਕੇ ਸਿਖਾਉਂਦਾ। ਬਾਕੀ ਜੋ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ, ਜੋ ਕਮਿਊਨਿਟੀ ਦੀ ਸੇਵਾ ਕਰਦੇ ਹਾਂ, ਉਹਦਾ ਵਿਆਜ ਸਾਨੂੰ ਰੱਬ ਦੇਈ ਜਾਂਦਾ। ਦਿੱਤਾ ਬਹੁਤ ਆ, ਗਾਹਾਂ ਵੀ ਦਿੱਤਾ ਆ। ਤੇ ਇਸ ਤਰ੍ਹਾਂ ਮਤਲਬ ਇਹ ਨਹੀਂ ਪਈ ਮੈਨੂੰ ਮੈਂ ਅੱਜ ਮੈਂ ਟੈਕਸੀ ਚਲਾਉਣੀ ਸੀ, ਮੈਂ ਕਮਿਊਨਿਟੀ ਦੇ ਕੰਮ ਲਈ ਚਲਾ ਗਿਆ ਤੇ ਮੇਰੇ ਪੈਸੇ ਘਟ ਗਏ। ਮੈਂ ਕਦੀ ਇਹ ਨਹੀਂ ਦੇਖਿਆ, ਇਹ ਨਹੀਂ ਮੈਂ ਕਦੀ ਦੇਖਿਆ। ਪਰ ਮੈਨੂੰ ਪਤਾ, ਮੈਨੂੰ ਜਿੱਦਾਂ ਮੈਂ ਤੁਹਾਨੂੰ ਦੱਸਾਂ ਗੁਰਦੁਆਰਾ ਬਣਾਉਣਾ ਸੀ, ਮੇਰੇ ਘਰ 11 ਬੰਦੇ ਆ ਕੇ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਆ ਵੀ ਇੱਦਾਂ ਇੱਦਾਂ। ਮੈਂ ਕਿਹਾ ਠੀਕ ਹੈ, ਕਿੰਨੇ ਪੈਸੇ? ਕਹਿੰਦੇ 1 ਲੱਖ $1 ਚਾਹੀਦਾ। ਮੈਂ ਕਿਹਾ ਲਓ ਕੋਈ ਗੱਲ ਨਹੀਂ। ਕਈ ਵਾਰੀ ਵਾਈਫ ਮੈਨੂੰ ਕਹਿੰਦੀ ਤੂੰ ਇੱਕਦਮ ਦੇ ਦਿੱਤਾ। ਮੈਂ ਵੀ ਇੱਦਾਂ ਤੂੰ ਆਪਾਂ ਵਿਆਜ ਦਿੰਦੇ ਆ। ਮੈਂ ਕਿਹਾ ਇਹਦਾ ਵਿਆਜ ਆਪਾਂ ਨੂੰ ਰੱਬ ਦੇ ਹੀ ਜਾਂਦਾ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਪਿਛਲੇ 2 ਸਾਲਾਂ 'ਚ ਮੈਂ 3 ਘਰ ਲਏ ਆ।
ਜਿਨ੍ਹਾਂ ਦਾ ਮੈਨੂੰ ਤਕਰੀਬਨ $850 ਕਿਰਾਇਆ ਆਉਂਦਾ। ਤੇ ਮੈਂ ਉਹਨੂੰ ਇੱਕ ਮਿਸਾਲ ਦਿੱਤੀ, ਮੈਂ ਕਿਹਾ ਦੇਖੋ ਜੇ ਆਪਾਂ ਇਹ ਕੰਮ ਕੀਤਾ ਨਾ ਤੇ ਫਿਰ ਉਹਦੇ ਵਿੱਚ ਆਪਾਂ ਨੂੰ ਵਿਆਜ ਦਿੱਤਾ ਰੱਬ ਨੇ ਜੀ। ਕਹਿੰਦੇ ਠੀਕ ਹੈ। ਤੇ ਮੇਰਾ ਬੇਟਾ ਇਹ ਮਨਜਿੰਦਰ ਤੁਸੀਂ ਜਾਣਦੇ ਆ, ਉਹਦਾ ਸਕਾ ਭਰਾ ਅਮਰੀਕਾ ਆ। ਉਹਨੇ ਟੈਲੀਫੋਨ ਕੀਤਾ, ਕਹਿੰਦਾ ਅੰਕਲ ਜੀ ਮੈਂ ਘਰ ਲੈਣਾ। ਉਹਨੂੰ 50,000 ਅਮਰੀਕਨ ਭੇਜਿਆ, 70,000 ਇੱਥੇ ਦਾ ਪੈਂਦਾ। ਕਹਿੰਦਾ 2,000 ਮੇਰੇ ਤੇ ਪੁੱਛਣਾ। ਮੈਂ ਨਹੀਂ, ਮੈਂ ਆਪ ਵਿਆਜ ਦਿੰਦਾ। ਅਮਰੀਕਾ $1 ਮਿਲੀਅਨ ਦਾ ਮੇਰੇ ਕੋਲ ਲੋਨ ਆ, ਘਰ ਵੀ ਬਥੇਰੇ ਆ, ਵਰਕਸ਼ਾਪ ਪੇਡ ਆਫ ਸਾਰੇ ਹੈਗੇ, ਪਰ ਮੈਂ ਕਦੀ ਪਿੱਛੇ ਨਹੀਂ। ਮੈਂ ਠੀਕ ਹੈ। ਹੁਣ ਉਹਨੇ ਮੈਨੂੰ ਮਤਲਬ ਜਿੱਦਾਂ 40,000 ਇੱਥੇ ਦਾ ਭੇਜਿਆ, ਕਹਿੰਦਾ ਮੈਂ 30,000 ਹੋਰ ਰੁਪਏ ਮੈਂ ਅਗਲੇ ਫਰਵਰੀ 'ਚ ਭੇਜੂੰਗਾ। ਕੋਈ ਗੱਲ ਨਹੀਂ, ਉਹ ਵੀ ਕੰਮ ਕਰਦਾ। ਪਰ ਉਹਨੇ ਘਰ ਬੜੇ ਟੌਪ ਦਾ ਲਿਆ। ਜਦੋਂ ਅਸੀਂ ਗਏ ਸੀ ਉਦੋਂ ਹੀ ਉਹਦੀ ਰਜਿਸਟਰੀ ਹੋਈ ਸੀ 2018 ਵਿੱਚ। ਮੈਨੂੰ ਬੜਾ ਮਾਣ ਆ ਹੁੰਦਾ ਜਦੋਂ ਕਿਸੇ ਦੀ ਹੈਲਪ ਕਰਕੇ ਉਹ ਕਾਮਯਾਬ ਹੁੰਦਾ, ਤੇ ਦਿਲ ਬੜਾ ਠੰਡਾ ਹੁੰਦਾ, ਦਿਲ ਬਹੁਤ ਖੁਸ਼ ਹੁੰਦਾ ਕਿ ਮੈਂ ਕਿਸੇ ਦੀ ਮਦਦ ਕੀਤੀ ਆ। ਪਰ ਮੈਂ ਇਸ ਤਰ੍ਹਾਂ ਨਹੀਂ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਂ ਪਤਾ ਨਹੀਂ ਕਿੱਡਾ ਵੱਡਾ ਹੈਲਪਰ ਆ। ਪਰ ਜੋ ਮੈਂ ਕਰ ਸਕਦਾ ਆਪਣੀ ਔਕਾਤ ਵਿੱਚ ਆ ਕੇ ਇਹ ਮੈਂ ਕਰਦਾ। ਦੂਸਰੀ ਗੱਲ, ਮੈਂ ਜਦੋਂ ਅਰਦਾਸ ਕਰਦਾ ਨਾ, ਪਰਮਾਤਮਾ ਮੈਨੂੰ ਮੇਰੀ ਔਕਾਤ ਨਾ ਭੁਲਾਈ, ਕਿਉਂਕਿ ਮੈਨੂੰ ਆਪਣਾ ਬਚਪਨ ਯਾਦ ਆ ਕਿ ਮੈਂ ਇੱਕ ਫੈਕਟਰੀ ਵਿੱਚ 50 ਰੁਪਏ ਮਹੀਨੇ ਦੇ ਕੰਮ ਕਰਕੇ ਆਪਣੀਆਂ ਕਿਤਾਬਾਂ ਲਈਆਂ ਸੀਗੀਆਂ। ਘਰ ਵਿੱਚ ਗਰੀਬੀ ਸੀ। ਇਸ ਤਰ੍ਹਾਂ ਦੀ ਜਦੋਂ ਬੰਦਾ ਯਾਦ ਕਰਦਾ ਤੇ ਉਹ ਮੈਂ ਕਹਿੰਦਾ ਵੀ ਅੱਜ ਮੈਂ ਕਿੱਥੇ ਆ, ਉਸ ਵੇਲੇ ਕਿੱਥੇ ਸੀ। ਪਰਮਾਤਮਾ ਮੈਨੂੰ ਮੇਰੀ ਔਕਾਤ ਨਾ ਭੁਲਾਈ। ਇਸ ਕਰਕੇ ਇਹ ਜਿਹੜੇ ਜੋ ਬੰਦਾ ਆਪਣਾ ਪਿਛੋਕੜ ਨਹੀਂ ਭੁੱਲਦਾ ਨਾ, ਉਹ ਕਦੀ ਹੰਕਾਰ ਨਹੀਂ ਕਰਦਾ। ਮੈਂ ਇਹ ਕਹਿੰਦਾ ਮੈਨੂੰ ਪਰਮਾਤਮਾ ਕਦੀ ਵੀ ਹੰਕਾਰ ਨਾ ਮੇਰੇ ਰਤਾ ਵੀ ਹੋਣ ਨਹੀਂ ਕਿ ਮੈਂ ਆਹ ਕੀਤਾ ਇਹ ਤੈਅ ਕਰਾਇਆ ਤੇ ਗਾਹਾਂ ਤੈਅ ਕਰਾਉਣਾ, ਵੀ ਤੇਰਾ ਦਿੱਤਾ ਖਾ ਰਹੇ ਹਾਂ। ਤੇ ਇਸ ਕਰਕੇ ਉਹਨੇ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਹੈ। ਜੀ ਬਿਲਕੁਲ ਜੀ। ਦੋਸਤੋ, ਇੱਕ ਕਹਿੰਦੇ ਨੇ ਕਿ ਜਦੋਂ ਬਹੁਤ ਸਾਰਾ ਤਜਰਬਾ ਹੋਵੇ ਤੇ ਇੱਕ ਚੰਗੀ ਉਮਰ ਵੀ ਹੰਢਾ ਲਈ ਹੋਵੇ ਤੇ ਬਹੁਤ ਸਾਰਾ ਕੰਮ ਵੀ ਕੀਤਾ ਹੋਵੇ ਤਾਂ ਦਿਮਾਗ ਦੇ ਵਿੱਚ ਇੰਨੀ ਸਾਰਾ ਮੈਮਰੀ ਹੁੰਦੀ ਹੈ ਕਿ ਤੁਸੀਂ ਇੱਕ ਪਾਸੇ ਥੋੜਾ ਜਿਹਾ ਟੱਚ ਤਾਂ ਕਰੋ ਸਹੀ, ਤੂਫਾਨ ਆ ਜਾਂਦਾ ਵਿਚਾਰਾਂ ਦਾ। ਇੱਕ ਬਹੁਤ ਸਾਰਾ ਜਿੱਦਾਂ ਬੰਨ ਟੁੱਟਦਾ ਉਹ ਹਾਲ ਮੈਂ ਦੇਖ ਰਿਹਾ ਇਹਨਾਂ ਦੇ ਚਿਹਰੇ ਤੋਂ ਵੀ ਤੇ ਇਹਨਾਂ ਦੀਆਂ ਗੱਲਾਂ ਤੋਂ ਵੀ। ਅਗਲੇ ਸੈਗਮੈਂਟ ਦੇ ਵਿੱਚ ਇਸ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਹੜੇ ਇਲੈਕਸ਼ਨ ਲੜੇ ਔਰ ਉਹਨਾਂ ਦਾ ਤਜਰਬਾ ਕਿਸ ਤਰ੍ਹਾਂ ਰਿਹਾ। ਮੁੜਦੇ ਹਾਂ ਵਾਪਸ ਇਸ ਬ੍ਰੇਕ ਤੋਂ ਬਾਅਦ। ਤਦ ਤੱਕ ਇਸੇ ਤਰ੍ਹਾਂ ਹੀ ਰਾਬਤਾ ਦੇ ਇਸ ਮੰਚ ਦੇ ਉੱਪਰ ਬਣਾਈ ਰੱਖੋ ਰਾਬਤਾ। ਮੈਂ ਤੁਹਾਡਾ ਆਪਣਾ ਰੋਬੀ ਬੈਨੀਪਾਲ ਤੇ ਮੇਰੇ ਨਾਲ ਨੇ ਮੇਰੇ ਮਹਿਮਾਨ ਅਮਰੀਕ ਸਿੰਘ ਥਾਂਦੀ। ਵੈਲਕਮ ਬੈਕ ਜੀ। ਉਮੀਦ ਕਰਦੇ ਹਾਂ ਤੁਸੀਂ ਰਾਬਤਾ ਬਣਾਇਆ ਹੋਵੇਗਾ ਸਾਡੇ ਨਾਲ। ਇਸ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਅਮਰੀਕ ਸਿੰਘ ਥਾਂਦੀ ਹੋਰਾਂ ਦੇ ਨਾਲ। ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਐਡੀਲੇਡ ਸ਼ਹਿਰ ਦੇ ਵਿੱਚ ਰਹਿੰਦੇ ਹੋਏ ਪੋਲਿਟਿਕਸ ਦੇ ਵਿੱਚ ਆਪਣਾ ਹੱਥ ਅਜਮਾਉਣ ਦਾ ਜਾਂ ਆਪਣੀ ਕਿਸਮਤ ਅਜਮਾਉਣ ਦਾ ਤਜਰਬਾ ਕਿੱਦਾਂ ਦਾ ਰਿਹਾ। ਥਾਂਦੀ ਸਾਹਿਬ, 2 ਇਲੈਕਸ਼ਨ ਤੁਸੀਂ ਲੜੇ ਨੇ। ਹਾਂਜੀ। ਦੋਨਾਂ ਇਲੈਕਸ਼ਨਾਂ ਦੇ ਵਿੱਚ ਦੋਨੋਂ MLC ਦੇ ਸੀਗੇ ਜਾਂ MP ਦਾ ਵੀ ਸੀ? ਨਹੀਂ, ਇੱਕ MP ਦਾ ਸੀ ਤੇ ਇੱਕ MLC ਦਾ ਸੀ। ਜਿਹੜਾ MP ਦਾ ਸੀ ਉਹ ਮੈਨੂੰ ਆਪੋਜੀਸ਼ਨ ਲੀਡਰ ਨੇ ਬੁਲਾ ਕੇ ਮੈਂ ਤੇਰੇ ਘਰ ਆਉਣਾ ਜੀ, ਤੇ ਉਹਨੇ ਮੈਨੂੰ ਇਸ ਵਿੱਚ ਉਹਨਾਂ ਦੀ ਮਦਦ ਕਰਨ ਲਈ ਕਿਹਾ ਸੀ। ਅਸਲ ਵਿੱਚ ਮੈਂ ਉਹ ਇਲੈਕਸ਼ਨ ਲੜਨਾ ਨਾ ਸੀਗਾ। ਸੋ ਜਿਹੜਾ ਲੇਟੈਸਟ ਲੜਿਆ ਹਾਂਜੀ, ਤੁਸੀਂ ਉਹ MP ਸੀਗਾ। ਹਾਂਜੀ, ਉਹ MP ਦਾ ਸੀਗਾ ਕਿਉਂਕਿ ਉਹਨਾਂ ਨੂੰ ਮਦਦ ਚਾਹੀਦੀ ਸੀ। ਇਲੈਕਸ਼ਨ ਵਿੱਚ ਇੱਕ ਵੋਟ ਹਰ ਇੱਕ ਵੋਟ ਗਿਣੀ ਜਾਂਦੀ ਹੈ। ਉਹ ਕਹਿੰਦੇ ਵੀ
ਪਲੀਜ਼ ਸਾਡੀ ਮਦਦ ਕਰ। ਮੈਂ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਉਸ ਟਾਈਮ ਉਹਨਾਂ ਦੀ ਮੈਂ ਤੁਸੀਂ ਪਾਰਟੀ ਨੂੰ ਕਿਹੜੀ ਨੂੰ ਬਿਲੋਂਗ ਕਰਦੇ ਹੋ? ਮੈਂ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ। ਤੁਸੀਂ ਇੰਡੀਵਿਜੂਅਲ ਜਿਹੜਾ ਆਜ਼ਾਦ ਉਮੀਦਵਾਰ ਦੇ ਆਜ਼ਾਦ ਉਮੀਦਵਾਰ ਦੇ ਜੋ ਮੇਰੇ ਮੈਂ ਕਿ ਨਾ ਜਿਹੜੇ ਲਿਬਰਲ ਆ ਜੀ ਉਹਨਾਂ ਨਾਲ ਵੀ ਫਰੈਂਡਲੀ ਆ ਜੀ। ਤੇ ਮੈਂ ਲੇਬਰ ਨਾਲ ਵੀ ਫਰੈਂਡਲੀ ਆ। ਹੁਣ ਪਿੱਛੇ ਜਿਹੇ ਉਹਨਾਂ ਨੇ ਲੇਬਰ ਨੇ ਸਾਨੂੰ ਕੁਝ ਪੈਸੇ ਦਿੱਤੇ ਸੀ ਕਮਿਊਨਿਟੀ ਵਰਕ ਕਰਨ ਲਈ ਜੀ, ਤੇ ਉਹਨਾਂ ਨੇ ਮੈਨੂੰ ਇੱਕ ਪੋਲੀਟੀਸ਼ੀਅਨ ਨੇ ਕਿਹਾ ਤੂੰ ਲੇਬਰ, ਮੈਂ ਕਿਹਾ ਨਹੀਂ, ਮੈਂ ਕਿਹਾ ਤੁਸੀਂ ਮੈਨੂੰ ਮਿਸਅੰਡਰਸਟੈਂਡ ਕੀਤਾ। ਮੈਂ ਕਿਸੇ ਪਾਰਟੀ 'ਚ ਨਹੀਂ, ਮੈਂ ਤਾਂ ਸਿਰਫ ਇੰਡੀਪੈਂਡੈਂਟ ਆਜ਼ਾਦ ਆਦਮੀ ਹਾਂ। ਦੂਸਰੀ ਗੱਲ ਜਿਹੜਾ ਪਹਿਲਾ ਇਲੈਕਸ਼ਨ ਸੀਗਾ ਜੀ। ਉਹ ਮੇਰਾ ਕੋਈ ਐਕਸਪੀਰੀਅੰਸ ਨਹੀਂ ਸੀ, ਪਰ ਮੈਨੂੰ ਪੋਲੀਟੀਸ਼ੀਅਨਾਂ ਨੇ ਤੇ ਹੋਰ ਬੰਦਿਆਂ ਨੇ ਉਹ ਹੈਰਾਨ ਹੋ ਗਏ ਵੀ ਤੈਨੂੰ ਇੰਨੀਆਂ ਵੋਟਾਂ ਕਿੱਦਾਂ ਪੈ ਗਈਆਂ, ਤਕਰੀਬਨ 5000 ਦੇ ਲਾਗੇ ਵੋਟਾਂ ਕਿੱਦਾਂ ਪਈਆਂ MLC ਦੀਆਂ। ਉਹ ਤੇ ਜਿੱਤਣ ਵਾਸਤੇ ਮੇਰੇ ਖਿਆਲ 'ਚ 1000 ਚਾਹੀਦੀ, ਕਿੰਨੀ ਚਾਹੀਦੀ? ਨਹੀਂ ਸੁਣੋ ਦੱਸਾਂ, ਉਹਦੇ ਵਿੱਚ ਜੇ ਮੇਰੇ ਜਦੋਂ ਤੁਸੀਂ ਇਸ ਵਿੱਚ ਆਉਣੇ ਆ ਨਾ, ਮੇਰੇ ਤਾਂ ਕੋਈ ਐਕਸਪੀਰੀਅੰਸ ਨਹੀਂ। ਜੇ ਮੈਂ ਇਕੱਲਾ ਖੜਦਾ ਨਾ ਜੀ ਤੇ ਮੈਨੂੰ ਸਿਰਫ 3,500 ਵੋਟਾਂ ਚਾਹੀਦੀਆਂ ਸੀ। ਅੱਛਾ। ਮੈਂ ਕੀ ਕੀਤਾ, ਮਨਜਿੰਦਰ ਨੂੰ ਨਾਲ ਰਲਾ ਲਿਆ। ਜੀ। ਉਹਨਾਂ ਨੇ ਮੈਨੂੰ ਕੁਝ, ਮੈਂ ਇਹ ਕਹਿ ਸਕਦਾ, ਮੈਨੂੰ ਥੋੜ੍ਹਾ ਮਿਸਗਾਈਡ ਕੀਤਾ। ਕਹਿੰਦੇ ਨਹੀਂ ਤੂੰ ਟੌਪ ਲਾਈਨ ਤੇ ਜਾਏਗਾ, ਇਸ ਕਰਕੇ ਮੈਂ ਕਿਹਾ ਚਲੋ। ਉਹ ਮੈਂ ਮਨਜਿੰਦਰ ਨੂੰ ਨਾਲ ਰਲਾ, ਉਹਦੇ ਵਿੱਚ 83,000 ਤਕਰੀਬਨ 700 ਵੋਟਾਂ ਚਾਹੀਦੀਆਂ ਸੀ ਜੀ। ਤੇ ਜੇ ਮੈਂ ਇਕੱਲਾ ਖੜਦਾ ਉਹਦੇ ਵਿੱਚ ਮੈਨੂੰ 3,000 ਮਤਲਬ 250 ਵੋਟਾਂ ਚਾਹੀਦੀਆਂ ਸੀਗੀਆਂ। ਕਿਉਂਕਿ ਮੈਂ ਤੁਹਾਨੂੰ ਮਿਸਾਲ ਦਿੰਦਾ, ਜਿਹੜੀ ਜਿੰਗ ਲੀ ਆ ਨਾ ਜੀ, ਉਹ 3,127 ਵੋਟਾਂ ਨਾਲ ਜਿੱਤੀ ਆ। ਰੋਬਰਟ ਬ੍ਰੋਕਨਸ਼ਾਰ, ਉਹ ਪਹਿਲਾਂ ਪੁਲਿਸ ਵਿੱਚ ਹੀ ਰਿਹਾ, ਉਹ ਕਾਫੀ ਚਿਰ ਹੋ ਤੋਂ ਪੋਲੀਟੀਸ਼ੀਅਨ ਆ ਜੀ, ਉਹ ਇੱਕ ਵੋਟ ਤੇ ਹਾਰ ਗਿਆ, 3,126। ਫਿਰ 83 ਪਤਾ ਨਹੀਂ 87 ਟਰਮ ਵੋਟਾਂ ਗਿਣ ਹੋਈਆਂ, ਕਿਉਂਕਿ ਹਰ ਇੱਕ ਆਬਜੈਕਸ਼ਨ ਕਰਦਾ ਇੱਕ ਵੋਟ ਦਾ ਕਿੱਦਾਂ ਫਰਕ ਹੋ ਸਕਦਾ। ਜੀ। ਅਖੀਰ ਨੂੰ ਕੱਲੀ ਵੋਟ ਗਿਣੀ ਗਈ, ਫਿਰ ਮਤਲਬ ਉਹ ਜਿੰਗ ਲੀ ਜਿੱਤੀ। ਪਰ ਮੈਨੂੰ ਵੋਟਾਂ ਸਿਰਫ 3,500 ਚਾਹੀਦੀਆਂ ਸੀ। ਜੇ ਮੈਨੂੰ ਪਹਿਲਾਂ ਸਹੀ ਗਾਈਡ ਕੀਤਾ, ਮੈਂ ਕਿਸੇ ਪੋਲੀਟੀਸ਼ੀਅਨ ਨਾਲ ਨਹੀਂ ਗੱਲ ਕੀਤੀ, ਵਾਕਈ ਦੀ ਕਿਸੇ ਆਪਣੇ ਬੰਦੇ ਦੀ ਮੈਂ ਮਦਦ ਨਹੀਂ ਮੰਗੀ, ਪਰ ਮੈਂ ਇੱਕ ਵਾਰੀ ਮਤਲਬ ਥੋੜ੍ਹੇ ਜਿਹੇ ਆਪਣੇ ਪੋਸਟਰ ਲਾਤੇ ਜੀ। ਪਰ ਮੈਂ ਅੱਜ ਤੁਸੀਂ ਕਹਿੰਦੇ ਆ ਮੈਂ ਕਮਿਊਨਿਟੀ ਦੀ ਮਦਦ ਕੀਤੀ ਇਸ ਤਰ੍ਹਾਂ, ਪਰ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਮਿਊਨਿਟੀ ਦੇ ਉੱਤੇ ਜਦੋਂ ਉਹਨਾਂ ਨੂੰ ਕਹਿੰਦੇ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਵੀ ਤੁਸੀਂ ਇਲੈਕਸ਼ਨ ਵਿੱਚ ਖੜੇ ਹੋ ਰਹੇ ਆ ਤੇ ਤੁਸੀਂ ਮਰਨਾ ਨਹੀਂ ਹੈ। ਜਿਹੜੇ ਲੇਬਰ ਦੇ ਬੰਦੇ ਸੀ, ਕੋਈ ਲਿਬਰਲ ਦੇ ਬੰਦੇ, ਉਹਨਾਂ ਨੇ ਰਾਤੋਂ ਰਾਤ ਮੇਰੀਆਂ ਮਤਲਬ ਸਾਰੇ ਪੋਸਟਰ ਲਾਤੇ, ਕਹਿੰਦੇ ਹੋਰ ਛਪਾਲਾ ਅਸੀਂ ਹੋਰ ਲਾ ਦਾਂਗੇ। ਮੇਰੇ ਕੋਲ ਤਾਂ ਇੰਨੇ ਮਤਲਬ ਪੋਸਟਰ ਨਹੀਂ ਸੀ। ਫਿਰ ਮੈਨੂੰ ਪੋਰਟ ਅਗਸਟਾ ਤੋਂ, ਵਾਇਆਲਾ ਤੋਂ ਟੈਲੀਫੋਨ ਆਇਆ ਵੀ ਤੁਸੀਂ ਸਾਨੂੰ ਕੋਈ ਪੋਸਟਰ, ਮੈਂ ਉੱਥੇ ਜਾ ਕੇ ਦੇ ਕੇ ਆਇਆ। ਮਤਲਬ ਮੇਰੇ ਕਹਿਣ ਦਾ ਮੈਂ ਉਸ ਵੇਲੇ ਜਿੱਤ ਸਕਦਾ ਸੀਗਾ। ਮੈਨੂੰ ਸਿਰਫ 3,000 3,500 ਵੋਟਾਂ ਆਈਆਂ ਕਿ ਜੀ ਜੰਗਲੀ 3,127 ਵੋਟਾਂ ਨਜ਼ਰ, ਮੈਨੂੰ ਤਾਂ 5,000 ਵੋਟਾਂ ਪਈਆਂ ਸੀ। ਮੈਨੂੰ ਅਸਲ ਵਿੱਚ ਗਾਈਡ ਕਿਸੇ ਨੇ ਕੀਤਾ, ਮੈਂ ਜਾਂ ਮੇਰੀ ਗਲਤੀ ਲਾ, ਮੈਂ ਕਿਸੇ ਤੋਂ ਗਾਈਡੈਂਸ ਲਈ ਨਹੀਂ ਕਿਸੇ ਵੀ ਪੋਲੀਟੀਸ਼ੀਅਨ ਤੋਂ। ਇਹ ਵੋਟਾਂ ਦੀ ਗਿਣਤੀ ਕਿਸ ਤਰ੍ਹਾਂ ਹੁੰਦੀ ਆ, ਅਚਾਨਕ ਤੁਸੀਂ ਸੋਚਿਆ? ਇੱਕਦਮ ਹੀ 12 ਦਿਨਾਂ ਵਿੱਚ ਮੈਨੂੰ 5,000 ਵੋਟਾਂ ਮਿਲੀਆਂ। ਮੈਨੂੰ ਪੋਲੀਟੀਸ਼ੀਅਨ ਨੇ ਕਿਹਾ ਤੂੰ ਪਹਿਲਾਂ 1.5 ਮਹੀਨਾ ਜੇ ਤਾਂ ਖੜਨਾ ਹੀ ਸੀ, ਪਹਿਲਾਂ 1.5 ਮਹੀਨਾ ਤੂੰ ਆਪਣੀ ਕੈਂਪੇਨ ਸ਼ੁਰੂ ਕਰਦਾ, ਆਪਣੇ ਘਰੋਂ ਹੀ ਪੇਪਰ ਛਪਾ ਕੇ ਤੂੰ ਬਣਦਾ, ਤੇਰੇ ਦੋਸਤ ਮਿੱਤਰ ਹੈਗੇ ਆ। ਤੇ ਹੁਣ ਮੈਨੂੰ ਇਹ ਐਲਿਜ਼ਬeth ਵੱਲੋਂ ਜਦੋਂ ਉਹ ਬੈਲਟ 50 ਦੇ ਹੁੰਦੇ ਆ, ਮੈਂ ਦੇਖਿਆ 50 ਵਿੱਚੋਂ ਦੇਖਿਆ ਇੱਕ ਬੈਲਟ ਵਿੱਚ 47 ਮੇਰੀਆਂ ਸੀਗੀਆਂ, 3 ਸਿਰਫ ਕਿਸੇ ਹੋਰ ਦੀਆਂ ਵੋਟਾਂ ਸੀਗੀਆਂ। ਮੈਨੂੰ ਬੜਾ ਮਾਣ ਮਹਿਸੂਸ ਹੋ ਗਿਆ। ਮੈਂ ਕਿਹਾ ਵੀ ਲੋਕੀ ਕਹਿੰਦੇ ਆ ਲੋਕੀ ਮਤਲਬ ਪ੍ਰਸਤ ਆ, ਪਰ ਮੈਂ ਹੈਰਾਨ ਹੋ ਗਿਆ ਵੀ ਕਿਸ ਤਰ੍ਹਾਂ ਮੇਰੀ ਕਮਿਊਨਿਟੀ ਨੇ ਹੈਲਪ ਕੀਤੀ। 12 ਦਿਨਾਂ ਵਿੱਚ 5,000 ਵੋਟਾਂ ਲਈਆਂ। ਫਿਰ ਮੈਨੂੰ ਪੋਲੀਟੀਸ਼ੀਅਨਾਂ ਨੇ ਕਿਹਾ ਵੀ ਤੈਨੂੰ ਇੰਨੀਆਂ ਵੋਟਾਂ ਤੈਨੂੰ ਕਿੱਦਾਂ ਪੈ ਗਈਆਂ, ਤੂੰ ਤਾਂ ਕਈ ਕਮਿਊਨਿਟੀ ਵਿੱਚ ਜਾਣਦਾ ਹੀ ਨਾ ਸੀ ਕੋਈ। ਆਪੇ ਪਿੱਛੇ ਜਿਹੇ ਮੈਂ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਆਫਿਸ ਵਿੱਚ ਗਿਆ, ਉੱਥੇ ਮੈਂ ਇੱਕ ਸਟੈਚੂਟਰੀ ਡਿਕਲੇਰੇਸ਼ਨ ਤੇ ਸਾਈਨ ਕਰਾਉਣੇ ਸੀ। ਮੈਨੂੰ ਪਛਾਣ ਕੇ ਕਹਿੰਦਾ ਓ ਆਈ ਨੋ ਯੂ, ਕਹਿੰਦਾ ਵੀ you get really good vote. I couldn't believe it. Nobody know you. All of a sudden, everyone know you. मैं ਨੂੰ ਕਿਹਾ I do whatever I can for the community and the community. I do appreciate for the community. ਉਹ ਬਹੁਤ ਬੰਦਾ ਕਹਿੰਦਾ ਕਹਾਂ ਵੀ ਖੜਨਾ। ਮੈਂ ਕਿਹਾ ਕਹਿੰਦਾ ਤੇਰੀ ਉਮਰ ਕਿੰਨੀ ਆ? ਮੈਂ ਕਿਹਾ ਮੇਰੀ ਤਕਰੀਬਨ
67 ਸਾਲ ਤੋਂ ਉੱਪਰ ਉਮਰ ਆ, 67 ਲਾ ਲਾ। ਕਹਿੰਦਾ ਹਾਲੇ ਵੀ ਖਾਣਾ। ਮੈਂ ਕਿਹਾ ਇੱਥੇ 82 ਸਾਲ ਦਾ ਇੱਕ MLC ਆ, ਤੁਹਾਨੂੰ ਮੇਰੇ ਪਤਾ ਹੋਣਾ ਰਿਹਾ, ਤੇ ਇਸ ਕਰਕੇ ਮੈਂ ਕਿਉਂ ਨਹੀਂ ਖੜ ਸਕਦਾ। ਕਹਿੰਦਾ ਮੈਂ ਕਿਹਾ ਕਦੀ ਵੀ ਕਿਸੇ ਚੀਜ਼ ਤੋਂ ਇਹ ਨਹੀਂ ਕਿ ਮੈਂ ਇਹ ਨਹੀਂ ਕਰ ਸਕਦਾ। ਮੈਂ ਪਹਿਲਾਂ ਵੀ ਕਰ ਸਕਦਾ, ਜੇ ਮੈਨੂੰ ਅਸਲੀਅਤ ਗਾਈਡੈਂਸ ਹੁੰਦੀ ਮੈਂ ਜਿੱਤ ਸਕਦਾ ਸੀ। ਕਿਉਂਕਿ ਹੁਣ ਜਿੱਦਾਂ ਜੰਗਲੀ ਹੋਰ ਜੋ ਵੀ ਮੈਂ ਪੋਲੀਟੀਸ਼ੀਅਨ ਨੂੰ ਕਈ ਵਾਰੀ ਮਿਲਦਾ, ਉਹ ਕਹਿੰਦੇ ਉਹ ਇਹ ਸੋਚਦੇ ਆ ਵੀ ਜੇ ਇਹ ਇਕੱਲਾ ਖੜਦਾ ਇੰਨੀ ਵੋਟਾਂ ਲੈ ਕੇ ਮਤਲਬ ਕੋਈ ਨਾ ਕੋਈ ਸਾਡੇ ਵਿੱਚੋਂ ਰਹਿ ਜਾਣਾ ਸੀ। ਤੇ ਮੇਰੇ ਕਹਿਣ ਦਾ ਭਾਵ ਆਪ ਮੈਂ ਜੋ ਕਮਿਊਨਿਟੀ ਦੀ ਮਤਲਬ ਥੈਂਕ ਯੂ ਮਤਲਬ ਸ਼ੁਕਰੀਆ ਕਰ ਸਕਦਾ, ਮੈਂ ਹੈਰਾਨ ਆ। ਫਿਰ ਮੈਨੂੰ ਇੱਕਦਮ ਮੇਰੇ ਘਰ ਆ ਗਿਆ, ਕਹਿੰਦੇ ਦੱਸੋ ਕੀ ਕਰਨਾ ਅਸੀਂ। ਮੈਂ ਉਹਨੂੰ ਵੋਟ ਦਿੱਤੇ, ਕਹਿੰਦੇ ਹੋਰ ਛਪਾਲਾ ਅਸੀਂ ਹੋਰ ਮਤਲਬ ਲਾ ਦਿੰਦੇ ਆ। ਉਹਨਾਂ ਨੇ ਬਹੁਤ ਮਤਲਬ ਮੇਰੀ ਹੈਲਪ ਕੀਤੀ। ਮੈਂ ਕਿਸੇ ਤੋਂ ਹੈਲਪ ਨਹੀਂ ਪਹਿਲਾਂ ਮੰਗੀ, ਪਰ ਉਹਨਾਂ ਨੇ ਫਿਰ ਮੇਰੀ ਹੈਲਪ ਮੰਗੀ। ਫਿਰ ਦੂਸਰੀ ਗੱਲ, ਜਿਹੜੇ ਮੈਂ ਮਤਲਬ ਉੱਥੇ ਪਰਚੀਆਂ ਦੇਣ ਲਈ ਖੜੇ ਕੀਤੇ ਸੀਗੇ, ਉਹ ਉਹਨਾਂ ਨੂੰ ਮੈਂ ਪੇ ਕੀਤੇ ਆ $150 ਕੱਲੇ ਨੂੰ। ਮੈਂ ਕੋਈ ਕਿਸੇ ਨੂੰ ਮੈਂ ਨਹੀਂ, 1-2 ਵਲੰਟੀਅਰ 2-4 ਹੋਣਗੇ, 10 ਹੋਣਗੇ, ਪਰ 20 ਹੋਣਗੇ, ਪਰ ਜ਼ਿਆਦਾ ਜਿਹੜੇ ਸੀਗੇ ਮੈਂ ਉਹਨਾਂ ਨੂੰ $150 ਤੇ ਦੇ ਕੇ ਉਹਨਾਂ ਨੂੰ ਖੜਾ ਕੀਤਾ ਸੀ। ਮੇਰੇ ਕੋਲ ਹਿਸਾਬ ਹੈ ਜਿੱਥੋਂ ਮੈਂ ਆਪਣਾ ਪੈਸੇ ਉਹਨਾਂ ਨੂੰ ਮਤਲਬ ਟ੍ਰਾਂਸਫਰ ਕੀਤੇ ਆ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਐਵੇਂ, ਕਿਉਂਕਿ ਮੈਂ ਆਪਣਾ ਰਿਕਾਰਡ ਰੱਖਿਆ, ਕੱਲ ਨੂੰ ਮੈਨੂੰ ਕਹਿਣ ਵੀ ਸਾਨੂੰ ਪੈਸੇ ਨਹੀਂ ਦਿੱਤੇ। ਤੇ ਮੈਨੂੰ ਫਿਰ ਜਿਹੜੇ ਇੱਥੇ ਦੇ ਮਤਲਬ ਆਸਟ੍ਰੇਲੀਅਨ ਕਮਿਊਨਿਟੀ ਦੇ ਬੰਦੇ ਆ, ਉਹਨਾਂ ਨੇ ਮੈਨੂੰ ਮੈਸੇਜ ਕਹਿੰਦੇ ਅਸੀਂ ਹੈਰਾਨ ਆ ਵੀ ਤੂੰ ਉਹਨਾਂ ਨੂੰ ਪੈਸੇ ਦਿੱਤੇ ਆ, ਵੀ ਇੱਥੇ ਕੋਈ ਕਿਸੇ ਪੋਲੀਟੀਸ਼ੀਅਨ ਨੇ ਪੈਸੇ ਨਹੀਂ ਦਿੱਤੇ ਹੈ, ਉਹ ਵਲੰਟੀਅਰ ਮੰਗਦੇ ਆ। ਮੈਂ ਕੋਈ ਗੱਲ ਨਹੀਂ, ਮੈਂ ਪੈਸੇ ਦਿੱਤੇ ਆ। ਮੈਂ ਇੱਥੇ ਦੇ ਜਿਹੜੇ ਖਾਸ ਕਰ ਸਟੂਡੈਂਟ ਸੀਗੇ ਮੈਂ ਉਹ ਇੰਪਲੋਏ ਕੀਤੇ ਸੀ। ਅੱਛਾ ਥਾਂਦੀ ਸਾਹਿਬ, ਉਹ ਪੈਸੇ ਤੁਸੀਂ ਇਸ ਲਈ ਦਿੱਤੇ ਆ ਕਿ ਤੁਹਾਡੇ ਕੋਲ ਪੈਸੇ ਹੈ ਇਨਫ ਨੇ ਬਿਕੋਜ਼ ਯੂ ਆਰ ਅ ਗੁੱਡ ਬਿਜ਼ਨਸਮੈਨ ਅਰਨਿੰਗ ਗੁੱਡ ਮਨੀ, ਜਾਂ ਇਸ ਲਈ ਦਿੱਤੇ ਆ ਕਿ ਤੁਸੀਂ ਐਥੀਕਲੀ ਸੋਚਿਆ ਕਿ ਯਾਰ ਉਹਨਾਂ ਨੂੰ ਫ੍ਰੀ ਦੇ ਵਿੱਚ ਨਹੀਂ ਟਾਈਮ ਕਿਸੇ ਦਾ ਯੂਜ਼ ਕਰਨਾ ਚਾਹੀਦਾ ਕਿਉਂਕਿ ਸਮੇਂ ਦੀ ਵੈਲਿਊ ਹੈ ਬਹੁਤ ਇੱਥੇ। ਸੋ ਕੀ ਸੀ ਉਹਦੇ ਪਿੱਛੇ ਥਾਟ ਕੀ ਸੀ? ਪਹਿਲੀ ਗੱਲ ਤਾਂ ਸਟੂਡੈਂਟ ਹਰ ਇੱਕ ਚੀਜ਼ ਵਿੱਚ ਸਟਰਗਲ ਕਰਦੇ ਆਪਣੀ ਫੀਸ ਦੇਣ ਲਈ। ਜੋ ਜਿੰਨੇ ਸਟੂਡੈਂਟ ਸੀਗੇ ਮੈਂ ਉਹਨਾਂ ਨੂੰ ਪੈਸੇ ਦਿੱਤੇ, ਬਾਕੀਆਂ ਨੇ ਆਪਣੇ ਆਪ ਵਲੰਟੀਅਰ ਕਿਹਾ ਵੀ ਅਸੀਂ ਇੱਥੇ ਦੇ ਮਤਲਬ ਸਿਟੀਜ਼ਨ ਆ, ਅਸੀਂ ਤੁਹਾਡੇ ਕੋਲ ਪੈਸੇ ਨਹੀਂ ਲਏ। ਮੈਂ ਉਹਨਾਂ ਦੀ ਮਤਲਬ ਜਿਹੜੀ ਥਾਟ ਆ ਉਹਨੂੰ ਮੈਂ ਅਪਰੀਸ਼ੀਏਟ ਕਰਦਾ। ਉਹਨਾਂ ਨੇ ਪੈਸੇ ਨਹੀਂ ਲਏ, ਪਰ ਜਿਹੜੇ ਸਟੂਡੈਂਟ ਆ ਮੈਂ ਸਾਰੇ ਸਟੂਡੈਂਟਾਂ ਨੂੰ ਪੈਸੇ ਦਿੱਤੇ। ਈਵਨ ਮੇਰੇ ਪਿੰਡ ਦਾ ਸੀ ਉਹਨੂੰ ਵੀ ਪੈਸੇ ਦਿੱਤੇ ਆ, ਉਹਦੇ ਨਾਲ ਜਿਹੜੇ ਬੰਦੇ ਸੀ ਕਹਿੰਦੇ ਮੈਂ ਲਿਆਉਣਾ ਉਹਨਾਂ ਨੂੰ ਵੀ ਪੈਸੇ ਦਿੱਤੇ ਆ। ਮਤਲਬ ਮੈਂ ਇੱਕ ਸਟੂਡੈਂਟ ਜੋ ਇੱਥੇ ਸਟਰਗਲ ਕਰਦੇ ਉਹਨਾਂ ਨੂੰ ਮੈਂ ਪੈਸੇ ਲੈ ਕੇ ਦਿੱਤੇ, ਕਿਉਂਕਿ ਜਦੋਂ ਵੀ ਕੋਈ ਕਹਿੰਦਾ ਅੰਕਲ ਜੀ ਮੈਨੂੰ ਇੱਕ ਬੰਦਾ ਚਾਹੀਦਾ, ਖਾਸ ਕਰ ਰਿਵਰਲੈਂਡ ਤੋਂ ਮੈਂ 10 ਬੰਦੇ ਭੇਜੇ ਹੋਣਗੇ ਫਰੂਟ ਪਿਕਿੰਗ ਲਈ, ਉਹ ਮੈਨੂੰ ਟੈਲੀਫੋਨ ਕਰਦੇ ਆ ਵੀ ਅੰਕਲ ਜੀ ਸਾਨੂੰ ਜੌਬ ਚਾਹੀਦੀ ਆ ਫਰੂਟ ਪਿਕਿੰਗ ਲਈ, ਜਾਂ ਇੱਥੇ ਵਰਜੀਨੀਆ ਕਿਸੇ ਨੂੰ ਬੰਦਾ ਚਾਹੀਦਾ ਉਹ ਮੈਨੂੰ ਟੈਲੀਫੋਨ ਕਰਦੇ। ਮੈਂ ਕਿਸਮ ਦਾ ਮੈਨੂੰ ਸੈਂਟਰਲ ਜਿਹਾ ਬਣਾਇਆ ਆ, ਜੇ ਕੋਈ ਬੰਦਾ ਚਾਹੀਦਾ ਇਹਨੂੰ ਦੱਸੋ, ਇਹਨੇ ਅੱਗੇ ਟੈਲੀਫੋਨ ਕਰ ਦੇਣਾ। ਹੁਣ ਮੈਂ ਉੱਥੇ ਬੰਦੇ ਚਾਹੀਦੇ ਕੁਛ, ਮੈਂ ਫੇਸਬੁੱਕ ਤੇ ਪਾ ਦਿੱਤਾ ਵੀ ਇਸ ਤਰ੍ਹਾਂ ਫਰੂਟ ਪਿਕਿੰਗ ਲਈ ਬੰਦੇ ਚਾਹੀਦੇ ਆ। ਇੱਕਦਮ ਮੈਨੂੰ ਟੈਲੀਫੋਨ ਆਇਆ, ਤੁਸੀਂ ਦੇਖਿਆ ਹੋਣਾ ਫੇਸਬੁੱਕ ਤੇ ਮੈਂ ਉੱਥੇ ਬੰਦੇ ਭੇਜੇ, ਉਹਨਾਂ ਦਾ ਨਾਮ ਲੈ ਤਾਂ ਉਹਨਾਂ ਨੇ ਉੱਥੋਂ ਚੱਕ ਕੇ ਆਪਣੇ ਲੈ ਗਿਆ, ਉਹਨਾਂ ਨੂੰ ਅਕਮੋਡੇਸ਼ਨ ਦਿੱਤੀ ਆ। ਫਿਰ ਉਹਨਾਂ ਕੋਲ ਕਾਰ ਆਇਆ ਵੀ ਉਹ ਆ ਜਾਂਦੇ ਸੀ ਆਪਣੇ ਕਾਲਜ ਅਟੈਂਡ ਕਰਨ ਲਈ, ਤੇ ਉੱਥੇ ਉਹਨਾਂ ਨੂੰ ਮਤਲਬ ਆਪਣਾ ਖਾਣਾ ਬਣਾਉਂਦੇ ਸੀ ਸਭ ਕੁਛ। ਤੇ ਕਿਉਂਕਿ ਮੈਂ ਰਿਵਰਲੈਂਡ ਰਿਹਾ ਹਾਂ, ਸਾਨੂੰ ਪਤਾ ਕਿਸ ਤਰ੍ਹਾਂ ਦਾ ਉੱਥੇ ਕੰਮ ਆ। ਅਸੀਂ ਜਦੋਂ ਇਹਨਾਂ ਦਿਨਾਂ ਵਿੱਚ ਮਤਲਬ ਅਸੀਂ ਕੰਮ ਕਰ ਦਿੰਦੇ ਸੀ ਤੇ $100 ਮਿਨੀਮਮ $120-150 ਤੱਕ ਕਮਾ ਲੈਂਦੇ ਸੀ। ਉਸ ਦਿਨ ਵਿੱਚ $150 ਬਹੁਤ ਸੀ, ਪਰ ਕੋਈ ਕਰਦੇ ਨਾ ਸੀ, ਬਹੁਤ ਘੱਟ ਕਰਦੇ ਬੰਦੇ ਕਰਦੇ ਸੀ। ਤੇ ਸਖਤ ਕੰਮ ਕਾਫੀ ਕੀਤਾ। ਫਿਰ ਗੁੱਟ ਸੌਂ ਜਾਣੇ ਰਾਤ ਨੂੰ, ਉਹਨਾਂ ਦੇ ਡੀਪ ਹੀਟ ਲਾ ਕੇ ਸੌਣਾ। ਜਿਹੜੀ ਮਿਹਨਤ ਆ ਹਰ ਇੱਕ। ਕਿੰਨੇ ਸਾਲ ਦੇ ਸੀ ਉਦੋਂ ਤੁਸੀਂ? ਉਦੋਂ ਮੈਂ 28 ਸਾਲ ਦਾ ਸੀ। ਹਾਂਜੀ। ਤੇ ਕੰਮ ਵੀ ਅਸੀਂ ਹੋਰ ਬੰਦੇ ਸੀਗੇ, ਅਸੀਂ ਉਹਨਾਂ ਦੇ ਨਾਲ ਕੇ ਕਰਦੇ, 4 ਬੰਦੇ ਅਸੀਂ ਬਿਨ ਭਰਦੇ ਹੁੰਦੇ ਸੀਗੇ, ਸਾਨੂੰ $25 ਦਿੰਦੇ ਹੁੰਦੇ ਸੀ। ਇੱਦਾਂ ਕਾਫੀ ਮਤਲਬ ਸੀਗਾ। ਅਸੀਂ ਫਿਰ ਗਰੇਪ ਤੋੜਨੇ, ਫਿਰ ਸਟੋਨ ਫਰੂਟ ਜਿੱਦਾਂ ਐਪਰੀਕੋਟ, ਉਹਨਾਂ ਦੀ ਕਟਾਈ ਕਰਨੀ, ਹਰ ਤਰ੍ਹਾਂ ਦਾ ਕੰਮ ਕੀਤਾ। ਤੁਸੀਂ ਉਹ ਲਾਈਫ ਦੇਖੀ ਉਦੋਂ ਆ ਕੇ, ਇਹ ਬਹੁਤ ਪੁਰਾਣੀ ਗੱਲ, ਅੱਜ ਤੋਂ 40 ਸਾਲ ਪੁਰਾਣੀ ਗੱਲ ਕਰ ਰਹੇ ਹੋ। ਅੱਜ ਵੀ ਸਟੂਡੈਂਟ ਆਉਂਦੇ ਨੇ, ਅੱਜ ਉਹ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਉਸੇ ਤਰ੍ਹਾਂ। ਅੱਜ ਦੇ ਨਿਊ ਕਮਰਸ ਦੀ, ਚਾਹੇ ਉਹ ਸਟੂਡੈਂਟ ਨੇ ਚਾਹੇ ਮਾਈਗ੍ਰੈਂਟਸ ਨੇ, ਉਹਨਾਂ ਦੇ ਲਾਈਫ ਸਟਾਈਲ ਜਾਂ ਉਹਨਾਂ ਦੀ
ਈਜ਼ੀਨੈਸ ਤੇ ਉਸ ਸਮੇਂ ਦੇ ਵਿੱਚ ਜਦੋਂ ਕੰਪੇਅਰ ਕਰਕੇ ਦੇਖਦੇ ਹੋ, ਤੁਸੀਂ ਪਿੱਛੇ ਝਾਤੀ ਮਾਰਦੇ ਹੋ, ਤਾਂ ਕੀ ਸੋਚਦੇ ਹੋ ਕਿੰਨਾ ਕੁ ਫਰਕ ਹੈ? ਬਹੁਤ ਫਰਕ ਆ। ਜਿਹੜੇ ਜੀ। ਅੱਜ ਕੱਲ ਬੱਚਿਆਂ ਦੀ ਥੋੜ ਆ ਨਾ, ਹੂੰ। ਉਹ ਬਹੁਤ ਬਦਲੀ ਹੋਈ ਆ। ਜੀ। ਮਤਲਬ ਇੱਥੇ ਨਹੀਂ, ਹਰ ਇੱਕ ਜਗ੍ਹਾ ਦੁਨੀਆ ਵਿੱਚ ਜਿਹੜੀ ਚੇਂਜਸ ਆ ਨਾ, ਜਿੱਦਾਂ ਹੁਣ ਕਿਸੇ ਕਮਿਊਨਿਟੀ ਦੇ ਵਿੱਚ, ਕਿਸੇ ਕਮਿਊਨਿਟੀ ਵਿੱਚ ਉਹ ਚੇਂਜਸ ਆਈ ਆ ਆਪਣੇ, ਉਹਨੇ ਜੀ, ਮਤਲਬ ਬਹੁਤ ਸੋਚਿਆ। ਦੂਸਰੀ ਗੱਲ ਇਹ, ਆਪਣੀਆਂ ਧੀਆਂ ਭੈਣਾਂ ਮਾਵਾਂ ਜਦੋਂ ਜਾਂਦੀਆਂ ਨਾ, ਉਹਨਾਂ ਨੂੰ ਜਦੋਂ ਉਹ ਜਾਂਦੇ ਤੁਰੇ ਜਾਂਦੇ ਆ, ਪਹਿਲੀ ਗੱਲ ਤਾਂ ਆਪਣੇ ਜਿਹੜੀਆਂ ਧੀਆਂ ਭੈਣਾਂ ਉਹ ਕਈ ਵਾਰੀ ਵਾਲ ਇਸ ਤਰ੍ਹਾਂ ਦੇ ਰੰਗ ਲੈਂਦੀਆਂ ਤੇ ਉਹਨਾਂ ਨੂੰ ਜੀ। ਪਤਾ ਨਹੀਂ ਲੱਗਦਾ ਹੈ ਵੀ ਇਹ ਗੋਰੀਆਂ ਜਾਂ ਕੁਛ ਨਹੀਂ। ਹੂੰ, ਉਹ ਇਸ ਤਰ੍ਹਾਂ ਗਾਲਾਂ ਕੱਢਦੇ ਆ ਬਹੁਤ ਗੰਦੀਆਂ ਗੰਦੀਆਂ, ਤੇ ਕਈ ਵਾਰੀ ਜਿਹੜੀਆਂ ਧੀਆਂ ਭੈਣਾਂ ਉਹ ਕਹਿੰਦੀਆਂ ਕਿ ਤੁਹਾਨੂੰ ਤੁਹਾਡੀਆਂ ਮਾਵਾਂ ਭੈਣਾਂ ਘਰ ਨਹੀਂ ਹੈਗੀਆਂ। ਮੈਂ ਇਸ ਕਰਕੇ ਜਿਹੜੇ ਨਵੇਂ ਸਟੂਡੈਂਟ ਇੱਥੇ ਨੇ ਜਾਂ ਬਾਹਰ ਨੇ, ਅਮਰੀਕਾ ਕੈਨੇਡਾ, ਉਹਨਾਂ ਨੂੰ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਕਦੀ ਵੀ ਤੁਰੇ ਜਾਂਦੇ ਇਕੱਠੇ ਗਾਲ, ਇਹ ਗਾਲ ਦਾ ਜਿਹੜਾ ਇਹ ਸਿਲਸਿਲਾ ਬੰਦ ਕਰ ਦਿਓ ਹੂੰ। ਤੇ ਆਪਣੀ ਅੱਛੀ ਸੋਚ ਰੱਖੋ ਤੇ ਅੱਛੇ ਕੰਮ ਕਰੋ। ਮੇਰੇ ਖਿਆਲ 'ਚ ਬਹੁਤ ਸਾਰੇ ਸ਼ਬਦ ਵੀ ਅੱਜ ਕੱਲ੍ਹ ਦੇ ਜਿਹੜੇ ਮੀਡੀਆ, ਜਿੱਦਾਂ ਕਿ ਕੋਈ ਮੂਵੀ ਵੀ ਦੇਖਦੇ ਆ, ਉਹਦੇ ਵਿੱਚ ਉਹ ਸ਼ਬਦ ਆਮ ਵਰਤੇ ਜਾਣ ਲੱਗ ਪਏ ਹਾਂਜੀ, ਨੇ, ਹਾਂਜੀ। ਜਿਹੜੇ ਪਹਿਲਾਂ ਜੇ ਕਿਤੇ ਬੋਲ ਦਿੱਤੇ ਜਾਂਦੇ ਤਾਂ ਇਹ ਹੁੰਦਾ ਸੀ ਕਿ ਘਰ ਦੇ ਵਿੱਚ ਇਹ ਬੰਦਾ ਹੁਣ ਬਹੁਤ ਜ਼ਿਆਦਾ ਗੁੱਸੇ 'ਚ ਆ, ਹਾਂਜੀ। ਜਾਂ ਕਹਿ ਲਈਏ ਕਿ ਇਸਨੇ ਇਹ ਗਾਲ ਕੱਢ ਦਿੱਤੀ ਹੈ ਜਾਂ ਇਹ ਸ਼ਬਦ ਵਰਤ ਲਿਆ ਤਾਂ ਹੁਣ ਮਤਲਬ ਲੜਾਈ ਹੋਣ ਦੇ ਚਾਂਸਸ ਨੇ। ਸੋ ਇਹ ਤੁਸੀਂ ਵੀ ਫੀਲ ਕਰਦੇ ਹੋ ਜਾਂ ਮੈਂ ਇਕੱਲਾ? ਨਹੀਂ, ਮੈਂ ਵੀ ਇਹ ਫੀਲ ਕਰਦਾ ਕਿਉਂਕਿ ਕੋਰਟ ਕੇਸ ਹੋਇਆ ਸੀ, ਉਹਦੇ ਵਿੱਚ ਕਿਸੇ ਨੇ ਗਲਤ ਲਫ਼ਜ਼ ਬੋਲਿਆ ਸੀ ਜੀ। ਤੋ ਜੱਜ ਕਹਿੰਦਾ ਇਹ ਤਾਂ ਅੱਜ ਕੱਲ ਆਮ ਵਰਤਿਆ ਜਾਂਦਾ, ਇਹਦਾ ਕੋਈ ਨਹੀਂ, ਉਹਨੇ ਕੇਸ ਰਿਜੈਕਟ ਕਰ ਦਿੱਤਾ ਸੀ। ਸੋ ਮਤਲਬ ਕੋਰਟ ਵੀ ਇਸ ਚੀਜ਼ ਨੂੰ ਐਕਸੈਪਟ ਕਰਦੇ ਆ ਜੀ। ਤੇ ਮੈਂ ਇੱਥੇ ਇਸ ਚੀਜ਼ ਮੈਂ ਹੈਰਾਨ ਰਹਿ ਗਿਆ ਕਿਉਂਕਿ ਮੇਰੇ ਕੋਲ ਪੇਪਰ ਰੋਜ਼ਾਨਾ ਮੈਂ ਪੇਪਰ ਮੰਗਾਉਂਦਾ, ਜੀ। ਘਰ ਪੇਪਰ ਆਉਂਦਾ, ਮੈਂ ਕਿਤੇ ਜਦੋਂ ਟਾਈਮ ਮਿਲਿਆ ਮੈਂ ਟੀਵੀ ਵੀ ਦੇਖ ਲੈਂਦਾ ਜਾਂ ਉਹਦੇ ਉੱਤੇ ਟੈਲੀਫੋਨ ਤੇ ਨਿਊਜ਼ ਦੇਖ ਲੈਂਦਾ। ਤੇ ਅੱਜ ਕੱਲ੍ਹ ਇਹ ਨਾ ਐਕਸੈਪਟੇਬਲ ਆ। ਮੈਂ ਇੱਕ ਚੀਜ਼ ਹੋਰ ਦੇਖੀ ਹੈ, ਜਿਹੜੀਆਂ ਇੱਥੇ ਦੀਆਂ ਲੜਕੀਆਂ ਜ਼ਿਆਦਾ ਗਾਲਾਂ ਕੱਢਦੀਆਂ ਬੰਦਿਆਂ ਨੂੰ, ਤੁਸੀਂ ਨੋਟਿਸ ਕੀਤਾ ਹੋਊਗਾ। ਜੀ ਬਿਲਕੁਲ ਜੀ, ਬਿਲਕੁਲ। ਇਸ ਕਰਕੇ ਮਤਲਬ ਜਿਹੜੇ ਇੱਥੇ ਦੇ ਗੋਰੇ ਰਹਿਣ ਵਾਲੇ ਆ, ਤੇ ਹੁਣ ਮੈਂ ਤੁਹਾਨੂੰ ਬਿਲਕੁਲ ਆਪਾਂ ਗੱਲਬਾਤ ਜਾਰੀ ਰੱਖਾਂਗੇ। ਛੋਟੀ ਜਿਹੀ ਲੱਗੇ ਬ੍ਰੇਕ ਤੋਂ ਬਾਅਦ ਇੱਥੋਂ ਦੇ ਲੀਗਲ ਜਿਹੜੀਆਂ ਓਬਲੀਗੇਸ਼ਨਸ ਨੇ ਉਹਨਾਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਦੋਸਤੋ, ਬਿਕੋਜ਼ ਇਹਨਾਂ ਦਾ ਤਜਰਬਾ ਬਹੁਤ ਜ਼ਿਆਦਾ, ਬਹੁਤ ਸਾਰੇ ਕੇਸ, ਬਹੁਤ ਸਾਰੇ ਸਿਨੈਰੀਓ ਇਹਨਾਂ ਦੇ ਦਿਮਾਗ, ਇਹਨਾਂ ਦੀ ਨਜ਼ਰ ਰਾਹੀਂ ਲੰਘ ਚੁੱਕੇ ਨੇਗੇ। ਉਹਨਾਂ ਦੇ ਬੇਸ ਦੇ ਉੱਪਰ ਕਿੱਥੇ ਕੀ ਹੋਇਆ ਔਰ ਕਿਸ ਤਰ੍ਹਾਂ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੇ ਹਾਂ ਕਿ ਕੁਝ ਐਦਾਂ ਦੀ ਗੱਲ ਕਹਿ ਦਈਏ ਜਾਂ ਕਰ ਜਾਈਏ ਜਿਹੜੀ ਸਾਨੂੰ ਲੀਗਲੀ ਇੱਕ ਬਹੁਤ ਵੱਡੀ ਟਰਬਲ ਵੱਲ ਲੈ ਕੇ ਜਾਵੇ, ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹੁਣੇ ਮਿਲਦੇ ਹਾਂ ਤੁਹਾਡੇ। ਜੀ ਵੈਲਕਮ ਬੈਕ। ਪ੍ਰੋਗਰਾਮ ਚੱਲ ਰਿਹਾ ਜੀ ਈਸਟ ਵੈਸਟ ਵਿਦ ਬੈਨੀਪਾਲ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਮੇਰੇ ਮਹਿਮਾਨ ਉਹੀ ਸ਼ਖਸੀਅਤ ਅਮਰੀਕ ਸਿੰਘ ਥਾਂਦੀ, ਉਹਨਾਂ ਨਾਲ ਗੱਲਬਾਤ ਕਰਾਂਗੇ ਇੱਥੋਂ ਦੀਆਂ ਲੀਗਲ ਓਬਲੀਗੇਸ਼ਨਸ ਦੀ। ਥਾਂਦੀ ਸਾਹਿਬ, ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਦੇਖੀਆਂ ਨੇ, ਇੱਦਾਂ ਦੀਆਂ ਗੱਲਾਂ ਦੇਖੀਆਂ ਜਿੱਥੇ ਤੁਸੀਂ, ਬਿਕੋਜ਼ ਮੈਂ ਇਹ ਗੱਲ ਕਿਉਂ ਪੁੱਛ ਰਿਹਾ ਕਿ ਤੁਹਾਨੂੰ ਮੈਂ ਕਈ ਵਾਰੀ ਤੁਹਾਡੇ ਅੰਦਰਲੇ ਉਸ ਗੁੱਸੇ ਨੂੰ ਮਹਿਸੂਸ ਕੀਤਾ ਕਿ ਤੁਸੀਂ ਕਿਹਾ ਕਿ ਯਾਰ ਇਹ ਬੱਚੇ ਇੱਦਾਂ ਨਹੀਂ ਕਰਦੇ। ਟੈਕਸੀ ਇੰਡਸਟਰੀ ਦੇ ਵਿੱਚ ਤੁਸੀਂ ਰਹੇ ਹੋ, ਪੋਜੀਸ਼ਨਸ ਦੇ ਉੱਪਰ ਰਹੇ ਹੋ, ਤੇ ਤੁਸੀਂ ਬਹੁਤ ਸਾਰੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਵਰ ਕਰਨ ਦੀ। ਉਹ ਕਿਹੜੀਆਂ ਗਲਤੀਆਂ ਜਿਹੜੇ ਸਾਡੇ ਨਿਊ ਕਮਰਸ ਇੱਥੇ ਆ ਕੇ ਕਰ ਜਾਂਦੇ ਆ ਤੇ ਉਹਨਾਂ ਨੂੰ ਕਵਰ ਕਰਨ ਵਾਸਤੇ ਜਿਹੜੇ ਸੀਨੀਅਰ ਇੱਥੇ ਰਹਿੰਦੇ ਆ, ਜਾਂ ਚਲੋ ਚਾਹੇ ਉਹ ਖੁਦ ਵੀ ਆਪਣੇ ਐਫਰਟਸ ਕਰਦੇ ਆ ਤੇ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ ਆ, ਤੇ ਉਹ ਗੁੱਸਾ ਵੀ ਤੁਸੀਂ ਲਈ ਫਿਰਦੇ ਹੋ ਆਲਵੇਜ਼, ਹਮੇਸ਼ਾ ਕੋਸ਼ਿਸ਼ ਜਿੱਦਾਂ ਬਜ਼ੁਰਗਾਂ ਦੀ ਤਰ੍ਹਾਂ ਤੁਹਾਡਾ ਹੁੰਦਾ ਕਿ ਵੀ ਯਾਰ ਤੁਸੀਂ ਮੰਨਦੇ ਨਹੀਂ, ਅਸੀਂ ਬਥੇਰਾ ਜ਼ੋਰ ਲਾਉਣੇ ਆ। ਕਿੱਥੇ ਕਿੱਥੇ ਸਾਡੀ ਜਵਾਨੀ ਆ ਜਾਂ ਨਿਊ ਕਮਰਸ ਨੇ ਉਹ ਫੇਲ ਹੋ ਜਾਂਦੇ ਨੇ? ਜਿਹੜੇ ਨਵੇਂ ਬੱਚੇ ਆਉਂਦੇ ਨਾ, ਜਦੋਂ ਆਸਟ੍ਰੇਲੀਆ ਆਉਂਦੇ ਆ ਜੀ, ਉਹ ਕਹਿੰਦੇ ਆ ਕਿ ਜਿਹੜਾ ਗੋਰਾ ਰੰਗ ਆ ਨਾ, ਇਹਨੂੰ ਜਦੋਂ ਮਰਜ਼ੀ ਜਿੱਥੇ ਮਰਜ਼ੀ ਲੈ ਜਾਓ
ਤੇ ਇਹ ਬਹੁਤ ਛੇਤੀ ਘੁਲ ਮਿਲ ਜਾਂਦੇ ਆ ਜਾਂ ਲੜਕੀਆਂ ਖਾਸ ਕਰ, ਤੇ ਇਹਨਾਂ ਦੀ ਇਹ ਸੋਚ ਗਲਤ ਆ। ਸੋ ਉਹਨਾਂ ਦੇ ਕਲਚਰ ਨੂੰ ਉਹ ਸਮਝ ਨਹੀਂ ਪਾ ਰਹੇ ਆ, ਸਮਝ ਨਹੀਂ ਪਾ ਰਹੇ, ਹੋਰ ਹੀ ਨਜ਼ਰ ਨਾਲ ਦੇਖਦੇ ਨੇ ਜਿਹੜਾ ਫਿਲਮਾਂ 'ਚ ਦੇਖਿਆ ਆ ਜਾਂਦਾ ਜਾਂ ਕਿਸੇ ਹੋਰ ਤਰੀਕੇ ਹਾਂ ਬਸ ਉਹ ਆਪਣੇ ਵੀ ਉਹ ਇਹ ਦੇਖਿਆ ਕਿ ਉਹਨਾਂ ਨੇ ਇਹ ਦੇਖਿਆ ਭਈ ਇੱਥੇ ਦੇ ਲੋਕੀ ਬਹੁਤ ਛੇਤੀ ਆ ਜਾਂਦੇ ਆ, ਇਹ ਉਹਨਾਂ ਦੀ ਗਲਤ ਸੋਚ ਹੈ ਜੀ। ਜੇ ਕਿਸੇ ਲੜਕੀ ਨੇ ਕਿਸੇ ਬੰਦੇ ਨਾਲ ਕੋਈ ਮਿਲਣਾ ਹੋਵੇ, ਜੇ ਉਹਨੂੰ ਪਸੰਦ ਹੈ ਉਹ ਆਪ ਪੁੱਛੂਗੀ ਜੀ। ਤੇ ਬਹੁਤ ਕੇਸ ਮੈਂ ਦੇਖਿਆ ਜਿਹੜੀਆਂ ਲੜਕੀਆਂ ਨੇ ਪੈਸੇ ਨਾ ਦੇਣ ਦੇ ਮਾਰਿਆਂ ਨੇ ਉਹਨਾਂ ਨੂੰ ਇਨਵੋਲਵ ਕੀਤਾ ਜੀ। ਤੇ ਇਹ ਸਪੈਸ਼ਲੀ ਜ਼ਿਆਦਾ ਟੈਕਸੀ ਇੰਡਸਟਰੀ ਦੇ ਵਿੱਚ ਇਦਾਂ ਦੇ ਸਿਨੈਰੀਓ ਬਹੁਤ ਹੁੰਦੇ ਆ। ਇਹ ਟੈਕਸੀ ਇੰਡਸਟਰੀ ਵਿੱਚ ਸਿਨੈਰੀਓ ਬਹੁਤ ਹੁੰਦੇ ਆ, ਕਿਉਂਕਿ ਮੈਂ ਟੈਕਸੀ ਕੌਂਸਲ ਰਿਹਾ, ਮੈਨੂੰ ਨਿਊਜ਼ੀਲੈਂਡਰ ਆਉਂਦੇ ਆ, ਕਿਉਂਕਿ ਦੂਸਰੀ ਗੱਲ ਮੈਨੂੰ ਸਿਡਨੀ, ਮੈਲਬਰਨ, ਕੇਨਸ ਤੇ ਬ੍ਰਿਸਬਨ ਸਾਰੇ ਬਹੁਤ ਲੋਕੀ ਉੱਥੇ ਜਾਣਦੇ ਆ, ਜਿਹੜੇ ਪਹਿਲੇ ਆਏ ਬਾਕਵਰ ਨੇ ਆਪਣੇ ਜੀ, ਉਹ ਵੀ ਮੈਨੂੰ ਦੱਸਦੇ। ਕੁਝ ਘਟਨਾਵਾਂ ਮੈਂ ਤੁਹਾਨੂੰ ਦੱਸਾਂਗਾ ਵੀ। ਇੱਕ ਮੈਲਬਰਨ ਵਿੱਚ ਘਟਨਾ ਹੋਈ, ਇੱਕ ਲੜਕੀ ਨੇ ਕੀ ਕੀਤਾ, ਉਹਨੇ ਫੇਅਰ ਨਹੀਂ ਦਿੰਦੀ ਤੇ ਉਹ ਕਹਿੰਦੀ ਸੀ ਮੈਨੂੰ ਇਹਨੇ ਛੇੜਿਆ। ਉਹ 5 ਕੇਸ ਚੱਲਦੇ ਸੀਗੇ। ਉਹਨੇ ਇੱਕ ਮੁੰਡੇ ਨੂੰ ਮਤਲਬ ਉਹਨੇ ਕੀ ਛੱਡਿਆ, ਉਹਦੇ ਪਤਾ ਨਹੀਂ ਕਿੰਨੇ ਪੈਸੇ ਮਿਲੇ, ਉਹਨੂੰ ਪੈਸੇ ਨਾ ਦਿੱਤੇ ਤੇ ਉਹ ਕਹਿੰਦੀ ਉਹਨੇ ਪੁਲਿਸ ਕਾਲ ਕਰ ਲਈ ਜੀ। ਉਹ ਪੁਲਿਸ ਨੇ ਉਹਨੂੰ ਵੀ ਫੜ ਲਿਆ ਤੇ ਗੱਡੀ ਟੋ ਕਰਕੇ ਜਿੱਥੇ ਮਤਲਬ ਡਾਊਨਲੋਡ ਹੁੰਦੀ ਸੀ ਉੱਥੇ ਕਰਾ ਲਈ ਜੀ। ਉਹ ਗੱਲਾਂ ਵਿੱਚੋਂ ਉਹਦੇ ਸੁਣ ਲਿਆ ਤੇ ਨਾਲੇ ਉਹਨੇ ਦੇਖਿਆ ਉਹ ਆਪਣਾ ਚਲਾਈ ਜਾਂਦਾ, ਉਹ ਕੁੜੀ ਉਹਨੂੰ ਛੇੜੀ ਜਾਂਦੀ ਸੀ, ਗੱਲਾਂ ਇਸ ਤਰ੍ਹਾਂ ਦੀਆਂ ਕਰੀ ਜਾਂਦੀ ਸੀ। ਤੇ ਨਾਲੇ ਕਿਉਂ ਟੈਕਸੀ ਵਿੱਚ ਆਡੀਓ ਰਿਕਾਰਡ ਹੁੰਦਾ ਜੀ। ਤੇ ਉਹਨੇ ਕਿਹਾ ਕਿ ਮੈਂ ਤੈਨੂੰ ਫਸਾ ਦੇਣਾ ਜੇ ਤੂੰ ਮੈਨੂੰ ਇਦਾਂ ਕਹੇ। ਉਹਨੂੰ ਜਦੋਂ ਦੇਖਿਆ ਕਿ ਪਹਿਲਾਂ 5 ਕੇਸ ਚੱਲਦੇ ਪਏ, ਇਹ ਤਾਂ ਕੁੜੀ ਦੀ ਗਲਤੀ ਆ, ਉਹਨੂੰ ਰਿਲੀਜ਼ ਕਰਤਾ, ਉਹਦੀ ਕਾਰ ਵੀ ਰਿਲੀਜ਼ ਕਰਦੀ ਤੇ ਉਹ ਜਿਹੜੀਆਂ 5 ਪਹਿਲਾਂ ਕੇਸ ਚੱਲਦੇ ਸੀ ਉਹਨਾਂ ਦੇ ਖਾਰਜ ਕਰ ਦਿੱਤੇ ਜੀ। ਤੇ ਇਸ ਤਰ੍ਹਾਂ ਵੀ ਇੱਥੇ ਵੀ ਇਸ ਤਰ੍ਹਾਂ ਦੇ ਬਹੁਤ ਕੇਸ ਹੋਏ ਆ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਪਰ ਜਦੋਂ ਤੁਸੀਂ ਟੈਕਸੀ ਚਲਾਉਨੇ ਆ, ਮੋਹਰੇ ਆਪਣਾ ਬੈਗ ਰੱਖ ਦਿਓ ਮੋਹਰਲੀ ਸੀਟ ਤੇ, ਤਾਂ ਕਿ ਕੋਈ ਕੁੜੀ ਬੈਠ ਨਾ ਸਕੇ ਜੀ। ਤੇ ਜਾਂ ਅਖਬਾਰ ਰੱਖ ਦਿਓ, ਕੋਈ ਨਾ ਕੋਈ ਚੀਜ਼ ਰੱਖ ਦਿਓ ਤਾਂ ਕਿ ਉਹ ਪਿੱਛੇ ਬੈਠਣ ਜੀ ਬਿਲਕੁਲ। ਤਾਂ ਕਿ ਜਦੋਂ ਮੋਹਰੇ ਬਹਿੰਦੀਆਂ ਤਾਂ ਉਦੋਂ ਉਹ ਸ਼ਿਕਾਇਤ ਕਰਦੀਆਂ। ਇਹ ਮੈਂ ਗੁਰਦੁਆਰਿਆਂ ਵਿੱਚ ਵੀ ਲੈਕਚਰ ਕਰਦਾ ਸੀਗਾ, ਜੋ ਵੀ ਟੈਕਸੀ ਵਿੱਚ ਰੈਗੂਲੇਸ਼ਨ ਚੇਂਜ ਹੁੰਦੇ ਨੇ ਜੀ, ਕੋਈ ਕਾਨੂੰਨ ਚੇਂਜ ਹੁੰਦੇ ਨੇ ਤੇ ਕੋਈ ਕਿਸ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਜੀ। ਮੈਂ ਖੁਦ ਸਿੱਖਿਆ। ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਦਾ, ਸੌਰੀ ਆ ਜੀ। ਇੱਥੋਂ ਸਿਟੀ ਤੋਂ ਇੱਕ ਬੰਦੇ ਨੇ ਇੱਕ ਬੰਦੇ ਨੂੰ ਚੱਕਿਆ, ਉਹ ਡਰੰਕ ਸੀ ਕਾਫੀ ਜੀ। ਉਹਨੇ 골ਡਨ ਗਲੋਬ ਲੈ ਕੇ ਜਾਣਾ ਸੀ। ਉਹ ਸੀਗਾ ਇਲੈਕਟ੍ਰੀਸ਼ੀਅਨ, ਮੇਰੇ ਇੱਕ ਇਲੈਕਟ੍ਰੀਸ਼ੀਅਨ ਦੋਸਤ ਨਾਲ ਉਹ ਕੰਮ ਕਰਦਾ ਸੀ ਜੀ। ਤੇ ਉਹਨੇ ਜਦੋਂ ਉੱਥੇ ਛੱਡਿਆ $175 ਉਹਨੇ ਬਣਾ ਲਏ ਜੀ। ਆਮ ਤਕਰੀਬਨ 55 ਤੋਂ $75 ਜ਼ਿਆਦਾ ਬਣਨੇ ਸੀ ਜੀ। ਉਹ ਕਹਿੰਦਾ ਵੀ ਤੂੰ ਇਦਾਂ ਕਿੱਦਾਂ ਬਣਾ ਲੈ? ਕਹਿੰਦਾ ਮੈਂ ਪੁਲਿਸ ਕੋਲ ਕਰਨ ਲੱਗਾ। ਉਹ ਸੀਗਾ ਡਰੰਗ ਨੂੰ ਕਿਹਾ ਵੀ ਜੇ ਪੁਲਿਸ ਆ ਗਈ ਤੇ ਇੱਥੇ ਆਲੇ ਗੁਆਂਢੀਆਂ ਨੇ ਕਹਿਣਾ ਵੀ ਇਹਦੇ ਪੁਲਿਸ ਆ ਗਈ। ਉਹਨੇ ਕੀ ਕੀਤਾ, $200 ਨੂੰ ਫੜਾਇਆ, $25 ਮੈਨੂੰ ਦੇਊਗਾ। ਉਹਨੇ ਜਦੋਂ $200 ਫੜਿਆ ਉਹ ਗੱਡੀ ਭਜਾ ਲਈ, ਉਹਦੇ ਨੀਲੀ ਪੱਗ ਬੰਨੀ ਜੀ ਤੇ ਦਾੜੀ ਪੂਰੀ ਰੱਖੀ। ਮੈਨੂੰ ਇਸ ਚੀਜ਼ ਦੀ ਸ਼ਰਮ ਆਈ ਆ ਜੀ ਵੀ ਇਹ ਕਿਸ ਤਰ੍ਹਾਂ। ਫਿਰ ਉਹਨੇ ਆਪਣੇ ਦੋਸਤ ਨੂੰ ਦੱਸਿਆ ਮੈਨੂੰ। ਮੈਂ ਕਿਹਾ ਇਦਾਂ ਕਰ, ਮੈਨੂੰ ਟਾਈਮ ਦੱਸ ਦੇ, ਕੋਈ ਕੰਪਨੀ ਦਾ ਪਤਾ ਹੋਵੇ ਉਹ ਦੱਸ ਦੇ, ਮੈਂ ਇੰਨਾ ਕਰੂੰਗਾ। ਕਿਉਂਕਿ ਹਰ ਇੱਕ ਚੀਜ਼ ਰਿਕਾਰਡ ਹੁੰਦੀ ਹੈ। ਮੈਂ ਉਹਦੀ ਰਿਕਾਰਡ ਕਢਾ ਕੇ ਹੋ ਸਕਦਾ ਉਹਨੂੰ ਮਤਲਬ ਸਟੈਂਡਰਡ ਕਮੇਟੀ ਦੇ ਲਿਜਾਇਆ ਜਾਵੇ, ਹੋ ਸਕਦਾ ਉਹਦਾ ਲਾਇਸੈਂਸ ਕੈਂਸਲ ਕਰ ਦੇ, ਹੋ ਸਕਦਾ ਉਹਨੂੰ ਫਾਈਨ ਕਰ ਦੇਣ ਜੀ। ਫਿਰ ਗਾਹਾਂ ਅੱਗੇ ਲਈ ਮੈਂ ਮਤਲਬ ਮੈਂ ਇੱਕ ਕਿਸਮ ਦਾ ਨਿਊਜ਼ ਤੇ ਇਸ ਬੰਦੇ ਨਾਲ ਆਹ ਕੁਛ ਹੋਇਆ, ਇਸ ਬੰਦੇ ਨੇ ਨਾਂ ਨਹੀਂ ਲਿਖਣਾ ਪਰ ਉਹ ਮੈਂ ਲਿਖ ਦਿੰਦਾ ਹੁੰਦਾ ਆਪਣੇ ਬੰਦੇ ਨਾਲ ਆਹ ਕੁਛ ਹੋਇਆ। ਉਹ ਕਰਕੇ ਫਿਰ ਮੈਂ ਤਾਂ ਕਿ ਅੱਗੇ ਲਈ ਲੋਕੀ ਚੌਕਸ ਅਲਰਟ ਹੋ ਜਾਣ ਜੀ। 3 ਮੈਂ ਗੁਰਦੁਆਰਿਆਂ ਵਿੱਚ ਕਰਦਾ ਸੀਗਾ। ਫਿਰ ਮੈਂ ਇੱਕ ਗੁਰਦੁਆਰੇ ਗਿਆ, ਉੱਥੇ ਮੈਂ ਇਹ ਚੀਜ਼ਾਂ ਕਹੀਆਂ, ਆਹ ਬੰਦੇ ਆਪਣੇ ਨਾ ਕਰਨ। ਕੁਝ ਬਿਜ਼ਨਸ ਬੰਦੇ ਸੀਗੇ ਉਹ ਵੀ ਗਲਤ ਕੰਮ ਕਰ ਰਹੇ ਸੀ, ਜਿਹੜੇ ਪਹਿਲੇ ਸੀ ਬੰਦੇ। ਮੈਂ ਇਸ ਬਾਰੇ ਵੀ ਗਲਤ ਕਹੀ ਹੈ। ਮੈਂ ਕਿਹਾ ਆਪਣੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਰਿਪ ਆਫ ਨਾ ਕਰੋ, ਤੁਸੀਂ ਠੀਕ ਕਰੋ। ਤੇ ਉਹਨਾਂ ਨੇ ਉੱਥੇ ਸ਼ਿਕਾਇਤ ਕੀਤੀ ਵੀ ਜੇ ਤੁਸੀਂ ਇਸ ਨੂੰ ਇੱਥੇ ਲੈਕਚਰ ਕਰਨ ਲਾਉਣਾ ਅਸੀਂ ਨਹੀਂ ਆਉਣਾ। 17 ਬੰਦੇ ਸੀਗੇ, ਉਹਨਾਂ ਨੇ ਮੈਨੂੰ ਪਤਾ 17 ਬੰਦਿਆਂ ਨੇ ਸ਼ਿਕਾਇਤ ਕੀਤੀ। ਉਹਨਾਂ ਨੇ ਮੈਨੂੰ ਨਹੀਂ ਕਿਹਾ, ਗਿਆਨੀ ਨੂੰ ਕਿਹਾ ਵੀ ਜਦੋਂ ਇਹਨੇ ਸਪੀਚ ਕਰਨੀ ਹੋਵੇ ਉਹ ਮੈਨੂੰ ਦੱਸੇ ਕੀ ਕਹਿਣਾ, ਹੋਰ ਕੁਝ ਨਾ ਕਹੇ
ਵੀ ਇਹਨਾਂ ਬੰਦਿਆਂ ਨੇ ਸ਼ਿਕਾਇਤ ਕੀਤੀ ਆ ਵੀ ਉਹ ਕੁਝ ਕਹਿੰਦਾ। ਜੀ। ਮੈਂ ਕੋਈ ਮਾੜੀ ਗੱਲ ਤਾਂ ਨਹੀਂ ਕਹੀ ਸੀ ਵੀ ਇੱਥੇ ਦੇ ਜਿਹੜੇ ਸਟੂਡੈਂਟ ਆ ਉਹ ਵੀ ਵਿਚਾਰੇ ਸਟਰਗਲ ਕਰਦੇ ਆ, ਆਪਾਂ ਵੀ ਪਹਿਲਾਂ ਸਟੂਡੈਂਟ ਸੀਗੇ ਜੀ। ਤੇ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹੂੰ। ਤੇ ਉਹ ਮੈਂ ਇੱਕ ਗੱਲ ਕਹਿ ਦਿੱਤੀ, ਮੈਂ ਕਿਹਾ ਭਈ ਜਦੋਂ ਤੁਸੀਂ ਬੇਈਮਾਨੀ ਦੇ ਪੈਸੇ ਨਾਲ ਉੱਪਰ ਚੜ੍ਹੋ ਨਾ, ਜੀ। ਬੰਦਾ ਉਹ ਇੱਕਦਮ ਉੱਪਰ ਚੜ੍ਹਦਾ, ਪਰ ਜਦੋਂ ਉਸ ਦਾ ਅਸਲੀਅਤ ਰੂਪ ਆ ਜਾਂਦਾ ਨਾ ਅਖੀਰ ਤੇ, ਫਿਰ ਉਹ ਜਦੋਂ ਥੱਲੇ ਡਿੱਗਦਾ ਉਹਦਾ ਰਹਿੰਦਾ ਕੁਛ ਨਹੀਂ। ਗਿਆਨੀ ਜੀ ਬੈਠੇ ਸੀਗੇ, ਹਰਜਿੰਦਰ ਸਿੰਘ ਜੀ, ਜੀ। ਉਹ ਐਸੇ ਬਿਲਕੁਲ ਗਾਣੇ, ਉਹ ਕਹਿੰਦੇ ਵਾਹਿਗੁਰੂ ਸਤਿਨਾਮ, ਬਹੁਤ ਵੱਡੀ ਗੱਲ ਕਹਿਤੀ। ਜੀ। ਮੈਂ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਲਾਗੇ ਬੈਠਾ, ਮੈਂ ਇਹ ਗੱਲ ਕਹਿ ਰਿਹਾ ਵੀ ਸੱਚੀ ਆ ਗੱਲ, ਜੀ। ਵੀ ਜੋ ਮੇਰਾ ਐਕਸਪੀਰੀਅੰਸ ਅੱਜ ਦਾ, ਵੀ ਇਹ ਜਿਹੜੇ ਮਾੜੇ ਪੈਸੇ ਰਹਿੰਦੇ ਨਹੀਂ ਹੁੰਦੇ। ਜੀ। ਮੈਂ ਆਪਣੀ ਜ਼ਿੰਦਗੀ ਦਾ ਦੱਸ ਦਿੰਦਾ, ਮੇਰੇ ਬਹੁਤ ਲੋਕਾਂ ਨੇ, ਆਪਣੇ ਸਟੂਡੈਂਟਾਂ ਨੇ ਪੈਸੇ ਮਾਰੇ ਆ ਹੂੰ। ਤੇ ਹੋਰ ਕਈਆਂ ਨੇ ਮਾਰੇ ਆ, ਜੀ। ਪਰ ਮੈਨੂੰ ਜਿਹੜੇ ਓਨਰ ਨੇ ਟੈਕਸੀਆਂ ਦੇ, ਉਹ ਵੀ ਮੈਨੂੰ, ਤੂੰ ਤਾਂ ਓਨਰ ਆ, ਤੂੰ ਸਟੂਡੈਂਟ ਦੀ ਹੈਲਪ ਕਿਉਂ ਕਰਦਾ। ਜੀ। ਮੈਂ ਹਮੇਸ਼ਾ ਹੀ ਬੇਇਨਸਾਫੀ ਤੇ ਲੜਨਾ, ਹੂੰ। ਇੱਕ ਮੈਨੂੰ ਰੱਬ ਨੇ ਜੀ। ਬਖਸ਼ਿਸ਼ ਕੀਤੀ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਇੱਕ ਬੰਦਾ ਸੀਗਾ, ਉਹਨੂੰ ਮਤਲਬ ਉਹ ਟੈਕਸੀ ਚਲਾਈ ਜਾਂਦਾ ਸੀ, ਜੀ। ਉਹ ਤੇ ਮਾੜੀ ਐਕਸੀਡੈਂਟ ਹੋ ਗਿਆ, ਉਹ ਓਨਰ ਨੇ 1000 ਉਹਦੇ ਕੋਲੋਂ ਡਾਲਰ ਲੈ ਲਿਆ, ਜੀ। ਆਮ ਮਤਲਬ ਜੋ ਕੀ ਇਹਨੂੰ ਕਹਿੰਦੇ ਐਕਸੈਸ ਦਾ, ਜੀ। ਲੈ ਕੇ ਉਹਨੂੰ ਕਹਿੰਦਾ ਵੀ ਤੂੰ ਹੁਣ ਮੇਰੀ ਵੀ ਟੈਕਸੀ ਬਣਾ ਕੇ ਦੇ, ਉਹਦੀ ਵੀ ਬਣਾ ਕੇ ਦੇ, ਜੀ। ਨਹੀਂ ਤਾਂ ਮੈਂ ਤੈਨੂੰ ਕੋਰਟ 'ਚ ਲੈ ਜਾਊਂਗਾ। ਉਹਨੇ ਕੀਤਾ, ਕੋਰਟ 'ਚ ਲੈ ਗਿਆ, 3400 ਡਾਲਰ ਉਹ 'ਤੇ ਕਲੇਮ ਕੀਤਾ। ਉਹ ਹੁਣ ਜਦੋਂ ਕੋਈ ਵੀ ਇਦਾਂ ਦੀ ਮਦਦ ਹੋਵੇ, ਉਹ ਕਹਿੰਦੇ ਉਹਨੂੰ ਮਿਲਣਾ। ਮੈਂ ਉਹਦੇ ਆਪ, ਮੇਰੇ ਕੋਲ ਹਾਲੇ ਰਿਕਾਰਡ ਹੈਗਾ, ਮੈਂ ਆਪ ਉਹਦੇ ਸਾਰੇ ਕੋਰਟ ਦੇ ਕਾਗਜ਼ ਬਣਾ ਕੇ ਉਹਨੂੰ ਦਿੱਤੇ। ਮੈਂ ਜੇ ਗਾਹੀ ਲੈਣੀ ਮੈਂ ਵੀ ਦੇਵਾਂਗਾ ਗਾਹੀ, ਜੀ। ਮੈਨੂੰ ਕੋਈ ਕਿਸੇ ਦਾ ਡਰ ਨਹੀਂ ਹੈ ਕਿ ਮੈਂ ਕਿਉਂ, ਮੈਂ ਤਾਂ ਸੱਚ ਤੇ ਬੋਲਣਾ। ਜੀ। ਉਹ ਕਹਿੰਦਾ ਅੰਕਲ ਜੀ ਤੁਸੀਂ, ਮੈਂ ਤੁਹਾਡਾ ਕਿਸੇ ਨਾਲ ਬਿਆਨ ਨਹੀਂ ਪਾਉਣਾ, ਮੈਂ ਆਪ ਜਾਊਂਗਾ। ਹੂੰ। ਫਿਰ ਉਹਨੂੰ ਕਿਹਾ, ਮੈਂ ਤੂੰ ਇਦਾਂ ਕਰ ਭਈ ਗਲਤੀ ਉਹਦੀ ਹੈ, ਤੂੰ ਕਾਊਂਟਰ ਕਲੇਮ ਕਰ ਦੇ, ਜੀ। ਤੇਰੇ ਮਤਲਬ 150 ਡਾਲਰ ਲੱਗਣਾ। ਉਹ ਕਹਿੰਦਾ ਨਹੀਂ, ਉਹ ਬੰਦਿਆਂ ਨੇ ਇਹ ਵੀ ਨਹੀਂ ਕਰਨਾ। ਜੀ। ਉਹ ਕੋਰਟ 'ਚ ਲੈ ਕੇ ਗਿਆ, ਸਾਰੀ ਹਾਲਾਤ ਮੈਂ ਦੱਸਤੇ, ਆ ਕਰ ਤੂੰ ਇਸ ਕੰਪਨੀ ਕੋਲੋਂ ਐਵਰੇਜ ਲੈ ਲਾ ਪਏ ਕਿੰਨੇ ਘੰਟੇ ਕੰਮ ਕੀਤਾ। ਉਹ ਕਹਿੰਦਾ ਮੇਰੇ 14 ਘੰਟੇ 16 ਘੰਟੇ ਮੁੰਡੇ ਨੇ ਕੰਮ ਕੀਤਾ, ਮੈਨੂੰ ਜ਼ਿਆਦਾ ਪੈਸੇ ਦੇਵੇ, 3400 ਡਾਲਰ ਦੇਵੇ। ਜੀ। ਉੱਥੇ ਜਦੋਂ ਸਾਰੇ ਐਵੀਡੈਂਸ ਪੇਸ਼ ਕੀਤੇ, ਉਹ ਜੱਜ ਨੇ ਕਿਹਾ ਵੀ ਇਹ ਤਾਂ ਜੋ ਐਵੀਡੈਂਸ ਆ, ਵੀ ਇਹ ਤਾਂ ਇਸ ਤਰ੍ਹਾਂ ਲੱਗਦਾ ਵੀ ਤੈਨੂੰ ਇਹਨੂੰ ਪੈਸੇ ਦੇਣੇ ਚਾਹੀਦੇ ਸੀ, ਇਹਨੇ ਹਾਲੇ ਤੇ ਕਲੇਮ ਨਹੀਂ ਕੀਤਾ। ਹੂੰ। ਤੇ ਉਹ ਕਹਿੰਦਾ ਮੈਂ ਕੇਸ ਡਿਸਮਿਸ ਕਰਦਾ। ਉਹ ਦੇਖੋ ਇਸ ਤਰ੍ਹਾਂ ਦਾ ਹੰਕਾਰੀ ਸੀ ਉਹ ਬੰਦਾ। ਜੀ। ਉਹ ਜੱਜ ਨੂੰ ਕਹਿੰਦਾ, ਮੈਂ ਕਹਿੰਦਾ ਅਪੀਲ ਕਰ ਦੇਣੀ ਹੈ, ਕਹਿੰਦਾ ਮੈਂ ਇਸ ਵਿੱਚ ਲਿਖ ਦੇਣਾ, ਤੂੰ ਅਪੀਲ ਨਹੀਂ ਕਰ ਸਕਦਾ। ਜੀ। ਉਹ ਫਿਰ ਵੀ ਜਦੋਂ ਬਾਹਰ ਆ ਕੇ ਬੰਦਾ ਕਹਿੰਦਾ, ਦੇਖ ਮੈਂ ਤੈਨੂੰ ਇਦਾਂ ਕਰ, ਮੈਨੂੰ 1500 ਡਾਲਰ ਦੇ ਦੇ, ਆਪਾਂ ਗੱਲ ਛੱਡ, ਨਹੀਂ ਤਾਂ ਮੈਂ ਤੈਨੂੰ ਅਪੀਲ ਕਰ ਦੇਣੀ। ਉਹ ਕਹਿੰਦਾ ਜਿੱਥੇ ਮਰਜ਼ੀ ਅਪੀਲ ਕਰ ਦੇ। ਜੀ। ਉਹਨੂੰ ਪਤਾ ਵੀ ਲੱਗ ਗਿਆ ਮੈਂ ਉਹਦੀ ਹੈਲਪ ਕੀਤੀ ਹੈ, ਜੀ। ਮੈਂ ਖੁਦ ਆਪਰੇਟਰ ਹਾਂ। ਤੇ ਮੇਰਾ ਕਹਿਣ ਦਾ ਭਾਵ ਆ, ਜੇ ਤਾਂ ਆਪਰੇਟਰ ਗਲਤ ਆ, ਹੂੰ। ਮੈਂ ਡਰਾਈਵਰ ਦੀ ਹੈਲਪ ਕਰਦਾ, ਜੇ ਡਰਾਈਵਰ ਗਲਤ ਆ ਫਿਰ ਮੈਂ ਆਪਰੇਟਰ ਦੀ ਵੀ ਗਲਤ ਮੈਂ ਹੈਲਪ ਕਰਦਾ ਵੀ ਇਹ ਬਿਲਕੁਲ ਬੰਦਾ ਗਲਤ ਆ, ਇਹ ਉਹਨੂੰ ਰਿਪ ਆਫ ਕਰਨਾ ਚਾਹੁੰਦਾ। ਜੀ। ਮੇਰਾ ਖਾਸ ਮਤਲਬ ਬੰਦੇ ਨੂੰ, ਹਰ ਇੱਕ ਨੂੰ ਇਨਸਾਫ ਮਿਲੇ। ਮੈਂ ਤੈਨੂੰ ਆਪਣੀ ਦੱਸਦਾ, ਮੇਰਾ ਥੋੜ੍ਹਾ ਜਿਹਾ ਉਹ ਟਰਾਇੰਗਲ ਐਕਸਪਾਇਰ ਹੋ ਗਿਆ, ਹੂੰ। ਤੇ ਉਹਨਾਂ ਨੇ ਮੈਨੂੰ ਇੱਥੇ ਲੈ ਗਏ ਦੂਸਰੇ ਸਟੈਂਡਰਡ ਕਮੇਟੀ ਦੇ। ਜੀ। ਗਿਆ ਤੇ ਮੇਰੀ ਵਾਈਫ ਮਾਰੀ, ਮੈਂ ਨਹੀਂ ਜਾ ਸਕਿਆ ਇੱਕ ਦੋ ਵਾਰੀ। ਉਹਨਾਂ ਨੇ ਮੈਨੂੰ 5000 ਡਾਲਰ ਫਾਈਨ ਕੀਤਾ। ਜੀ। ਕਿਉਂਕਿ ਜਦੋਂ ਇਹਨਾਂ ਨੇ ਉੱਥੇ ਮੀਟਿੰਗ ਗਾਈ, 8 ਬੰਦੇ ਸੀਗੇ, ਮੈਂ ਵੀ ਸੀਗਾ। ਮੈਂ ਮਿਨਿਸਟਰ ਨੂੰ ਬਹੁਤ ਕੁਐਸਚਨ ਪੁੱਛੇ, ਤਕਰੀਬਨ 65% 70% ਮੈਂ ਉਹਨਾਂ ਨੂੰ ਕੁਐਸਚਨ ਪੁੱਛੇ, ਤੇ ਉਹਦੇ ਕੋਲ ਕੋਈ ਖਾਸ ਜਵਾਬ ਨਹੀਂ, ਉਹਨੇ ਨੀਵੀਂ ਪਾ ਲਈ। ਜੀ। ਉਹ ਜਾਂ ਤਾਂ ਮੇਰੇ ਖਿਆਲ ਪੇ ਉਸ ਦੀ ਚੜ੍ਹ ਵਿੱਚ ਮੈਨੂੰ ਇੰਨਾ ਫਾਈਨ ਹੋਇਆ। ਜੀ। ਮੈਂ ਕੋਰਟ 'ਚ ਲੈ ਗਿਆ ਜੀ। ਤੇ ਮੈਂ ਕੋਰਟ ਜਿੱਤ ਗਿਆ। ਉਹ ਮਤਲਬ ਜਿਹੜੀ ਸਟੈਂਡਰਡ ਕਮੇਟੀ ਉਹਦੇ ਇਸ ਵਿੱਚ ਥੋੜ੍ਹਾ ਜਿਹਾ ਹੁੰਦੀ ਹੈ ਵੀ ਇਹ ਜੀ। ਜਿੱਤ ਗਿਆ ਜੋ ਅਸੀਂ ਫਾਈਨ ਕੀਤਾ। ਤੇ ਮੈਂ ਫਿਰ ਸਾਰੇ ਹਾਲਾਤ ਲਿਖੇ ਵੀ ਮੈਨੂੰ ਫਾਈਨ ਕਿਉਂ ਹੋਇਆ, ਇਸ ਕਰਕੇ ਹੋਇਆ। ਜੀ। ਬਾਕੀ ਜਿਹੜੀਆਂ ਪਿੰਕ ਸਲਿੱਪਾਂ ਹੁੰਦੀਆਂ ਉਹਨਾਂ ਤੇ ਕੋਈ ਵੀ ਨੁਕਸ ਨਹੀਂ। ਮੈਂ ਗੱਡੀ ਤਿਆਰ ਕਰਕੇ ਲੈ ਜਾਂਦਾ, ਮੈਂ ਹਮੇਸ਼ਾ ਹੀ ਗੱਡੀ A1 ਕਰਦਾ, ਮੈਂ ਆਪਣੀਆਂ ਗੱਡੀਆਂ ਦੇਖਦਾ। ਉਹ ਜਦੋਂ ਜੱਜ ਨੇ ਦੇਖਿਆ ਕਹਿੰਦਾ ਬਾਕੀ ਠੀਕ ਹੈ, ਉਹ ਮੈਂ ਕੇਸ ਜਿੱਤ ਗਿਆ ਸੀ। ਮੁੜ ਕੇ ਥੋੜ੍ਹੇ ਕੀਤੇ ਇਹਨਾਂ ਨੇ, ਮੈਨੂੰ ਕੋਈ ਵੀ ਮਾੜੀ ਮੋਟੀ ਗੱਲ ਮੈਨੂੰ ਬੁਲਾਇਆ ਨਹੀਂ ਇਹਨਾਂ ਨੇ। ਮੇਰੇ ਕਹਿਣ ਦਾ ਭਾਵ ਆ, ਤੇ ਇਹ ਜਿਹੜੇ ਗੌਰਮੈਂਟ ਆ ਨਾ, ਇਹ ਵੀ ਡਿਕਟੇਟਰਸ਼ਿਪ ਕਰ ਜਾਂਦੇ। ਮੈਂ ਸ਼ਰੇਆਮ ਮੂੰਹ ਤੇ
ਕਹਿ ਦਿੰਦੇ ਆ ਮਿਨਿਸਟਰ ਦੇ, ਕਈ ਬੰਦੇ ਜਾਂ ਕਿਸੇ ਪਾਰਟੀਆਂ ਵਾਲੇ ਮੈਨੂੰ ਇਸ ਚੀਜ਼ ਨੂੰ ਲਾਈਕ ਨਹੀਂ ਕਰਦੇ, ਪੋਲੀਟੀਸ਼ੀਅਨ। ਇਹ ਡਿਕਟੇਟਰਸ਼ਿਪ ਆ, ਰੇਸਿਜ਼ਮ ਆ ਜਾਂ ਡਿਸਕ੍ਰਿਮੀਨੇਸ਼ਨ ਆ? ਇਹ ਉਹ ਪਤਾ ਕੀ ਸੋਚਦੇ ਆ, ਇਹ ਜਿਹੜੇ ਇੰਡੀਅਨ, ਇਹਨੂੰ ਪਤਾ ਨਹੀਂ ਕੋਈ ਲਾਅ ਦਾ, ਵੀ ਇਹ ਤਾਂ ਉੱਦਾਂ ਹੀ ਦਿਲ ਬ੍ਰੇਨ ਆ। ਉਸ ਤੋਂ ਬਾਅਦ ਮੈਂ ਤੁਹਾਨੂੰ ਅਗਲੇ ਐਪੀਸੋਡ ਵਿੱਚ ਮੈਂ ਥੋੜ੍ਹਾ ਜਿਹਾ ਦੱਸੂਗਾ, ਪੂਰੀ ਡਿਟੇਲ ਦੇ ਵਿੱਚ ਹਾਂਜੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਇਦਾਂ ਸੋਚਦੇ ਆ ਸਾਡੇ ਬਾਰੇ ਕਿਉਂ ਇਦਾਂ ਸੋਚਦੇ ਆ, ਕੌਣ ਰਿਸਪੌਂਸਿਬਲ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੁਸੀਂ ਬਣਾਏ ਰੱਖੋ ਰਾਬਤਾ। ਹਾਂਜੀ, ਵੈਲਕਮ ਬੈਕ। ਉਮੀਦ ਕਰਦੇ ਹਾਂ ਤੁਸੀਂ ਰਾਬਤਾ ਬਣਾ ਕੇ ਰੱਖਿਆ ਹੋਣਾ ਸਾਡੇ ਨਾਲ। ਪ੍ਰੋਗਰਾਮ ਵਿੱਚ ਹੀ ਈਸਟ ਵੈਸਟ ਵਿਦ ਬੈਨੀਪਾਲ ਤੇ ਮੇਰੇ ਮਹਿਮਾਨ ਨੇ ਅਮਰੀਕ ਸਿੰਘ ਥਾਂਦੀ, ਜਿਹੜੇ ਸਾਊਥ ਆਸਟ੍ਰੇਲੀਆ ਦੇ ਵਿੱਚ ਪਿਛਲੇ 40 ਸਾਲਾਂ ਤੋਂ, ਆਸਟ੍ਰੇਲੀਆ ਦੇ ਵਿੱਚ 40 ਸਾਲਾਂ ਤੋਂ ਰਹਿ ਰਹੇ ਨੇ ਤੇ ਬਹੁਤ ਸਾਰਾ ਜ਼ਿੰਦਗੀ ਦਾ ਤਜਰਬਾ ਆਪਣੇ ਨਾਲ ਕੈਰੀ ਕਰ ਰਹੇ ਨੇ। ਬਹੁਤ ਸਾਰੀ ਇਨਫੋਰਮੇਸ਼ਨ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਇਹਨਾਂ ਤੋਂ ਲੈਣੀ ਆ। ਤੇ ਅੱਜ ਜਿਹੜੀ ਹੁਣ ਗੱਲ ਹੋ ਰਹੀ ਆ ਉਹ ਇਹ ਆ ਕਿ ਇੱਥੋਂ ਦੇ ਜਿਹੜੇ ਲੋਕ ਨੇ, ਜਿਹੜੇ ਲੋਕਲ ਨੇ, ਉਹ ਜਦੋਂ ਸਾਡੇ ਇੰਡੀਅਨਸ ਦੇ ਨਾਲ ਡੀਲ ਕਰਦੇ ਨੇ ਤਾਂ ਉਹ ਇਹ ਕਿਉਂ ਸੋਚਦੇ ਨੇ ਕਿ ਅਸੀਂ ਡਲ ਦਿਮਾਗ ਦੇ ਆ, ਜਾਂ ਉਸ ਦੇ ਪਿੱਛੇ ਡਿਸਕ੍ਰਿਮੀਨੇਸ਼ਨ ਆ, ਜਾਂ ਫਿਰ ਉਸ ਦੇ ਪਿੱਛੇ ਰੇਸਿਜ਼ਮ ਆ। ਕੀ ਸੋਚਦੇ ਨੇ ਉਹ, ਕਿਉਂ ਸੋਚਦੇ ਨੇ, ਇਹ ਸਾਰਾ ਕੁਝ ਜਾਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਅਮਰੀਕ ਜੀ ਨਾਲ। ਜੀ ਕਿਉਂ, ਮਤਲਬ ਇਦਾਂ ਦਾ ਕਿਉਂ ਥਾਟ ਚੱਲਦਾ? ਇਹ ਮੈਂ ਵੀ ਬਹੁਤ ਵਾਰੀ ਮਹਿਸੂਸ ਕੀਤਾ। ਮੈਨੂੰ ਵੀ ਹੁਣ 10 ਸਾਲਾਂ ਤੋਂ ਜ਼ਿਆਦਾ ਹੋ ਗਏ ਨੇ ਤੇ ਮੈਂ ਹੁਣ ਬਿਜ਼ਨਸ ਇੰਡਸਟਰੀ ਦੇ ਵਿੱਚ ਆਂਗਾ, ਸਰਵਿਸ ਉਸ ਤੋਂ। ਤਾਂ ਮੈਨੂੰ ਵੀ ਕਈ ਵਾਰੀ ਜਾ ਕੇ ਫੀਲ ਹੋਇਆ, ਫਿਰ ਮੈਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪਿਆ। ਜਦੋਂ ਮੈਂ ਬੋਲਿਆ, ਕਾਫੀ ਦੱਸਿਆ ਉਹਨਾਂ ਨੂੰ, ਫਿਰ ਉਹਨੂੰ ਲੱਗਿਆ ਨਹੀਂ ਯਾਰ ਇਹ ਵੀ ਸੋਚ ਸਕਦਾ। ਬਟ ਫਸਟ ਜੋ ਇੰਪ੍ਰੈਸ਼ਨ ਆਗਾ, ਉਹਨਾਂ ਨੂੰ ਇਹ ਲੱਗਦਾ ਕਿ ਨਹੀਂ, ਮਤਲਬ they cannot carry information। ਡਿਸਕ੍ਰਿਮੀਨੇਸ਼ਨ ਬਾਰੇ ਮੈਂ ਤੁਹਾਨੂੰ ਆਪਣੀ ਵੀ ਇੱਕ ਐਗਜ਼ਾਮਪਲ ਦਿੰਦਾ ਜੀ ਪਲੀਜ਼। ਮੈਂ ਬ੍ਰਿਜਸਟੋਨ ਵਿੱਚ 24 ਸਾਲ ਕੰਮ ਕੀਤਾ ਜੀ। ਜਦੋਂ ਮੈਂ ਜੁਆਇਨ ਕੀਤਾ, ਸਭ ਤੋਂ ਮਾੜੀ ਜੌਬ ਜਿਹੜੀ ਕਾਰਬਨ ਕਲੀਨਰ ਦੀ ਹੁੰਦੀ ਆ, ਉਹ ਵਿੱਚ ਕਾਲਾ, ਉਹ ਜਦੋਂ ਹੱਥਾਂ ਵਿੱਚ ਚੱਲ ਜਾਵੇ, ਤੁਸੀਂ ਹੱਥਾਂ ਸਾਫ਼ ਕਰੀ ਜਾਓ, ਉਹ ਕਾਲਾ ਨਿਕਲੀ ਜਾਂਦਾ ਜੀ। ਤੇ ਉਹ ਮੈਂ ਉੱਥੇ ਕੰਮ ਕੀਤਾ ਤੇ ਉਹ ਕਹਿੰਦੇ ਵੀ ਇਹਨੂੰ ਕੁਝ ਨਹੀਂ ਪਤਾ ਹੈ। ਉਹ ਮੈਨੂੰ ਇਸ ਤਰ੍ਹਾਂ ਟਰੀਟ ਕਰਦੇ ਸੀ ਵੀ ਇਹ ਇੰਡੀਅਨ ਹੈ, ਇਹਨੂੰ ਕੁਝ ਨਹੀਂ ਪਤਾ, ਇਹ ਅਨਪੜ੍ਹ ਬੰਦਾ ਹੈ ਜੀ। ਤੇ ਮੈਂ ਕੰਮ ਕਰੀ ਗਿਆ ਆਪਣੇ ਦਿਲ ਲਾ ਕੇ। ਤੇ ਮੈਨੂੰ ਜਿੱਥੇ ਬੰਦਾ ਘਰ ਜਾਂਦਾ ਸੀ, ਉੱਥੇ ਇਹ ਜਿਹੜੇ ਲੋਕੀ ਆ ਕਈ ਕੰਮ ਮਤਲਬ ਕਰਕੇ ਨਹੀਂ ਰਾਜੀ। ਮੈਂ ਨਹੀਂ ਓਵਰ ਡਰਾਈਵ ਕਰਨਾ, ਜਾ ਕੇ ਡਰਿੰਕ ਕਰਨੀ, ਮੈਨੂੰ ਜਿੱਥੇ ਵੀ ਲਾਦੇ ਮੈਂ ਕਰ ਜਾਂਦਾ ਸੀ। ਮੇਰਾ ਉੱਥੇ ਐਕਸਪੀਰੀਅੰਸ ਹੋ ਗਿਆ ਰਬਰਮੈਨ ਦਾ, ਬੈਂਬਰੀ ਆਪਰੇਟਰ ਦਾ, ਬੈਲਟਮੈਨ ਦਾ, ਉੱਥੇ ਜਿਹੜਾ ਭਾਲ ਤੋੜ ਕੇ ਦੇਣਾ ਪੈਂਦਾ ਸਾਰਾ ਕੁਝ। ਉੱਥੇ ਮੈਂ ਸੋਚਿਆ ਕਿ ਮੈਂ ਬੋਇਲਰ ਹਾਊਸ ਦਾ ਕੰਮ ਕਰਾਂ, ਕਿਉਂਕਿ ਮੈਂ ਤੁਹਾਨੂੰ ਅਸਲੀਅਤ ਦੱਸਾਂ, ਮੈਂ ਪਹਿਲਾਂ 8 ਸਾਲ ਫੌਜ ਚਲਾਏ ਆ, 1 ਸਾਲ ਮੈਂ ਗੋਆ ਦਾ ਟਰੱਕ ਚਲਾਇਆ ਸਾਰੇ ਇੰਡੀਆ ਵਿੱਚ। ਫਿਰ 2 ਸਾਲ ਮੈਂ ਇੱਕ ਗ੍ਰੀਕ ਸ਼ਿਪ ਵਿੱਚ ਕੰਮ ਕੀਤੇ। ਮੈਂ ਗ੍ਰੀਕੀ ਦਾ, ਇਹਨਾਂ ਦਾ ਹੀ ਜਵਾਨ, ਅਲਫਾ, ਬੀਟਾ, ਗਾਮਾ, ਡੈਲਟਾ, ਇਹਨਾਂ ਦਾ ਉਹ ਮੈਂ ਸਾਰਾ ਸਿੱਖਿਆ ਉਹਨਾਂ ਵਿੱਚ। ਮੇਰਾ ਇੰਟਰਸਟ ਸੀਗਾ। ਉਦੋਂ ਬਾਅਦ ਮੈਂ ਮਤਲਬ ਇੱਥੇ ਆ ਕੇ ਜਦੋਂ ਮੈਂ ਉਹਨਾਂ ਜੁਆਇਨ ਕੀਤਾ ਬ੍ਰਿਜਸਟੋਨ, ਤੇ ਮੈਂ ਬੋਇਲਰ ਹਾਊਸ ਦਾ ਮਤਲਬ ਜਿਹੜਾ ਬੋਇਲਰ ਆਪਰੇਟਰ ਦਾ ਕੋਰਸ ਕਰਨਾ ਸੀਗਾ। ਉਸੇ ਟਾਈਮ ਇੱਕ ਗੋਰਾ ਸੀ, ਉਹ ਫੈਕਟਰੀ ਵਾਲੇ ਪੈਸੇ ਦੇ ਕੇ ਉਹਨੂੰ ਉੱਥੇ ਭੇਜ ਰਿਹਾ ਸੀ। ਮੈਂ ਆਪਣੇ ਆਪ ਪੈਸੇ ਦੇ ਕੇ ਉੱਥੇ ਕੋਰਸ ਕਰ ਰਿਹਾ ਸੀ। ਉਹ ਇੱਕ ਦਿਨ ਕੀ ਹੋਇਆ, ਮੈਂ ਇਹਨੂੰ ਕਿਹਾ ਵੀ ਮੈਂ ਕੱਲ ਨੂੰ ਮਤਲਬ ਪੂਰੀ ਸ਼ਿਫਟ ਨਹੀਂ ਕਰਨੀ, ਜੇ ਮੈਨੂੰ ਮਤਲਬ ਜਿੱਦਾਂ ਆਫਟਰਨੂਨ ਸ਼ਿਫਟ ਹੁੰਦੀ ਸੀ 2 ਵਜੇ ਤੋਂ 6 ਵਜੇ ਤੇ, ਮੈਂ ਕਿਹਾ ਮੈਨੂੰ ਜੇ 4 ਘੰਟੇ ਲਾ ਕੇ ਉਦੋਂ ਬਾਅਦ ਮੈਨੂੰ ਛੁੱਟੀ ਦੇ ਦਿਓ, ਮੈਂ ਕੋਰਸ ਦੇ ਚੱਲ ਜਾਵਾਂ। ਉਹ ਕਹਿੰਦੇ ਜਿੱਤੇ। ਜਦੋਂ ਮੈਂ ਦੂਸਰੇ ਦਿਨ ਪੁੱਛਿਆ, ਉਹ ਕਹਿੰਦੇ ਨਹੀਂ ਤੈਨੂੰ ਨਹੀਂ ਜਾਣ ਦੇਣਾ। ਤੇ ਨਾਲੇ ਮੈਨੂੰ ਪਰਸਨਲ ਤੇ ਲੈ ਕੇ ਪੇਸ਼ੀ ਕਰਤੀ ਵੀ ਇੱਦਾਂ ਇੱਦਾਂ ਗਿਆ। ਮੈਂ ਕਿਹਾ ਠੀਕ ਹੈ।
ਮੈਂ ਕਿਹਾ ਉੱਥੇ ਮੈਂ ਕਿਹਾ ਇੱਕ ਗੱਲ 'ਚ ਮੇਰੇ 'ਚ ਮੈਂ ਸੱਚ ਬੋਲਦਾ, ਮੈਂ ਕੋਈ ਮੇਰੇ ਦਿਲ 'ਚ ਕੋਈ ਹੇਰਾ ਫੇਰੀ ਨਹੀਂ, ਤੇ ਤੁਸੀਂ ਡਿਸਕ੍ਰਿਮੀਨੇਸ਼ਨ ਕਰਦੇ ਆ ਜੀ। ਤੇ ਮੈਨੂੰ ਉਹ ਕਹਿੰਦਾ ਯੂ ਬਲੱਡੀ ਇੰਡੀਅਨ ਹੂ ਵਿਲ ਗਿਵ ਯੂ ਦ ਬੋਲਰ ਹਾਊਸ ਜੌਬ। ਮੈਂ ਉਹਨੂੰ ਇੱਕ ਗੱਲ ਕਹੀ ਸੀ ਜੀ। ਮੈਂ ਕਿਹਾ ਯੂ ਕੈਨ ਗ੍ਰੈਬ whatever have in my hand but you cannot grab my luck, remember that। ਉਹ ਕਹਿੰਦਾ we'll see। ਉਹਨੇ ਕੀ ਕੀਤਾ, ਉਹ ਕਹਿੰਦਾ ਠੀਕ ਹੈ, ਮੈਨੂੰ ਉਹਨੇ ਜਾਣੀ। ਮੈਂ ਅਗਲੇ ਜਦੋਂ ਮੇਰੀ ਆਫਟਰਨੂਨ ਸ਼ਿਫਟ ਹੋਊਗੀ ਨਾ ਮੈਂ ਸਿੱਖ ਹੋਊਂਗਾ। ਕਹਿੰਦਾ ਤੈਨੂੰ ਕਿੱਦਾਂ ਪਤਾ? ਕਹਿੰਦਾ ਮੈਂ ਦੇਖ ਮੈਂ ਸੱਚ ਬੋਲਦਾ, ਮੈਂ ਡਾਕਟਰ ਦਾ ਸਰਟੀਫਿਕੇਟ ਤੈਨੂੰ ਦਊਂਗਾ, ਕੁਝ ਨਹੀਂ ਕਹਿ ਸਕਦਾ। ਉਹ ਕਹਿੰਦਾ ਠੀਕ ਹੈ। ਮੈਂ ਅਗਲੀ ਵਾਰੀ ਆਇਆ, ਮੈਂ ਆਇਆ ਨਹੀਂ ਤੇ ਮੈਂ ਸਿੱਖ ਲੀਵ ਦਾ ਉਹ ਸਰਟੀਫਿਕੇਟ ਦੇ ਦਿੱਤਾ। ਦੇਖੋ ਮੈਂ ਬੋਲਰ ਦਾ ਉਹ ਪਾਸ ਕਰ ਲਿਆ, ਜਿਹੜਾ ਫੈਕਟਰੀ ਵਾਲੇ ਨੇ ਭੇਜਿਆ ਸੀ ਉਹਨੇ ਪਾਸ ਨਹੀਂ ਕੀਤਾ ਜੀ। ਉਹਨਾਂ ਨੇ ਕਿੰਨੇ ਪੈਸੇ ਖਰਾਬ ਕੀਤੇ। ਜਦੋਂ ਵੀ ਉੱਥੇ ਜੌਬ ਨਿਕਲੀ ਤੇ ਮੈਂ ਜੌਬ ਲਈ ਅਪਲਾਈ ਕੀਤਾ, ਤੇ ਉਹ ਜਿਹੜਾ ਮਤਲਬ ਬੋਲਰ ਹਾਊਸ ਦਾ ਇੰਚਾਰਜ ਸੀ ਉਹ ਡਿਸਕ੍ਰਿਮੀਨੇਸ਼ਨ ਬਹੁਤ ਕਰਦਾ ਸੀ। ਉਹ ਕਹਿੰਦਾ ਨਾ ਤਾਂ ਮੈਂ ਇੰਗਲੈਂਡ ਵਾਲਿਆਂ ਨੂੰ ਜੌਬ ਦੇਣੀ ਆ, ਨਾ ਮੈਂ ਇੰਡੀਅਨ ਨੂੰ, ਆ ਕਿਸੇ ਨੂੰ ਜਿਹੜਾ ਇੱਥੇ ਜੰਪ ਵਾਲਿਆ ਮੈਂ ਉਹਨੂੰ ਜੌਬ ਦੇਣੀ ਆ। ਉਹਦਾ ਜੰਪ ਵਾਲਾ ਇੱਥੇ ਸੀ। ਆਪਾਂ ਚੁੱਪ ਕਰ ਰਹੇ। ਫਿਰ ਜਦੋਂ ਇੱਕ ਵਾਰੀ ਕੀ ਹੋਇਆ, ਇੱਕ ਬੰਦਾ ਜਿਹੜਾ ਉੱਥੇ ਕੰਮ ਕਰਦਾ ਸੀਗਾ ਉਹਦੇ ਐਕਸੀਡੈਂਟ ਹੋਇਆ, ਪਿੱਛੋਂ ਉਹਦੇ ਗੱਡੀ ਲੱਗੀ ਤੇ ਉਹਦੀ ਗਰਦਨ ਕਾਫੀ ਹਿੱਲ ਗਈ। ਉਹ ਹਸਪਤਾਲ ਚਲ ਗਿਆ। ਉਹਨੇ 3 ਮਹੀਨੇ ਹਸਪਤਾਲ ਰਹਿਣਾ ਸੀ ਜੀ। ਤੇ ਉਹਨੂੰ ਜਿਹੜਾ ਪਰਸਨਲ ਸੀ ਉਹਨੂੰ ਕਹਿੰਦਾ ਵੀ ਤੈਨੂੰ ਅਸੀਂ ਕੋਰਸ ਕਰਾਇਆ, ਤੂੰ ਇਦਾਂ ਕਰ, ਤੂੰ ਬੋਲਰ ਹਾਊਸ ਕੰਮ ਕਰ। ਉਹ ਕਹਿੰਦਾ ਮੈਂ ਤਾਂ ਪੂਰਾ ਸਰਟੀਫਿਕੇਟ ਨਹੀਂ ਕੀਤਾ। ਕਹਿੰਦੇ ਅਸੀਂ ਇੰਨੇ ਪੈਸੇ ਲਾਏ ਆ ਤੇਰੇ ਤੇ, ਤੂੰ ਕਿਉਂ ਨਹੀਂ ਕੀਤਾ? ਉਹ ਕਹਿੰਦਾ ਮੇਰੇ ਤੇ ਪੂਰਾ ਕੋਰਸ ਨਹੀਂ ਹੋਇਆ, ਕਿਉਂ ਪੜ੍ਹਨਾ ਪੈਂਦਾ। ਆਸਟ੍ਰੇਲੀਅਨ ਸੀ, ਆਸਟ੍ਰੇਲੀਅਨ ਸੀਗਾ ਜੀ। ਉਹ ਕਹਿੰਦੇ ਫੇਰ ਕਹਿੰਦੇ ਅਮਰੀਕ ਸਿੰਘ ਥਾਂਦੀ ਆ, ਉਹ ਵੈਂਬਰੀ 'ਚ ਕੰਮ ਕਰਦਾ, ਉਹਨੂੰ ਮੈਂ ਬੁਲਾ ਦਿੰਦਾ, ਉਹ ਕੋਲ ਸਾਰੇ ਪੇਪਰ ਹੈਗੇ, ਸਾਰਾ ਕੁਝ ਹੈਗਾ ਜੀ। ਉਹ ਹੁਣ ਸੋਚਦਾ ਸੀ ਵੀ ਇਹਨੂੰ ਮੈਂ ਕਿਹਾ ਸੀ ਯੂ ਬਲੱਡੀ ਇੰਡੀਅਨ ਹੂ ਵਿਲ ਗਿਵ ਯੂ ਦ ਜੌਬ। ਵੀ ਉਹਨੇ ਜੇ ਮੈਨੂੰ ਜਵਾਬ ਜਦੋਂ ਮੈਨੂੰ ਬੁਲਾ ਕੇ ਲਿਆਏ ਮੈਂ ਹੱਸ ਪਿਆ ਉਹਦੇ ਮੋਹਰੇ। ਕਹਿੰਦਾ ਮੈਨੂੰ ਕਹਿੰਦਾ ਯੂ ਗੋ ਟੂ ਦ ਬੋਰਡਰ ਹਾਊਸ ਫॉर 3 months ਦੈਨ ਵਿਲ ਪੁੱਟ ਯੂ ਬੈਕ ਇਨ ਦ ਬੈਂਬਰੀ। ਮੈਂ ਅੱਛਾ, ਮੈਂ ਠੀਕ ਹੈ, ਮੈਂ ਮਨਜ਼ੂਰ ਕਰ ਲਿਆ ਉਹਦਾ। ਤੇ ਦੇਖੋ ਮੇਰੀ ਕਿਸਮਤ, ਮੈਂ ਕਿਸਮਤ ਤੇ ਬਹੁਤ ਯਕੀਨ ਕਰਦਾ। ਤੁਸੀਂ ਠੀਕ ਕੰਮ ਕਰੋ, ਰੱਬ ਦਾ ਨਾਂ ਲਓ, ਤੁਹਾਡੀ ਹਰ ਇੱਕ ਚੀਜ਼ ਤੁਹਾਡੇ ਨਾਲ ਜਾਊਗੀ ਆਪਣੇ ਆਪ ਕਲੀਅਰ ਹੁੰਦੀ। ਤੇ ਉਹ ਜਦੋਂ ਮਤਲਬ ਉਹਨੇ ਕੀ ਕੀਤਾ, ਫੈਕਟਰੀ ਵਾਲੇ ਨੇ ਕੰਟੀਨੈਂਟਲ ਸ਼ਿਫਟ ਸ਼ੁਰੂ ਕਰਤੀ। ਕੰਟੀਨੈਂਟਲ ਵਿੱਚ ਇੱਕ ਬੰਦਾ ਹੋਰ ਚਾਹੀਦਾ ਸੀ। 18 ਜਨਵਰੀ 87 ਤੋਂ ਉਹਨਾਂ ਨੇ ਕੰਟੀਨੈਂਟਲ ਸ਼ਿਫਟ ਸ਼ੁਰੂ ਕਰਤੀ। ਉਹਦੇ ਵਿੱਚ ਇੱਕ ਬੰਦਾ ਹੋਰ ਚਾਹੀਦਾ ਸੀ ਜੀ। ਤੇ 21 ਫਰਵਰੀ ਨੂੰ ਉਹ ਵਾਪਸ ਆਇਆ ਜੀ। ਤੇ ਉਹਨਾਂ ਨੂੰ ਹੋਰ ਕੋਈ ਬੰਦਾ ਐਕਸਪੀਰੀਅੰਸ ਮਿਲਦਾ ਨਹੀਂ। ਮੇਰਾ ਐਕਸਪੀਰੀਅੰਸ ਹੀ ਉੱਥੇ ਹੋਇਆ ਤੇ ਮੈਂ ਫਿਰ ਉੱਥੇ ਪੱਕਾ ਹੀ ਰਹਿ ਗਿਆ। ਉੱਥੇ ਦੇਖ ਲਓ ਵੀ ਮੈਂ ਜਦੋਂ ਮੇਰਾ ਐਕਸੀਡੈਂਟ ਹੋਇਆ 2 ਮਈ 2006 ਨੂੰ ਮੇਰਾ ਐਕਸੀਡੈਂਟ ਹੋਇਆ, ਜਦ ਤੱਕ ਮੈਂ ਉੱਥੇ ਸੀ। ਤੇ ਮੈਨੂੰ ਇੱਕ ਵਾਰੀ ਕਹਿੰਦੇ ਇਹ ਠੀਕ ਨਹੀਂ ਕੰਮ ਕਰਦਾ, ਇਹਨੂੰ ਸੈਕ ਕਰਨਾ। ਮੈਨੂੰ ਸੈਕ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਯੂਨੀਅਨ ਮੈਂ ਸੀਗਾ, ਮੈਨੂੰ ਸੈਕ ਨਹੀਂ ਕਰ ਸਕੀ। ਦੇਖੋ ਰੱਬ ਦੀ ਕੁਦਰਤ, ਉਸ ਸਮੇਂ ਤਾਂ ਸੈਕ ਨਹੀਂ ਕਰ ਸਕੇ, ਮੈਨੂੰ ਉਹ ਚੰਗਾ ਨਹੀਂ ਸਮਝਦੇ। ਜਦੋਂ ਮੈਂ ਮਤਲਬ ਸੀਗਾ 6 ਮਹੀਨਿਆਂ ਬਾਅਦ ਮੈਨੇਜਰ ਦਾ ਟੈਲੀਫੋਨ ਆ ਮੇਰੀ ਵਾਈਫ ਨੂੰ ਆਇਆ। ਕਹਿੰਦੇ ਮਤਲਬ ਵਾਈਫ ਨੇ ਬੱਚਿਆਂ ਨੂੰ ਦੇ ਦਿੱਤਾ। ਉਹ ਕਹਿੰਦੇ ਕਦੀ ਵੀ ਉਹ ਕੰਮ ਤੇ ਆਊਗਾ, ਕਿਉਂਕਿ ਜਦੋਂ ਉਹ ਮਤਲਬ ਓਵਰ ਟਾਈਮ ਲਈ ਕਹਿੰਦੇ ਸੀ ਜਾਂ ਕਹਿੰਦੇ ਸੀ ਵੀ 12 ਘੰਟੇ ਹੋਰ ਲਾਉਣੇ ਆ। ਮੈਂ ਉੱਥੇ 36 ਘੰਟੇ ਲਾਏ ਆ, 12 ਘੰਟੇ ਹੋਰ ਲਾਣੇ ਆ ਵੀ ਮੈਂ ਉੱਥੇ ਰਹਿ ਜਾਂਦਾ ਸੀ। ਮੈਂ ਕਦੀ ਅੱਜ ਤੇ ਓਵਰ ਟਾਈਮ ਤੋਂ ਜਵਾਬ ਨਹੀਂ ਦਿੱਤਾ। ਤੇ ਉਹਨਾਂ ਨੂੰ ਪਤਾ ਲੱਗ ਗਿਆ ਜਦੋਂ ਬੰਦਾ ਨਾ ਹੋਵੇ ਨਾ ਉੱਥੇ ਵੀ ਉਹਦੀ ਐਗਜ਼ਿਸਟੈਂਸ ਨਹੀਂ, ਤੇ ਉਹਦੀ ਅਸਲ ਵਿੱਚ ਗੁਣਾਂ ਦਾ, ਉਹਦੀ ਵੈਲਿਊ ਦਾ ਫਿਰ ਪਤਾ ਲੱਗਦਾ। ਫਿਰ ਉਹ ਮੈਨੂੰ ਕਹਿੰਦੇ ਵੀ ਕਦੋਂ ਆਊਗਾ, ਤੇ ਉਹ ਕਹਿੰਦੇ ਵੀ ਆਉਣ ਵਾਲਾ ਨਹੀਂ ਹੈ ਹੁਣ, ਵੀ ਉਹਨੇ ਮੇਰੇ ਖਿਆਲ ਨਹੀਂ ਕਦੀ ਆਊਗਾ। ਤੇ ਮੇਰੇ ਕਹਿਣ ਦਾ ਭਾਵ ਆ ਵੀ ਇਸ ਤਰ੍ਹਾਂ ਦੀ ਮੈਂ ਬਹੁਤ ਇੱਥੇ ਡਿਸਕ੍ਰਿਮੀਨੇਸ਼ਨ ਦੇਖੀ। ਅਸੀਂ ਇੱਥੇ 5 ਬੰਦੇ ਸੀਗੇ ਪੱਗਾਂ ਵਾਲੇ, ਇੱਥੇ ਹੁਣ ਤਾਂ 3 ਗੁਰਦੁਆਰੇ ਦਾ, ਉੱਥੇ ਇੱਕ ਗੁਰਦੁਆਰਾ ਸੀਗਾ, ਉੱਥੇ ਸਾਡੇ ਕੋਲ ਮੂਵੀ ਵੀ ਆ ਉਹ ਗੁਰਦੁਆਰੇ ਦੇ ਵਿੱਚ ਕਿੰਨੇ ਬੰਦੇ ਹੁੰਦੇ ਸੀ, ਕਦੇ ਤੁਹਾਨੂੰ ਜ਼ਰੂਰਤ ਕੋਈ ਹੋ ਸਕਦਾ ਮੈਂ ਲਿਆ ਕੇ ਦਿਖਾ ਦੇਵਾਂ। ਇੱਥੇ ਕੋਈ ਖਾਸ ਬੰਦੇ ਨਾ ਸੀ। ਪਹਿਲਾਂ ਸਭ ਤੋਂ ਜਿਹੜਾ ਕਈ ਕਹਿੰਦੇ ਮਲੇਸ਼ੀਅਨ ਗੁਰਦੁਆਰਾ, ਉੱਥੇ ਜਾਂਦਾ। ਹੁਣ ਵੀ ਮੈਂ ਉਹਨਾਂ ਦੀ ਗਵਰਨਿੰਗ ਕਾਉਂਸਲ ਵਿੱਚ ਹਾਂ, ਮੈਂ ਉੱਥੇ ਕਮੇਟੀ ਮੈਂਬਰ ਰਿਹਾ, ਖਜ਼ਾਨਚੀ ਰਿਹਾ, ਹਰ ਇੱਕ ਮੈਨੂੰ ਉੱਥੇ। ਫਿਰ ਜਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਇਸ ਕਮੇਟੀ ਵਿੱਚ ਆ, ਮੈਂ ਮੇਰੀ ਵਾਈਫ ਨੇ ਹੱਥ ਜੋੜੇ, ਮੈਂ ਇਸ ਪੋਲੀਟਿਕਸ ਵਿੱਚ ਗੁਰਦੁਆਰੇ ਵਿੱਚ ਨਹੀਂ ਆਉਣਾ ਚਾਹੁੰਦਾ। ਤੇ ਕਿਉਂਕਿ ਮੇਰੇ ਵਿੱਚ ਆ ਵੀ ਜੇ ਤੁਸੀਂ ਗਲਤ ਕੰਮ ਕਰਦੇ ਹੋਏ ਨਾ, ਮੈਂ ਹਟਣਾ ਨਹੀਂ ਹੈ। ਹੁਣ ਵੀ
ਜਦੋਂ ਵੀ ਕੋਈ ਗਲਤ ਕੰਮ ਹੋਵੇ ਮੈਂ ਸ਼ਰੇਆਮ ਇਹ ਸਾਰਾ ਐਟੀਟਿਊਡ ਆ ਜਿਹੜਾ ਮੈਂ ਦੇਖਿਆ ਕਿ ਤੁਸੀਂ ਹੁਣ ਖੁੱਲ ਕੇ ਕਹਿ ਰਹੇ ਹੋਗੇ ਡਿਸਕ੍ਰਿਮੀਨੇਸ਼ਨ ਵਾਸਤੇ ਜਾਂ ਚਲੋ ਰੇਸਿਜ਼ਮ ਦੀ ਵੀ ਜਿੱਥੇ ਕਿਤੇ ਗੱਲ ਹੁੰਦੀ ਆ, ਜੇ ਗੁਰਦੁਆਰੇ ਦੀ ਵੀ ਜਿਹੜੇ ਤੁਹਾਡੀ ਪੂਰੀ ਹਿਸਟਰੀ ਹੈ ਜਿੱਥੇ ਵੀ ਰਹੀ ਹੈ, ਜਿੱਥੇ ਤੁਹਾਨੂੰ ਲੱਗਦਾ ਕਿ ਗਲਤ ਹੋ ਰਿਹਾ ਤੁਸੀਂ ਬੋਲ ਦਿੰਦੇ ਹੋ ਤਾਂ ਆਊਟਸਪੋਕਨ ਹੋ। ਇਹ ਤੁਹਾਨੂੰ ਆਰਮੀ ਦੇ ਵਿੱਚੋਂ ਮਿਲਿਆ ਜਾਂ ਫੈਮਿਲੀ ਦੇ ਵਿੱਚੋਂ ਆਇਆ ਇਹਦਾ ਸੁਭਾਅ? ਇਹ ਮੇਰੇ ਜਿਹੜੇ ਬਾਬਾ ਜੀ ਸੀਗੇ ਉਹ ਆਰਮੀ 'ਚ ਸੀਗੇ ਜੀ, ਉਹਨਾਂ ਤੋਂ ਕੁਝ ਮਿਲਿਆ ਤੇ ਉਹਨਾਂ ਨੇ ਕਿਸ ਤਰ੍ਹਾਂ ਆਰਮੀ ਵਿੱਚ ਰਹੇ ਜੀ। ਦੂਸਰੀ ਗੱਲ, ਜਿਸ ਤਰ੍ਹਾਂ ਮੈਂ ਆਪਣੀ ਪੜ੍ਹਾਈ ਕੀਤੀ ਇੱਕ ਗਰੀਬੀ ਵਿੱਚ ਰਹਿ ਕੇ, ਅਸੀਂ 5 ਭਰਾ ਸੀਗੇ, ਘਰ ਵਿੱਚ ਗਰੀਬੀ ਸੀ, ਇੱਕ ਭੈਣ ਸੀ, ਮੈਂ ਕਿਸ ਤਰ੍ਹਾਂ ਫੈਕਟਰੀ ਵਿੱਚ ਲੱਗ ਕੇ $50 ਮਹੀਨੇ ਤੇ $50 ਮਹੀਨੇ ਤੇ ਮਤਲਬ $1 ਮਹੀਨੇ ਦਾ ਮੈਂ ਉਹਦੇ ਵਿੱਚ ਕਿਤਾਬਾਂ ਲਈਆਂ। ਮੈਂ ਉਹ ਜਿਹੜੀਆਂ ਇਸ ਤਰ੍ਹਾਂ ਬੰਦੇ ਨੂੰ ਸਖਤ ਬਣਾਉਂਦਾ। ਦੂਸਰੀ ਗੱਲ, ਮੇਰੀ ਵਾਈਫ ਆ ਉਹ ਸਟੇਟ ਫਾਰਵਰਡ ਹੋ, ਕਦੀ ਵੀ ਕੋਈ ਭਾਵੇਂ ਉਹਦਾ ਮਾਂ ਹੋਵੇ ਬਾਪ ਭਰਾ ਹੋਵੇ ਸਿੱਧੀ ਉਹਨੇ ਕਹਿ ਦੇਣੀ ਜੇ ਉਹਦੀ ਗਲਤੀ ਆ, ਗੁੱਸਾ ਕਰੇ ਨਾ ਬੋਲੇ ਉਹਨੂੰ ਪਰਵਾਹ ਨਹੀਂ। ਕੁਛ ਮੈਂ ਆਪਣੀ ਵਾਈਫ ਤੋਂ ਇਹ ਪਿਕਅਪ ਕੀਤਾ ਵੀ ਜਦੋਂ ਕੋਈ ਵੀ ਹੈ ਤੁਸੀਂ ਸਿੱਧੇ ਬੋਲ ਦਿਓ ਕਿ ਤੂੰ ਗਲਤ ਹੈ, ਨਹੀਂ ਬੋਲਣਾ ਨਾ ਬੋਲ, ਤੁਸੀਂ ਤਾਂ ਆਪਣੇ ਵੱਲੋਂ ਰੱਬ ਵੱਲੋਂ ਸੱਚੇ ਆ। ਜੇ ਤੁਸੀਂ ਰੱਬ ਵੱਲੋਂ ਸੱਚੇ ਆ ਫਿਰ ਰੱਬ ਤੁਹਾਡੀ ਮਦਦ ਕਰਦਾ। ਜੇ ਤੁਸੀਂ ਮਤਲਬ ਉਹਨੂੰ ਹੋਰ ਤਰ੍ਹਾਂ ਗੋੜ ਮੋੜ ਕੇ ਕਰੋ ਉਹ ਫਿਰ ਸਵਾਦ ਨਹੀਂ ਆਉਂਦਾ, ਉਹ ਠੀਕ ਨਹੀਂ ਹੁੰਦਾ। ਮੈਂ ਇਸ ਕਰਕੇ ਕਹਿੰਦਾ ਦਿਲੋਂ ਸੋਚੋ, ਦਿਮਾਗ ਤੋਂ ਨਾ, ਤਾਂ ਆਪਣੇ ਦਿਲੋਂ ਜੋ ਤੁਹਾਡੇ ਦਿਲ 'ਚ ਆ ਉਹ ਸਿੱਟ ਦਿਓ। ਜੇ ਤੁਸੀਂ ਆਪਣੇ ਦਿਲ ਵਿੱਚ ਹੋਰ ਹੋਵੇ ਮੂੰਹ ਵਿੱਚ ਹੋਰ ਹੋਵੇ ਉਹ ਠੀਕ ਨਹੀਂ ਹੁੰਦਾ। ਅਖੀਰ ਨੂੰ ਬੰਦੇ ਦਾ ਜਦੋਂ ਇਸ ਤਰ੍ਹਾਂ ਦਾ ਪਤਾ ਲੱਗ ਜਾ ਉਹ ਬੰਦੇ ਦੀ ਇੱਜ਼ਤ ਨਹੀਂ ਰਹਿੰਦੀ। ਅੱਛਾ, ਤੁਸੀਂ 40 ਸਾਲਾਂ ਤੋਂ ਅਲੱਗ-ਅਲੱਗ ਤਰ੍ਹਾਂ ਦੇ ਕਮਿਊਨਿਟੀਜ਼ ਦੇ ਵਿੱਚ ਵਿਚਰਦੇ ਹੋ। ਹਾਂਜੀ, ਜੇ ਰੈਂਕਿੰਗ ਕਰਨੀ ਹੋਵੇ ਇੰਡੀਅਨ ਕਮਿਊਨਿਟੀ ਦੀ ਜਾਂ ਪੰਜਾਬੀ ਲੋਕਾਂ ਦੀ ਜੀ, ਕੰਪੇਅਰ ਟੂ ਅਦਰ ਸਾਰੇ ਚੀਜ਼ਾਂ ਨੂੰ, ਉਹਨਾਂ ਦੇ ਬਿਹੇਵੀਅਰ ਨੂੰ ਦੇਖ ਕੇ, ਉਹਨਾਂ ਦਾ ਸਾਰਾ ਕੁਝ ਨੋਟਸ ਕਰਕੇ, ਤਾਂ ਕਿੱਥੇ ਸਟੈਂਡ ਕਰਦੇ ਹਾਂ ਅਸੀਂ ਕੰਪੇਅਰ ਟੂ ਅਦਰ ਕਮਿਊਨਿਟੀ? ਇਹ ਮੈਂ ਤੁਹਾਨੂੰ ਦੱਸਾਂ, ਮੈਂ ਆਪਣੇ ਆਪ ਆਪਣੀ ਸਿਫਤ ਕਰਨੀ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਜੀ। ਦੂਸਰੀ ਗੱਲ ਇਹ ਆ, ਮੈਂ ਜਿੱਦਾਂ ਮੈਂ ਤੁਹਾਨੂੰ ਗੁਰਦੁਆਰੇ ਦੀ ਮੈਂ ਗੱਲ ਦੱਸਦਾ। ਮੈਂ ਉੱਥੇ ਗਿਆ, ਮੈਂ ਉਹਦੇ ਸਾਰੀ ਸੰਗਤ ਬੈਠੀ ਸੀ, ਮੈਂ ਸਾਰੀ ਸੰਗਤ ਵਿੱਚ ਕਹਿ ਦਿੱਤਾ ਵੀ ਇਹ ਉਹਨੇ ਲੈਕਚਰ ਮੇਰੇ ਬਰਖਲਾਫ ਕੀਤਾ। ਮੈਂ ਸਿਰਾਂ ਵਿੱਚ ਝੂਠ ਬੋਲਦਾ ਸਾਰੀ ਸੰਗਤ ਦੇ ਸਾਹਮਣੇ ਵੀ ਆਹ ਗੱਲ ਆ, ਤੇ ਨਾਲੇ ਮੈਂ ਉਹਦੀ ਵੀਡੀਓ, ਮੇਰੇ ਕੋਲ ਹਾਲੇ ਵੀਡੀਓ ਹੈਗੀ ਆ, ਉਹਨੇ ਮੈਨੂੰ ਕੁੱਟਣ ਲਈ ਬੰਦੇ ਭੇਜੇ, ਮਤਲਬ ਪਾਏ ਉੱਥੇ ਗੁਰਦੁਆਰੇ ਵਿੱਚ, ਉਹ ਮੈਂ ਵੀਡੀਓ ਲਈ, ਮੈਂ ਉੱਥੇ ਲੰਗਰ ਛਕ ਕੇ ਆ, ਮੈਂ ਕਿਸੇ ਤੇ ਡਰਿਆ ਨਹੀਂ, ਮੈਂ ਕਿਸੇ ਨੇ ਵੀ ਮੈਨੂੰ ਹੱਥ ਲਾਤਾ। ਫਿਰ ਇੱਕ ਬੰਦੇ ਨੂੰ ਮੈਂ ਛੱਡਦਾ, ਬਾਕੀ ਕੋਈ ਗੱਲ ਨਹੀਂ, ਮੇਰੇ ਜੋ ਹੋ ਗਿਆ ਹੋਊਗਾ। ਵਾਈਫ ਨੇ ਵੀ ਕਿਹਾ, ਉੱਥੇ ਉਹ ਵੀ ਬੰਦੇ ਸੀਗੇ ਜਿਹੜੇ ਡਰਾਈਵਰ ਨੇ। ਉਸ ਦੌਰ ਦੀ ਸਟੋਰੀ ਹੈ ਜਦੋਂ ਤੁਸੀਂ ਗੁਰਦੁਆਰਾ ਕਮੇਟੀ ਦੇ ਮੈਂਬਰ ਹੋ? ਨਹੀਂ, ਹੋਰ ਗੁਰਦੁਆਰੇ ਦੀ ਗੱਲ। ਅੱਛਾ, ਇਹ ਹੋਰ ਗੁਰਦੁਆਰਾ ਸਾਹਿਬ। ਹਾਂਜੀ, ਉੱਥੇ ਮਤਲਬ ਉਹਨਾਂ ਨੇ ਮੈਨੂੰ ਫਿਰ 2 ਮੈਨੂੰ ਚਿੱਠੀਆਂ ਭੇਜੀਆਂ, ਕਿਸੇ ਵੇਲੇ ਜ਼ਰੂਰਤ ਪੈਣ ਤੇ ਮੈਂ ਤੁਹਾਨੂੰ ਦਿਖਾ ਦੂੰਗਾ, ਤੁਸੀਂ ਇਹ ਗੁਰਦੁਆਰੇ ਨਹੀਂ ਆ ਸਕਦੇ। ਫਿਰ ਮੇਰੇ ਤੇ ਇਲਜ਼ਾਮ ਲਾਇਆ ਕਿ ਇਹ ਗੁਰਦੁਆਰੇ ਨੂੰ ਡਿਸਟਰਬ ਕਰਦਾ, ਤੇ ਮੇਰੇ $5000 ਲੱਗੇ ਸੱਚਾਈ ਕੱਢਣ ਲਈ। ਤੇ ਜਦੋਂ ਮੈਂ ਕੀ ਕੀਤਾ, ਉਹ ਜਿਹੜੀ ਰਿਕਾਰਡਿੰਗ ਸੀ ਉਹਨੇ ਮੇਰੇ ਬਰਖਲਾਫ ਕੀਤੀ, ਮੈਨੂੰ ਡਿਫੇਮ ਕੀਤਾ, ਉਹ ਕੋਰਟ ਵਿੱਚ ਪੇਸ਼ ਕੀਤੀ। ਫਿਰ ਕਹਿੰਦਾ ਭਈ ਮੈਨੂੰ $150 ਇਹ ਦੇ ਦੇਵੇ, ਕਿਉਂਕਿ ਮੈਂ ਸੰਗਤ ਵਿੱਚ ਕਹਿ ਚੁੱਕਾ ਕਿ ਉਹਦਾ ਕਸੂਰ ਆ, ਤੇ ਕੋਰਟ ਵਿੱਚ ਤੇ ਉਹ ਪੈਸੇ ਮੇਰੇ ਤੇ ਫਿਰ ਤਾਂ ਬੇਇੱਜ਼ਤੀ ਬਹੁਤ ਹੋਣੀ ਆ। ਉਹ 9000 ਨਹੀਂ ਦੇਣਾ। ਉਹਦੇ ਵਿੱਚ ਲਿਖਿਆ ਆ ਵੀ ਇਹ ਉਹਦੇ ਵਕੀਲ ਨੇ ਲਿਖਿਆ ਵੀ ਇਹ ਗੁਰਦੁਆਰੇ ਵਿੱਚੋਂ ਪੈਸੇ ਦਿੱਤੇ ਆ। ਇਸ ਤਰ੍ਹਾਂ ਜਦੋਂ ਗੁਰਦੁਆਰੇ ਦੇ ਪੈਸੇ ਨੂੰ ਮਿਸਯੂਜ਼ ਕਰਕੇ, ਮੈਂ ਇਹ ਬਰਦਾਸ਼ਤ ਨਹੀਂ ਕਰਦਾ। ਮੈਂ ਗੁਰਦੁਆਰੇ ਤੇ ਕੇਸ ਕਰ ਸਕਦਾ ਸੀ ਕਿ ਮੈਨੂੰ ਡਿਫੇਮ ਕੀਤਾ, ਉਹਨੇ ਗੁਰਦੁਆਰੇ ਦੇ ਪੈਸੇ ਲਾ ਕੇ, ਫਿਰ ਮੈਂ ਇਹ ਪਾਪ ਖੱਟਣਾ ਨਹੀਂ ਚਾਹੁੰਦਾ, ਮੈਂ ਕੇਸ ਨਹੀਂ ਕੀਤਾ। ਪਰ ਕਿਸੇ ਵੇਲੇ ਮੈਂ ਤੁਹਾਨੂੰ ਅੱਜ ਇਸ ਤੇ ਕਹਿਣਾ, ਟਾਈਮ ਆਊਗਾ ਇਹ ਗੱਲਾਂ ਸਾਰੀਆਂ ਅੱਗੇ ਆਉਣਗੀਆਂ ਜੀ। ਇਹ ਟਾਈਮ ਲੱਗਦਾ ਹੁੰਦਾ, ਰੱਬ ਕਹਿੰਦਾ ਦੇਰ ਆ, ਦੇਰ ਨਹੀਂ ਹੈ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਲੱਗਦਾ ਤੁਸੀਂ ਅੰਦਰੋਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ। ਅਲੱਗ ਤੋਂ ਇਸ ਗੁਰਦੁਆਰੇ ਦੇ ਪ੍ਰਬੰਧਨ ਬਾਰੇ, ਜਿਹੜਾ ਆਸਟ੍ਰੇਲੀਆ ਦੇ ਵਿੱਚ ਗੁਰਦੁਆਰੇ ਦਾ ਪ੍ਰਬੰਧਨ ਹੈ ਜਿਹੜਾ, ਉਸ ਦੇ ਵਿੱਚ ਲੀਗਲ ਓਬਲੀਗੇਸ਼ਨਸ ਕੀ ਨੇ, ਪਬਲਿਕ ਦੀ ਅਪਰੋਚ ਕਿਸ ਲੈਵਲ ਤੱਕ ਹੋ ਸਕਦੀ ਆ, ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਉਸ ਨੂੰ ਕਿਸ ਹੱਦ ਤੱਕ ਰੋਕ ਸਕਦੀ ਹੈ ਜਾਂ ਨਹੀਂ ਰੋਕ ਸਕਦੀ, ਇਸ ਪੂਰੇ ਵਿਸ਼ੇ ਦੇ ਉੱਪਰ ਆਪਾਂ ਇੱਕ ਪੂਰੀ ਗੱਲਬਾਤ, ਪੂਰੀ ਜਿਹੜੀ ਟਾਕ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਜਾਣ ਤੋਂ ਪਹਿਲਾਂ, ਪ੍ਰੋਗਰਾਮ ਸਮੇਟਣ ਤੋਂ ਪਹਿਲਾਂ, ਇੱਕ ਸੁਨੇਹਾ ਜਿਹੜਾ ਸਾਡੀ ਕਮਿਊਨਿਟੀ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਆਪਣੇ 40 ਸਾਲ ਦੇ ਤਜਰਬੇ ਦੇ ਹਿਸਾਬ ਦੇ ਨਾਲ, ਕਿ ਕਿੱਦਾਂ ਉਹਨਾਂ ਨੂੰ ਰਹਿਣਾ ਚਾਹੀਦਾ? ਮੈਂ ਸਭ ਤੋਂ ਪਹਿਲਾਂ ਵੱਡਾ ਸੁਨੇਹਾ ਇਹ ਦੇਣਾ ਚਾਹੁੰਦਾ, ਇੱਕ ਅੱਛੇ ਸਿਟੀਜ਼ਨ ਰਹੋ ਜੀ। ਤੇ
ਇੱਕ ਗੁਰਦਾਸ ਮਾਨ ਨੇ ਇੱਕ ਗਾਣਾ ਗਾਇਆ ਸੀ, ਜਿਸ ਦੇਸ਼ ਦਾ ਖਾਈਏ ਉਹਨੂੰ ਭੰਡੀ ਦਾ ਨਹੀਂ। ਮੈਨੂੰ ਇੱਥੇ ਆ ਕੇ ਮੈਂ ਕਮਿਊਨਿਟੀ ਹਰ ਸੰਡੇ ਮੈਂ ਇੱਥੇ ਹਟਲ ਸਕੁਅਰ ਵਿੱਚ ਅਸੀਂ ਬਰੀਨੀਆਂ ਨੂੰ ਜਿਹੜੇ ਹੋਮਲੈਸ ਉਹਨਾਂ ਨੂੰ ਖਾਣਾ ਦੇਈਦਾ। ਫਿਰ ਸਟੂਡੈਂਟ ਜਿਹੜੇ ਇੱਥੇ ਆ, ਤੁਸੀਂ ਵਰਕਸ਼ਾਪ ਤੇ ਦੇਖ ਲਓ, ਬਕਸੇ ਲਏ ਉਹਨਾਂ ਨੂੰ ਦੇਈਦੇ। ਮੈਂ ਆਪਣੇ ਆਪ ਨੂੰ ਮਸ਼ਹੂਰ ਕਰਨ ਲੱਗੇ ਭੱਜ ਕੇ ਅੱਗੇ ਮੋਹਰੀ ਨਹੀਂ ਹੁੰਦਾ। ਤੇ ਇੱਕ ਵਾਰੀ ਕਿਤੇ ਪ੍ਰੋਗਰਾਮ ਰੱਖਿਆ ਸਰਨ ਸਿੰਘ, ਮੈਂ ਕਿਤੇ ਫੇਰ ਟਾਈਮ ਮਿਲਿਆ ਤੁਹਾਨੂੰ ਦੱਸਾਂਗੇ, ਉੱਥੇ ਉਹਨਾਂ ਦਾ 100 ਸਾਲ ਜਦੋਂ ਸ਼ਹੀਦੀ, ਉਹ ਸਿੱਖ ਸੀਗਾ ਇਸ ਆਸਟ੍ਰੇਲੀਅਨ ਆਰਮੀ ਵਿੱਚ, ਉੱਥੇ ਮੈਨੂੰ ਬੁਲਾਇਆ ਗਿਆ। ਤੇ ਬਾਕੀ ਸਾਰੇ ਪੋਲੀਟੀਸ਼ੀਅਨ ਫੋਟੋਗ੍ਰਾਫਰ ਮੈਂ ਪਰੇ ਫਿਰਦਾ ਰਿਹਾ। ਮੈਨੂੰ ਇੱਕ ਪੋਲੀਟੀਸ਼ੀਅਨ ਨੇ ਸੱਦਿਆ, ਕਹਿੰਦਾ ਮੈਂ ਤੈਨੂੰ ਨੋਟਿਸ ਕੀਤਾ, ਤੂੰ ਕਿਉਂ ਨਹੀਂ ਸਾਹਮਣੇ ਆਉਂਦਾ, ਸਾਡੇ ਨਾਲ ਖੜ ਕੇ ਫੋਟੋ ਖਿਚਾ। ਕਹਿੰਦਾ ਤੇਰੀ ਫੋਟੋ ਇੱਦਾਂ। ਮੈਂ ਕਿਹਾ ਗੱਲ ਸੁਣ, one thing I can tell you, I don't believe it I'll be famous to get photo with you and put on the Facebook photo, and I want to be famous with my deeds, not photo with the politician. ਉਹ ਮੈਨੂੰ ਹੈਰਾਨ ਰਹਿ ਗਿਆ। ਅੱਜ ਵੀ ਉਹਨੂੰ ਇਹ ਸਵਾਲ ਪੁੱਛ ਸਕਦੇ ਆ, ਕਹਿੰਦਾ ਅੱਜ ਤੱਕ ਮੈਨੂੰ ਇਹ ਗੱਲ ਕਿਸੇ ਵੀ ਨੇ ਇੰਡੀਅਨ ਨੇ ਕਹੀ। ਕਹਿੰਦਾ ਸਾਡੇ ਨਾਲ ਭੱਜ ਆ ਕੇ ਫੋਟੋਆਂ ਖਿਚਾਉਂਦੇ ਆ। ਕਹਿੰਦਾ ਤੂੰ ਇੱਕ ਪਹਿਲਾ ਬੰਦਾ ਮੈਂ ਦੇਖਿਆ ਪਰੇ ਰਹਿਣਾ। ਮੈਂ ਕਿਹਾ ਮੈਂ ਜੋ ਕਮਿਊਨਿਟੀ ਲਈ ਕਰ ਸਕਦਾ, ਜੋ ਇਸ ਦੇਸ਼ ਲਈ ਕਰ ਸਕਦਾ, ਜੋ ਆਪਣੀ ਸਟੇਟ ਲਈ ਕਰ ਸਕਦਾ, ਉਹ ਮੈਂ ਕਰਕੇ ਫਿਰ ਮੈਂ ਮਸ਼ਹੂਰ ਹੋਊਂਗਾ। ਪਰ ਮੈਂ ਤੇਰੇ ਨਾਲ ਫੋਟੋਆਂ ਖਿਚਾ ਕੇ ਮੈਂ ਮਸ਼ਹੂਰ ਨਹੀਂ ਹੋਣਾ। ਕੱਲ੍ਹ ਨੂੰ ਤੂੰ ਬਦਨਾਮ ਹੋਊਂਗਾ, ਮੈਂ ਵੀ ਬਦਨਾਮ ਹੋਊਂਗਾ। ਉਹ ਮੈਨੂੰ ਹੈਰਾਨ ਰਹਿ ਗਿਆ। ਕਹਿੰਦਾ ਅੱਜ ਤੱਕ ਮੈਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ। ਕਹਿੰਦਾ ਤੂੰ ਪਹਿਲਾ ਬੰਦਾ ਮੇਰੀ ਜ਼ਿੰਦਗੀ ਵਿੱਚ ਜਿਹਨੇ ਮੈਨੂੰ ਗੱਲ ਕਹੀ ਆ। ਤੇ ਮੈਂ ਇਸੇ ਹਮੇਸ਼ਾ ਪ੍ਰਿੰਸੀਪਲ ਬਣਾਓ ਆਪਣੀ ਜ਼ਿੰਦਗੀ ਵਿੱਚ। ਤੁਸੀਂ ਕੀ ਕਰਨਾ, ਆਪਣੇ ਅਸੂਲ ਨਾਲ ਚੱਲੋ, ਗਾਲਾਂ ਨਾ ਕੱਢੋ, ਹਰ ਇੱਕ ਨਾਲ ਮਿੱਠ ਬੋਲੜਾ ਬੋਲੋ। ਤੁਸੀਂ ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕਰੋ, ਨਾ ਕਿ ਜੇ ਤੁਸੀਂ ਮਾੜੇ ਕੰਮ ਕਰਕੇ ਇੱਕ ਬੰਦੇ ਦਾ ਨਾਂ ਕਿਵੇਂ ਟੀਵੀ ਤੇ ਆ ਗਿਆ, ਉਸ ਬੰਦੇ ਨੇ ਆਹ ਕੀਤਾ, ਉਸ ਬੰਦੇ ਨੇ ਆਹ ਕੀਤਾ, ਸਾਰੀ ਕਮਿਊਨਿਟੀ ਬਦਨਾਮ ਹੁੰਦੀ ਆ। ਇਹ ਜਦੋਂ ਤੁਸੀਂ ਇੱਥੇ ਆਉਨੇ ਆ, ਮੈਂ ਹਰ ਇੱਕ, ਮੈਨੂੰ ਪਤਾ ਇੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ, ਉਹਨੂੰ ਲੜਨ ਦੀ ਬਜਾਏ ਉਹ ਤੁਹਾਡਾ ਐਕਸਪੀਰੀਅੰਸ ਆ, ਸਿੱਖੋ ਉਹਨੂੰ ਸਿੱਖੋ ਕਿਸ ਤਰ੍ਹਾਂ ਤੁਸੀਂ ਉਸ ਐਕਸਪੀਰੀਅੰਸ ਨੂੰ ਉਠਾ ਸਕਦੇ ਆ। ਮੇਰੇ ਵੀ ਇੱਥੇ ਦੁਸ਼ਮਣ ਸੀਗੇ ਜਿਹੜੇ ਮੈਨੂੰ ਕਹਿੰਦੇ ਸੀ, ਮੈਂ ਉਹਨਾਂ ਨਾਲ ਲੜਿਆ ਨਹੀਂ, ਪਰ ਮੈਂ ਉਹਨਾਂ ਨਾਲ ਹੌਲੀ ਹੌਲੀ ਉਹਨਾਂ ਨਾਲ ਪ੍ਰੇਮ ਨਾਲ, ਜੋ ਤੁਸੀਂ ਪ੍ਰੇਮ ਨਾਲ ਜਿੱਤ ਲਓਗੇ ਉਹ ਤੁਸੀਂ ਦੁਸ਼ਮਣੀ ਨਾਲ ਨਹੀਂ ਜਿੱਤ ਸਕਦੇ। ਮਨ ਜੀਤੇ ਜਗਜੀਤ ਆਪਣਾ ਐਕਸਪੀਰੀਅੰਸ ਆ। ਆ ਜਿਹੜਾ ਮਨ ਜੀਤੇ ਜਗਜੀਤ, ਇਹ ਸਾਨੂੰ ਇੱਕ ਲੈਕਚਰ ਕਰਨ ਲਈ ਆਇਆ ਸੀਗਾ। ਮਤਲਬ ਤੁਸੀਂ ਪਬਲਿਕ ਵਿੱਚ ਲੈਕਚਰ ਕਰੋ 3 ਮਿੰਟ ਲਈ ਜਾਂ 2 ਮਿੰਟ ਲਈ, ਮਨ ਜੀਤੇ ਜਗਜੀਤ। ਤੇ ਇੱਕ ਹੋਰ 2 ਗੁਰੂ ਗ੍ਰੰਥ ਸਾਹਿਬ ਵਿੱਚ, ਹਾਂਜੀ ਉਸ ਟਾਈਮ ਵਿੱਚ ਜਦੋਂ ਮੈਂ 10ਵੀਂ 'ਚ ਪੜ੍ਹਦਾ ਸੀ, ਸਾਨੂੰ ਇਸ ਬਾਰੇ, ਤੇ ਜਦੋਂ ਸਾਡੇ ਟੀਚਰ ਸੀਗੇ ਉਹਨਾਂ ਤੋਂ ਵੀ ਮੈਂ ਬਹੁਤ ਇਹ ਚੀਜ਼ਾਂ ਸਿੱਖੀਆਂ ਕਿ ਕੀ ਕਹਿਣਾ ਚਾਹੀਦਾ। ਤੇ ਬਾਕੀ ਅਸੀਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਾਂ। ਕੱਲਾ ਪੜ੍ਹਨ ਜਾਂ ਫਿਰ ਪੜ੍ਹ ਗੱਡੇ ਲੱਦੀਏ, ਪੜ੍ਹ ਪਈਏ ਮਾਣ, ਇੱਦਾਂ ਨਹੀਂ ਇੱਕ ਵਾਰੀ ਗੁਰਦੁਆਰੇ ਜਾਏ ਹੁਣ ਸਾਰੇ ਮੇਰੇ ਬਖਸ਼ ਹੋ ਗਏ, ਇਹ ਨਹੀਂ। ਤੁਸੀਂ ਆਪਣੇ ਮਨ ਵਿੱਚ ਰੱਖੋ, ਸੱਚ ਬੋਲੋ, ਤੇ ਉਹ ਸੱਚ ਦੀ ਅੱਜ ਤੁਸੀਂ ਦੁਖੀ ਹੋਵੋਗੇ ਤੇ ਕੱਲ ਨੂੰ ਉਹਦੀ ਕਦਰ ਹੋਊਗੀ। ਰਿਜ਼ਲਟ ਹਮੇਸ਼ਾ ਹੀ ਸੱਚ ਦਾ ਹੁੰਦਾ ਤੇ ਝੂਠ ਦਾ ਨਹੀਂ ਹੁੰਦਾ। ਮੈਨੂੰ ਪਤਾ ਝੂਠ ਦੀਆਂ ਢੇਰੀਆਂ ਢਹਿੰਦੀਆਂ ਹੁੰਦੀਆਂ, ਅਖੀਰ ਨੂੰ ਰੱਬ ਦਾ ਕਰ ਦੇ ਰਿਹਾ ਹੁੰਦੀ ਹੈ। ਕਦੀ ਵੀ ਆਪਣੇ ਆਪ ਨੂੰ ਡਾਊਨ ਨਾ ਸਮਝੋ। ਹਮੇਸ਼ਾ ਹੀ ਮੈਂ ਇੱਥੇ ਇੰਜੀਨੀਅਰਿੰਗ ਕੀਤੀ ਆ। ਮੈਂ ਇਕੱਲਾ ਬੰਦਾ ਸੀ ਜਿਹਨੇ ਐਡਵਾਂਸ ਡਿਪਲੋਮਾ ਕਰ ਰਿਹਾ ਸੀ। ਪਹਿਲਾਂ ਸਰਟੀਫਿਕੇਟ ਫਿਰ ਡਿਪਲੋਮਾ, ਫਿਰ ਐਡਵਾਂਸ ਡਿਪਲੋਮਾ, ਮੇਰੇ 2 ਸਬਜੈਕਟ ਰਹਿੰਦੇ ਸੀ ਜਿਹਦੇ ਮੈਂ ਹਾਲੇ ਫਿਨਿਸ਼ ਨਹੀਂ ਕਰ ਸਕਿਆ ਕਿਉਂਕਿ ਮੇਰਾ ਐਕਸੀਡੈਂਟ ਹੋ ਗਿਆ ਸੀ। ਫਿਰ ਵੀ ਕੋਈ ਨਾ ਕੋਈ ਮੈਂ ਪੜ੍ਹਾਈ ਅੱਗੇ ਕਰਦਾ ਹੀ ਰਿਹਾ, ਕਿਉਂਕਿ ਜੋ ਬੰਦੇ ਨੂੰ ਪੜ੍ਹਾਈ ਕਰਕੇ ਨੌਲੇਜ ਮਿਲਦੀ ਆ, ਬੰਦੇ ਨਾਲ ਗੱਲ ਕਰਕੇ ਨੌਲੇਜ ਮਿਲਦੀ ਆ। ਦੂਸਰੀ ਗੱਲ, ਜਦੋਂ ਤੁਸੀਂ ਕਿਸੇ ਨਾਲ ਬੰਦੇ ਨਾਲ ਗੱਲ ਕਰਦੇ, ਕਿਸੇ ਨੂੰ ਵੀ ਡਾਊਨ ਨਾ ਕਰੋ। ਮੈਂ ਤੇ ਤੋਂ ਬਹੁਤ ਉੱਚਾ, ਮੈਨੂੰ ਇੱਥੇ ਦੇਖਿਆ ਛੱਡ ਕੇ ਉੱਥੇ 4 ਕਾਰਾਂ ਸੀ, 5 ਕਾਰਾਂ ਸੀ। ਮੈਨੂੰ ਕੋਈ ਪੁੱਛਦਾ ਕਿ ਭਰਾਵਾ ਅਸੀਂ ਤਾਂ ਇੱਥੇ ਰੋਟੀ ਕਮਾਉਣ ਆਏ ਆ, ਸਾਨੂੰ ਜੇ ਉੱਥੇ ਰੋਟੀ ਚੰਗੀ ਤਰ੍ਹਾਂ ਮਿਲਦੀ ਹੁੰਦੀ ਅਸੀਂ ਇੱਥੇ ਕਿਉਂ ਆਉਂਦੇ। ਮੈਂ ਆਪਣੇ ਨੇ ਕਦੀ ਪ੍ਰਾਊਡ ਨਹੀਂ ਕੀਤਾ। ਦੂਸਰੀ ਗੱਲ, ਕਦੀ ਕਿਸੇ ਨਾਲ ਜਲਸ ਨਾ ਕਰੋ। ਕਈ ਵਾਰੀ ਮੇਰੇ ਘਰ ਆਉਂਦੇ, ਮੇਰੇ ਕੋਲ ਆਪਣਾ 7 ਬੈਡਰੂਮ ਦਾ ਘਰ ਆ, 2000 ਸਕੁਅਰ ਜਗ੍ਹਾ ਹੈ। ਉਹ ਕਹਿੰਦੇ ਅੰਕਲ ਜੀ ਸਾਡੇ ਕੋਲ ਵੀ ਕਦੀ ਘਰ ਇੱਦਾਂ ਹੋਊਗਾ। ਮੈਂ ਕਿਹਾ ਪਹਿਲਾਂ ਜਿਹੜੀ ਆਪਣੀ ਮੋਰੇ ਜਦੋਂ ਮੇਰੇ ਬਰਾਬਰ ਹੋਵੇ, ਖਰਿਆ ਤੁਹਾਡੇ ਕੋਲ ਵੀ ਇਦੋਂ ਵੱਡਾ ਹੋਊਗਾ। ਮੈਂ ਤੁਸੀਂ ਸਖਤ ਕੰਮ ਕਰੋ, ਕਿਸੇ ਨੂੰ ਦੇਖ ਕੇ ਜਰਾ ਖਿਜੋ ਨਾ। ਇਸ ਕਰਕੇ ਮੈਂ ਤੁਹਾਨੂੰ ਇਹ ਕਹਿੰਦਾ,
ਮੈਂ ਜੋ ਵੀ ਆਪਣੇ ਵੱਲੋਂ ਕਿਸੇ ਨੂੰ ਅੱਛੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਆ, ਨਾ ਕਿ ਉਹਨੂੰ ਉਕਸਾਹਟ ਕਰਕੇ ਕਿਸੇ ਨੂੰ ਲੜਨ ਦੀ। ਜੇ ਮੈਨੂੰ ਕੋਈ ਆ ਮੈਨੂੰ ਉਹਨੇ ਇਦਾਂ ਕਿਹਾ, ਮੈਨੂੰ ਕਿਹਾ ਕੋਈ ਗੱਲ ਨਹੀਂ, ਤੂੰ ਨਾ ਪਿਆਰ ਨਾਲ ਸਮਝਾ, ਮੈਂ ਵੀ ਉਹਨੂੰ ਸਮਝਾਉਣਾ। ਮੈਨੂੰ ਜਦੋਂ ਕਈ ਵਾਰੀ ਹਸਬੈਂਡ ਵਾਈਫ ਦੀ ਲੜਾਈ ਹੋਈ, ਉਹਦੇ ਵਿੱਚ ਵੀ ਮੈਨੂੰ ਲਿਜਾਂਦੇ, ਕਈ ਵਾਰੀ ਆਪ ਸਟੂਡੈਂਟਾਂ ਦੀ ਲੜਾਈ, ਫਿਰ ਵਰਕਸ਼ਾਪ ਤੇ ਆ ਜਾਣਾ, ਕਈਆਂ ਨੇ ਕਿਸੇ ਦੇ ਪੈਸੇ ਮਾਰ ਲੈ, ਫਿਰ ਉਹ ਕਹਿੰਦੇ ਅੱਛਾ ਇਹ ਫੈਸਲਾ ਹੋ ਜਾਊਗਾ। ਮੇਰੇ ਕੋਲ ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਮੇਰੇ ਕੋਲ ਕਾਰਾਂ ਲੈ ਕੇ ਆਉਂਦੇ ਹੁੰਦੇ ਸੀ, ਟੈਕਸੀ ਡਰਾਈਵਰ। ਜਦੋਂ ਮੈਂ ਉਹਨੂੰ ਕਿਹਾ ਵੀ ਤੇਰੀ ਗਲਤੀ ਹੈ, ਜਦ ਮੈਂ ਦੇਖਿਆ ਤੂੰ ਇੰਨੇ $20,000 ਇੱਕ ਵਾਰੀ $20,000 ਉਹਨੂੰ ਦੇਣਾ, ਮੈਂ $20,000 ਦੇ ਤੇ ਨਹੀਂ ਦਿੱਤਾ, ਮੈਂ ਕੋਰਟ ਜਾ ਕੇ ਮੈਂ ਅਗਾਂਹ ਆਇਆ, ਉਹਨੂੰ ਦੇਣਾ ਪਿਆ। ਉਹ 3 ਮਹੀਨੇ ਉਹ ਮੇਰੀ ਵਰਕਸ਼ਾਪ ਤੇ ਨਹੀਂ ਆਇਆ। ਬਾਅਦ ਵਿੱਚ ਉਹ ਜਿਸ ਹੋਰ ਕਿਸੇ ਦੀ ਵਰਕਸ਼ਾਪ ਤੇ ਜਾਂਦਾ ਸੀ, ਉਹਨੂੰ ਚੰਗਾ ਲੁੱਟਿਆ, ਕਾਫੀ ਉਹਦੇ ਕੋਲੋਂ ਵੱਧ ਚਾਰਜ ਕੀਤੇ। ਮੁੜ ਕੇ ਫਿਰ ਉਹ ਆਉਣ ਲੱਗ ਪਿਆ, ਕਹਿੰਦਾ ਆਪਾਂ ਇੰਡੀਅਨ, ਆਪਾਂ ਇੱਕ ਦੂਜੇ ਦੀ ਮਦਦ ਕਰੂ। ਮੈਂ ਤਾਂ ਤੈਨੂੰ ਰੋਕਿਆ ਨਾ ਸੀ, ਪਰ ਮੈਨੂੰ ਫਿਰ ਆਪਣੇ ਮੂੰਹੋਂ ਉਹਨੇ ਕਹਿ ਦਿੱਤਾ। ਮੈਂ ਕਿਹਾ ਮੈਂ ਜੋ ਫੈਸਲਾ ਕਰਦਾ, ਜੋ ਤੁਸੀਂ ਮੇਰੇ ਕੋਲ ਆਉਣੇ ਫੈਸਲਾ ਕਰਨ ਲਈ, ਜੇ ਮੈਂ ਤੇਰੀ ਮਦਦ ਕਰਾਂ ਕਿਉਂਕਿ ਤੂੰ ਮੇਰੇ ਕੋਲ ਆਉਣਾ, ਮੈਂ ਰੱਬ ਦਾ ਦੇਣਦਾਰ ਜੀ। ਪਰ ਜੇ ਮੈਂ ਉਹ ਫੈਸਲਾ ਠੀਕ ਕੀਤਾ ਵੀ ਰੱਬ ਦਾ ਨਾਮ ਲੈ ਕੇ ਕੀਤਾ, ਮੈਂ ਇਨਸਾਫ ਕੀਤਾ, ਫਿਰ ਮੈਂ ਰੱਬ ਦਾ ਦੇਣਦਾਰ, ਫਿਰ ਮੈਂ ਇੱਕ ਆਪਣੇ ਆਪ ਤੇ ਪ੍ਰਾਊਡ ਮਹਿਸੂਸ ਕਰੂੰਗਾ। ਮੇਰੇ ਬੇਟੇ ਨੇ ਵੀ ਕਿਹਾ ਡੈਡੀ ਤੂੰ ਇਹਦੇ ਬਰਖਲਾਫ ਫੈਸਲਾ ਕੀਤਾ, ਆਪਣੇ ਕੋਲ 10 ਕਾਰਾਂ ਹੋਰ ਆਉਂਦੀਆਂ ਸੀ। ਮੈਂ ਕਿਹਾ ਇੱਕ ਗੱਲ ਮੇਰੀ ਯਾਦ ਰੱਖੀ, ਜਿਹਦੇ ਆਪਣਾ ਕੰਮ ਵਧਣਾ ਨਾ, ਰੱਬ ਨੇ ਵਧਾਉਣਾ, ਇਹ ਆਪਾਂ ਨੂੰ ਰੋਟੀ ਨਹੀਂ ਦਿੰਦਾ, ਰੱਬ ਦਿੰਦਾ। ਅੱਜ ਇਸ ਵੇਲੇ ਤੁਸੀਂ ਕਦੀ ਵੀ ਵਰਕਸ਼ਾਪ ਤੇ ਦੇਖ ਲਓ, ਕਾਰਾਂ ਖੜੀਆਂ ਹੁੰਦੀਆਂ, ਮੈਂ ਉਹ ਗੱਲ ਉਹਨੂੰ ਯਾਦ ਕਰਾਉਣੀ। ਮੈਂ ਕਿਹਾ ਮੈਂ ਤੈਨੂੰ ਕਿਸੇ ਵੇਲੇ ਕਿਹਾ ਸੀ, ਇਹ ਨਹੀਂ ਦਿੰਦਾ ਰੱਬ, ਰੋਟੀ ਦਿੰਦਾ ਇਨਸਾਫ ਨਾਲ। ਫਿਰ ਉਹਨੂੰ ਮੈਂ ਦੂਸਰੀ ਗੱਲ ਇਹ ਕਹੀ ਆ, ਮੈਂ ਕਿਹਾ ਕੋਈ ਵੀ ਕਾਰ ਆਵੇ ਤੈਂ ਉਹਦੇ ਆਪਣੇ ਦਿਲੋਂ ਕੰਮ ਕਰਾਉਣਾ। ਜੇ ਮੈਨੂੰ ਪਤਾ ਲੱਗ ਗਿਆ ਵੀ ਤੈਂ ਇਹ ਗਲਤ ਕੰਮ ਕੀਤਾ, ਪੈਸੇ ਜ਼ਿਆਦਾ ਕੀਤੇ, ਜਗ੍ਹਾ ਮੈਨੂੰ ਕਿਸੇ ਦੀ ਸ਼ਿਕਾਇਤ ਲਾਈ, ਤੇ ਉਹ ਠੀਕ ਨਹੀਂ ਹੈਗਾ, ਕਿਉਂਕਿ ਤੂੰ ਮੇਰਾ ਨਾਮ ਬਦਨਾਮ ਕਰਨਾ। ਤੇਰੇ ਹੱਥਾਂ ਦੀ ਮੋਟਰਸ। ਕਹਿੰਦਾ ਠੀਕ ਆ। ਜਿੱਥੇ ਤੱਕ ਮੈਂ ਦੇਖਿਆ ਕਈ ਵਾਰੀ ਮੈਨੂੰ ਸ਼ਿਕਾਇਤ ਕਰਦੇ ਅੰਕਲ ਜੀ ਇਹ ਵੀ ਆ, ਪਰ ਮੈਂ ਇਹ ਦੇਖ ਲਿਆ 95% ਝੂਠੀਆਂ ਹੁੰਦੀਆਂ ਉਹ। ਤੇ ਇੱਕ ਮਿਸਾਲ ਦਾ ਇੱਕ ਬੰਦੇ ਨੇ, ਉਹ ਪਿੱਛੋਂ ਗੱਡੀ ਠੀਕ ਕਰਾ ਕੇ ਉਹਦੀ ਖਰਾਬ ਸੀ, ਇੱਥੇ ਆ ਕੇ ਉਹਨੇ ਕਿਹਾ ਠੀਕ ਕਰ ਦਿਓ। ਜਦੋਂ ਅਸੀਂ ਕੰਪਿਊਟਰ ਲਾ ਕੇ ਦੇਖਿਆ, ਅਸੀਂ ਕਿਹਾ ਪੈਸੇ ਨਹੀਂ ਠੀਕ ਕਰਦੇ। ਉਹ ਕਹਿੰਦਾ ਵੀ ਤੁਸੀਂ ਖਰਾਬ ਕੀਤੀ ਹੈ। ਇਸ ਤਰ੍ਹਾਂ ਦੇ ਵੀ ਕਿ ਹੁਣ ਪਿੱਛੇ ਆਹ ਪਰਸੋਂ ਇੱਕ ਬੰਦਾ ਆਇਆ, ਕਹਿੰਦਾ ਦੇਖੋ ਜੀ ਤੁਸੀਂ ਆ ਰੇਡੀਏਟਰ ਪਾਇਆ ਸੀਗਾ, ਤੇ ਉਹ ਕਹਿੰਦੇ ਵੀ ਰਸੀਦ ਲਿਆਓ। ਕਹਿੰਦਾ ਰਸੀਦ ਤਾਂ ਮੈਂ ਕਦੀ ਲਈ ਨਹੀਂ ਆ। ਉਹ ਕਹਿੰਦਾ ਜਦੋਂ ਕਾਰ ਦਾ ਨੰਬਰ ਪਾ ਕੇ ਕੰਪਿਊਟਰ 'ਚ ਦੇਖਿਆ, ਕਹਿੰਦਾ ਇਹ ਰੇਡੀਏਟਰ 4 ਸਾਲ ਪਹਿਲਾਂ ਇੰਨੀ ਤਰੀਕ ਨੂੰ ਪਾਇਆ ਸੀ। ਫਿਰ ਉਹ ਝੂਠਾ ਹੋ ਗਿਆ, ਕਹਿੰਦਾ ਯਾਰ ਟਾਈਮ ਫਲਾਈ, ਆ ਥਾਟ ਮੈਨੂੰ ਤਾਂ ਪਤਾ ਨਾ ਸੀ ਵੀ ਇਹ ਤਾਂ ਹੁਣੀ ਪਾਇਆ। ਪੰਜਾਬੀ ਸੀ। ਇਹ ਕਹਿੰਦਾ ਸੋ ਇਦਾਂ ਦੀ ਆਦਤਾਂ ਸਾਨੂੰ ਛੱਡਣੀਆਂ ਚਾਹੀਦੀਆਂ। ਛੱਡ ਸਕਦੇ ਆ ਇਹ ਜਾਂ ਸੁਪਨਾ ਹੀ ਹੈ? ਮੈਂ ਤੁਹਾਨੂੰ ਦੱਸਾਂ, ਜੋ ਉੱਥੋਂ ਆਦਤਾਂ ਬਣਾ ਕੇ ਆਏ ਆ ਨਾ ਜੀ, ਉਹ ਵਾਰਿਸ਼ਾਨ ਆਦਤਾਂ ਜਾਂਦੀਆਂ ਨੇ, ਭਾਵੇਂ ਪੁਰਜਾ ਕੱਟ ਜਾਏ, ਉਹ ਇੱਥੇ ਹੌਲੀ ਹੌਲੀ ਟਾਈਮ ਲੱਗਾ, ਫੇਰ ਹਟਣਗੇ, ਬਾਕੀ ਉਮਰ ਦੇ ਹਿਸਾਬ ਨਾਲ ਜੀ। ਲੇਕਿਨ ਆਪਣੇ ਬੰਦੇ ਹਟਦੇ ਨੇ। ਇੱਕ ਹੁਣ ਇਹ ਬਾਕੀ ਨਾ ਇਹਦਾ ਆਲਟਰਨੇਟਰ ਹੀ ਆਇਆ, ਅੰਕਲ ਜੀ ਤੁਸੀਂ ਆਹ ਰੇਟ ਪਾਇਆ ਸੀ, 3 ਮਹੀਨੇ ਦੀ ਵਾਰੰਟੀ ਹੁੰਦੀ ਆ, 1.5 ਸਾਲ ਤੋਂ ਬਾਅਦ ਫੇਰ ਆ ਗਿਆ। ਕਹਿੰਦਾ ਇਹ ਤਾਂ ਹਾਲੇ ਹੁਣੇ ਮੈਂ ਪਵਾ ਕੇ ਲੱਗਿਆ। ਜਦੋਂ ਕਾਰ ਦਾ ਨੰਬਰ ਦੇਖਿਆ, ਕਹਿੰਦੇ ਇਹਦਾ ਅੱਛਾ, ਕਹਿੰਦਾ ਟਾਈਮ ਬੜੀ ਛੇਤੀ ਲੰਘਿਆ ਜੀ। ਮੇਰੇ ਕਹਿਣ ਦਾ ਭਾਵ ਆ ਸੱਚ ਬੋਲੋ ਜੀ। ਫੇਰ ਵੀ ਤੂੰ ਕਿਹੜਾ ਝੂਠ ਬੋਲ ਕੇ ਜਿੱਤ ਗਿਆ ਵੀ ਮੈਨੂੰ ਇਹ ਫ੍ਰੀ ਦੇ ਦਊਗਾ ਜੀ। ਜੇ ਤੁਸੀਂ ਸੱਚ ਬੋਲਦੇ, ਅਸੀਂ ਉਹਦੇ ਵਿੱਚ ਤੈਨੂੰ ਕਹਿੰਦੇ ਪਏ ਅਸੀਂ ਚਲੋ ਤੂੰ ਆਪ ਲੈ, ਅਸੀਂ ਤੈਨੂੰ ਪਾ ਦਿੰਦੇ ਹਾਂ। ਇੱਦਾਂ ਦੀ ਰਿਆਇਤ ਕਰ ਸਕਦੇ ਹਾਂ। ਬਹੁਤ ਮੇਰੇ ਇੰਸੀਡੈਂਟ ਹੋਏ ਆ, ਮੈਂ ਵਰਕਸ਼ਾਪ ਆ ਚਲਾ ਕੇ ਫੇਰ ਮੁੰਡੇ ਨੂੰ ਸਾਂਭੀ ਆ। ਇਸ ਤਰ੍ਹਾਂ ਦੇ ਇੰਸੀਡੈਂਟ ਹੋਏ ਆ ਜਿਹੜੇ ਆਪਣੇ ਬੰਦੇ ਕਹਿੰਦੇ ਆ ਕਿ ਇਹ ਗਲਤ, ਮਤਲਬ ਇਸ ਤਰ੍ਹਾਂ ਹੀ ਹੋ ਜਾਣਾ। ਬਿਲਕੁਲ ਜੀ, ਬਹੁਤ ਮਿਹਰਬਾਨੀ ਥਾਂਦੀ ਸਾਹਿਬ। ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਣੇ ਪ੍ਰੋਗਰਾਮ ਨੂੰ ਹੋਰ ਲੰਬਾ ਲੈ ਕੇ ਚੱਲੀਏ। ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਵਿਸ਼ੇ ਦੇ ਉੱਪਰ ਆਧਾਰਿਤ ਆਪਾਂ ਗੱਲਬਾਤ ਕਰਾਂਗੇ। ਤੁਹਾਡੇ ਕੋਲੋਂ ਇੱਕ ਪੂਰੇ ਕਾਰੋਬਾਰ ਨੂੰ ਕਿੱਦਾਂ ਰਨ ਕਰਨਾ, ਉਹਦੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਲੈਤੀ ਜਾ ਸਕਦੀ ਹੈ। ਸੋਸ਼ਲ ਵਰਕ ਨੂੰ ਕਿੱਦਾਂ ਰਨ ਕਰਨਾ, ਉਹਦੀ ਜਾਣਕਾਰੀ, ਪੋਲੀਟੀਕਲ ਮੈਟਰ ਨੂੰ ਕਿੱਦਾਂ ਹੈਂਡਲ ਕਰਨਾ, ਲੀਗਲ ਮੈਟਰਸ ਨੂੰ ਕਿੱਦਾਂ ਹੈਂਡਲ ਕਰਨਾ, ਪੂਰੇ ਅਲੱਗ ਤੋਂ ਪੂਰੇ ਦੇ ਪੂਰੇ ਵਿਸ਼ੇ ਨੇ ਜਿਨ੍ਹਾਂ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮੇਟਣ ਦੀ ਸਾਨੂੰ ਦਿਓ ਜੀ ਇਜਾਜ਼ਤ। ਦੋਸਤੋ, ਇਹ ਸਨ ਅਮਰੀਕ ਸਿੰਘ ਥਾਂਦੀ ਤੇ ਮੈਂ ਸਾਂ ਤੁਹਾਡਾ ਰੋਬੀ ਬੈਨੀਪਾਲ, ਤੇ ਪ੍ਰੋਗਰਾਮ ਸੀ ਈਸਟ ਵੈਸਟ ਵਿਦ ਬੈਨੀਪਾਲ। ਤੇ ਥੱਲੇ ਉਹ ਲੈਫਟ ਹੈਂਡ ਸਾਈਡ ਤੇ ਸਬਸਕ੍ਰਿਪਸ਼ਨ ਬਟਨ ਲੱਗਿਆ ਹੋਇਆ ਤੇ ਨਾਲ ਘੰਟੀ ਵਾਲਾ ਵੀ ਲੱਗਿਆ ਹੋਇਆ, ਉਹਨੂੰ ਵੀ ਦਬਾ ਦਿਓ ਤੇ ਆਪਾਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇੱਦਾਂ ਰਾਬਤਾ ਬਣਾਵਾਂਗੇ। ਤਦ ਤੱਕ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।